सच्ची सुची तुर की बाणी रुतबान रला है कूड़ के आन बाणी रतना दी माला है टुकड़ा है हर एक अक्षर हर एक प्राणी नू पढ़िया कर मन चित लागे गुरुआं दी बाणी नू सुनिया कर शाम सवेरे इतनी गुरे अर्जन प्यारे किरपा महान जी राम सरवाला सोना जुड़िया सतान जी से गुर पंदरा भगता दसिया ज्ञान जी चार सिख पट गया दस दे विचार है बाणी गुरु ग्रंथ साहिब दी भेजी करतार है आई ये तुर की बाणी 1430 अंग ने भरे ज्ञान दे अखर सब जिने कीमती हीरे जो खान दे जप जी आनंद पढ़ने हो आनंद ओ मान दे अमृत फल लगा इस दी हर एक है टाणी नू पढ़िया कर मन चित लागे गुरुआं दी बाणी नू सुनिया कर शाम सवेरे इस विच गुर लखाया गत्तियां रागां नू तेग बहादुर गुर दे भरिया बैरागां नू कील दा हर एक अखर बीन जो नागां
ਵੈਰ ਜੀ, ਸੱਚੀਆਂ ਸੁਧਾਵਾਂ ਵਾਲਾ ਲਿਖਦਾ ਹੈ ਸ਼ਾਇਰ ਜੀ। ਦੁਸ਼ਮਣ ਵੀ ਮਿੱਤਰ ਦਿਸਦਾ, ਬ੍ਰਹਮ ਗਿਆਨੀ ਨੂੰ ਪੜਿਆ ਕਰ ਮਨ ਚਿਤ ਲਾ ਕੇ। ਗੁਰੂਆਂ ਦੀ ਬਾਣੀ ਨੂੰ ਸੁਣਿਆ ਕਰ ਸ਼ਾਮ ਸਵੇਰੇ। ਠੰਡੇ ਦੀ ਧਾਰ ਵਿੱਚੋਂ ਸਾਜ ਕੇ ਪੰਥ ਨੂੰ, ਕੌਣ ਦੇ ਲੇਖੇ ਲਾ ਕੇ ਸਾਰੇ ਸਰਬੰਸ ਨੂੰ। ਮੰਨਣਾ ਹੈ ਸਿੱਖੋ ਅੱਜ ਤੋਂ ਗੁਰੂ ਗ੍ਰੰਥ ਨੂੰ, ਦਸਵਾਂ ਗੁਰ ਸੀਸ ਨਵਾ ਕੇ ਦੇ ਗਿਆ ਅਧਿਕਾਰ ਹੈ। ਬਾਣੀ ਗੁਰੂ ਗ੍ਰੰਥ ਸਾਹਿਬ ਦੀ ਭੇਜੀ ਕਰਤਾਰ ਹੈ, ਆਈ ਹੈ ਗੁਰ ਕੀ ਬਾਣੀ। ਪੜਿਆ ਕਰ ਮਨ ਚਿੱਤ ਲਾ ਕੇ ਗੁਰੂਆਂ ਦੀ ਬਾਣੀ ਨੂੰ। ਬਾਣੀ ਗੁਰੂ ਗ੍ਰੰਥ ਸਾਹਿਬ ਦੀ ਭੇਜੀ ਕਰਤਾਰ ਨੇ। ਹੇ ਪ੍ਰਾਣੀ, ਤੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮਨ ਚਿੱਤ ਲਾ ਕੇ ਪੜਿਆ ਕਰ। ਅੱਜ ਆਪਾਂ ਨੇ ਇਹੀ ਉਪਰਾਲਾ ਕੀਤਾ ਹੈ। ਪਹਿਲਾਂ ਸਭ ਤੋਂ ਗੁਰ ਸੰਗਤ ਜੀ ਜਥੇ ਨੂੰ ਚਰਨਾਂ ਦੇ ਨਾਲ ਲਾਓ, ਆਪਣਾ ਬਣਾਓ, ਬੋਲਣ ਦੀ ਦਿਓ ਆਗਿਆ। ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੀ ਸੰਗਤ ਬਹੁਤ ਵੱਡੇ ਭਾਗਾਂ ਵਾਲੇ ਆ, ਜਿਹੜੇ ਆਪਾਂ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਦੇ ਉੱਤੇ ਉਹਨਾਂ ਦਾ ਜਸ ਕਰਨ ਵਾਸਤੇ ਇਕੱਠੇ ਹੋਇਆ। ਜਿਹਨੂੰ ਭਾਈ ਗੁਰਦਾਸ ਜੀ ਲਿਖ ਕੇ ਨਾ, ਦਲ ਪੰਜਨ ਗੁਰ ਸੂਰਮਾ ਵੱਡ ਜੋਧਾ ਪਾਓ ਪਰ ਉਪਕਾਰੀ। ਅੱਜ ਆਪਾਂ ਨੇ ਉਹਨਾਂ ਦੇ ਗੁਣ ਗਾਉਣੇ ਨੇ, ਵਡਿਆਈਆਂ ਕਰਨੀਆਂ ਨੇ, ਉਹਨਾਂ ਦੇ ਗੀਤ ਗਾਉਣੇ ਨੇ, ਉਹਨਾਂ ਦੀਆਂ ਉਸਤਤਾਂ ਆਪਾਂ ਨੇ ਅੱਜ ਕਰਨੀਆਂ ਨੇ। ਪੇਸ਼ਾਵਰ ਦੀ ਸੰਗਤ ਆਈ ਹਰਿਮੰਦਰ ਸਾਹਿਬ ਦੇ ਵਿੱਚ, ਤਾਂ ਧੰਨ ਗੁਰੂ ਅਰਜਨ ਦੇਵ ਜੀ ਦੇ ਵਾਸਤੇ ਤੇ ਉਹਨਾਂ ਦੇ ਪਰਿਵਾਰ ਮਾਤਾ ਗੰਗਾ ਜੀ ਵਾਸਤੇ ਬੇਅੰਤ ਭਟਾਵਾਂ ਲੈ ਕੇ ਹਾਜ਼ਰ ਹੋਈ ਸੰਗਤ। ਹੁਣ ਜਦੋਂ ਭਟਾਵਾਂ ਆਈਆਂ ਤਾਂ ਮਾਤਾ ਗੰਗਾ ਜੀ ਨੂੰ ਜਿਹੜੇ ਕੀਮਤੀ ਵਸਤਰ, ਕੀਮਤੀ ਦਸਾਲੇ ਮਿਲੇ, ਤਾਂ ਉਹਨਾਂ ਨੇ ਧੋ ਕੇ ਉਹਨਾਂ ਨੂੰ ਸਵਾਰ ਕੇ ਆਪਣੇ ਚਵਾਰੇ ਦੇ ਵਿੱਚ ਰੱਸੀ ਦੇ ਉੱਤੇ ਸੁੱਟਣਾ ਪਾਤਾ। ਹੁਣ ਸਾਹਮਣੇ ਘਰ ਸੀ ਉਹਨਾਂ ਦੇ ਵੱਡੇ ਭਰਾ ਦਾ, ਪਿਰਥੀ ਚੰਦ ਦਾ। ਜਦੋਂ ਉਹਨੇ ਘਰ ਵਾਲੀ ਕਰਮੋਂ ਦੇਖਦੀ ਆ ਨਾ ਵੀ ਉਹ ਕੀਮਤੀ ਵਸਤਰ ਨੇ ਜਿਹੜੇ ਉਹ ਸੁੱਕਣੇ ਪਾਏ ਹੋਏ ਨੇ ਮੇਰੀ ਦਰਾਣੀ ਗੰਗਾ ਦੇ, ਤਾਂ ਉਹਦੇ ਸੀਨੇ ਦੇ ਵਿੱਚ ਇੱਕ ਲਾਟ ਨਿਕਲਦੀ ਹੈ। ਜਦੋਂ ਪਿਰਥੀ ਚੰਦ ਘਰੇ ਆਇਆ ਨਾ, ਤਾਂ ਉਹਦੇ ਗਲ ਪੈ ਗਈ। ਉਹ ਕਹਿੰਦੇ ਵੀ ਜੇ ਤੂੰ ਕਿਸੇ ਕਰਮ ਦਾ ਹੁੰਦਾ ਤਾਂ ਧੰਨ ਗੁਰੂ ਅਰਜਨ ਦੇਵ ਜੀ ਗੱਦੇ ਕੇ ਜਾਂਦੇ। ਆ ਜਿਹੜੀਆਂ ਕੀਮਤੀ ਭਟਾਵਾਂ ਨੇ ਇਹ ਅੱਜ ਮੈਂ ਸਮਝਦੀ, ਤੂੰ ਆਪਦੇ ਪਿਤਾ ਗੁਰੂ ਦੇ ਨਾਲ ਬਣਾ ਕੇ ਨਹੀਂ ਰੱਖੀ। ਤੂੰ ਚੰਗਾ ਬੰਦਾ ਨਹੀਂ। ਆਪਾਂ ਅੱਜ ਗੁਰਦਾ ਗੱਦੀ ਤੋਂ ਵਾਂਝੇ ਰਹਿ ਗਏ। ਆ ਸਾਰੀਆਂ ਭਟਾਵਾਂ ਅੱਜ ਮੇਰੀ ਦਰਾਣੀ ਦੇ ਜਾਂਦੀਆਂ ਨੇ ਤੇ ਮੈਂ ਖਾਲੀ ਬੈਠੀਆਂ। ਤਾਂ ਪਿਰਥੀ ਚੰਦ ਕਹਿੰਦਾ ਭਾਗਵਾਨ ਨੇ ਤੈਨੂੰ ਘਬਰਾਉਣ ਦੀ ਲੋੜ ਨਹੀਂ, ਤੂੰ ਘਬਰਾ ਨਾ, ਕਿਉਂਕਿ ਇਹਨਾਂ ਨੂੰ ਕਿਹੜਾ ਪਰਮਾਤਮਾ ਨੇ ਕੋਈ ਔਲਾਦ ਦਿੱਤੀ ਹੈ। ਗੱਦੀ ਦਾ ਆਪਣੇ ਪੁੱਤਰ ਮਿਹਰਬਾਨ ਕੋਲੇ ਆਉਣੀ ਆ ਮੁੜ ਕੇ, ਤੈਨੂੰ ਕੋਈ ਘਬਰਾਉਣ ਦੀ ਲੋੜ ਨਹੀਂ। ਤੂੰ ਚਿੰਤਾ ਨਾ ਕਰ, ਮਨ ਨੂੰ ਸ਼ਾਂਤੀ ਵਿੱਚ ਰੱਖ। ਤਾਂ ਪਿਰਥੀ ਚੰਦ ਦੇ ਕਹੇ ਤੇ ਕਰਮ ਨੂੰ ਕੁਛ ਹੌਸਲਾ ਆਇਆ। ਜਿਹੜੀ ਉਹਨਾਂ ਦੇ ਘਰੇ ਦਾਸੀ ਕੰਮ ਕਰਦੀ ਸੀ ਨਾ ਪਿਰਥੀ ਚੰਦ ਦੀ, ਉਹ ਮਿਲਦੀ ਰਹਿੰਦੀ ਸੀ ਮਾਤਾ ਗੰਗਾ ਜੀ ਦੇ ਘਰੇ, ਜਿਹੜੀ ਦਾਸੀ ਕੰਮ ਕਰਦੀ ਸੀ ਉਹਨਾਂ ਨੂੰ। ਉਹ ਜਦੋਂ ਸ਼ਾਮ ਨੂੰ ਆਪਸ ਵਿੱਚ ਇਕੱਠੀਆਂ ਹੋਈਆਂ ਤਾਂ ਉਹਨੇ ਉਹਦੇ ਕੋਲ ਗੱਲ ਕਰਤੀ। ਕਹਿੰਦੇ ਵੀ ਪਿਰਥੀ ਚੰਦ ਇਹ ਗੱਲ ਕਹਿੰਦਾ ਸੀ ਕਰਮ ਨੂੰ ਵੀ ਇਹਨਾਂ ਦੇ ਕਿਹੜਾ ਕੋਈ ਔਲਾਦ ਹੋਣੀ ਹੈ, ਵੀ ਗੁਰੂ ਦੀ ਗੱਦੀ ਦਾ ਆਪਣੇ ਪੁੱਤਰ ਮਿਹਰਬਾਨ ਨੂੰ ਮਿਲਣੀ ਹੈ, ਨਾਲੇ ਉਹ ਗੱਦੀ ਦੇ ਲਾਇਕ ਵੀ ਹੈਗਾ, ਵੀ ਨਾਲੇ ਮੇਰਾ ਸਰਾਪ ਵੀ ਹੈ ਗੁਰੂ ਅਰਜਨ ਦੇਵ ਨੂੰ ਵੀ ਤੇਰੇ ਕੋਈ ਔਲਾਦ ਨਹੀਂ ਹੋਣੀ। ਤਾਂ ਉਹ ਦਾਸੀ ਨੇ ਜਾ ਕੇ ਮਾਤਾ ਗੰਗਾ ਜੀ ਨੂੰ ਦੱਸਦਾ। ਹੁਣ ਜਦੋਂ ਮਾਂ ਨੂੰ ਇਹ ਗੱਲ ਕਹੀ ਜਾਵੇ ਨਾ, ਕਹਿੰਦਾ ਵੀ ਜੇ 1000 ਗਾਲ ਕੱਢ ਦੇਵੇ ਉਹਦਾ ਦੁੱਖ ਨਹੀਂ ਲੱਗਦਾ। ਇੱਕ ਵਾਰ ਮਾਂ ਨੂੰ ਨਪੁੱਤੀ ਸ਼ਬਦ ਕਿਹਾ ਜਾਵੇ ਨਾ ਤਾਂ ਸੀਨਾ ਚੀਰ ਜਾਂਦਾ। ਹੁਣ ਉਹ ਮਾਤਾ ਗੰਗਾ ਜੀ ਦੇ ਹਿਰਦੇ ਤੇ ਸੱਟ ਵੱਜੀ, ਅਦਾਸ ਹੋ ਗਿਆ ਚਿਹਰਾ ਬਈ ਅੱਜ ਵੱਡਾ ਭਰਾ ਤੇ ਵੱਡੀ ਭਰਜਾਈ ਕਹਿੰਦੇ ਨੇ ਵੀ ਇਹਨਾਂ ਦਾ ਕੋਈ ਔਲਾਦ ਹੋਣੀ ਹੀ ਨਹੀਂ, ਕਿਉਂਕਿ ਵਿਆਹ ਨੂੰ ਬਹੁਤ ਸਾਲ ਲੰਘੇ ਸੀ। ਤਾਂ ਜਦੋਂ ਗੁਰੂ ਅਰਜਨ ਦੇਵ ਜੀ ਘਰ ਆਏ ਨਾ, ਤਾਂ ਮਾਤਾ ਗੰਗਾ ਜੀ ਦਾ ਚਿਹਰਾ ਉਦਾਸ ਦੇਖਿਆ। ਤਾਂ ਕਹਿੰਦੇ ਗੰਗਾ ਜੀ
ਕੀ ਗੱਲ ਤੁਸੀਂ ਅੱਜ ਉਦਾਸ ਬੈਠੇ ਹੋ? ਤਾਂ ਮਾਤਾ ਗੰਗਾ ਨੇ ਦੋਨੇ ਹੱਥ ਜੋੜ ਲਏ, ਕਹਿੰਦੀ ਐ ਸਹੰਸਾਹ, ਐ ਸਤਿਗੁਰੂ, ਦੁਨੀਆ ਦੀਆਂ ਝੋਲੀਆਂ ਭਰਦੇ ਹੋ, ਦੁਨੀਆ ਨੂੰ ਦਾਤਾ ਵੰਡਦੇ ਹੋ, ਮੇਰੀ ਵੀ ਝੋਲੀ ਭਰ ਦੋ। ਕਹਿੰਦੇ ਗੰਗਾ ਜੀ ਕੀ ਹੋ ਗਿਆ? ਕਹਿੰਦੀ ਵੀ ਮੈਂ ਪੁੱਤਰ ਕੰਨਿਓ ਖਾਲੀ ਜਾ ਰਹੀ ਹਾਂ, ਅੱਜ ਕਰਮੋਂ ਨੇ ਮਾਰੇ ਨੇ ਮਿਹਣੇ, ਵੀ ਇਹਨਾਂ ਦੇ ਕਿਹੜਾ ਕੋਈ ਔਲਾਦ ਹੋਣੀ ਹੈ, ਕਿਰਪਾ ਕਰੋ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ, ਤੁਸੀਂ ਦੁਨੀਆ ਨੂੰ ਖਜ਼ਾਨੇ ਵੰਡਦੇ ਹੋ। ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਗੰਗਾ, ਜਿਹੜੇ ਮਿਹਣੇ ਮਾਰਦੇ ਨੇ ਉਹ ਵੀ ਤਾਂ ਆਪਣੇ ਨੇ, ਉਹ ਕਿਹੜਾ ਬਗਾਨੇ ਨੇ, ਤੂੰ ਕਿਉਂ ਦਿਲ ਤੇ ਗੱਲ ਲਾਉਣੀ ਹੈ? ਨਾਲੇ ਜਿਹੜਾ ਗੁਰੂ ਨਾਨਕ ਦੀ ਗੱਦੀ ਦਾ ਖਜ਼ਾਨਾ ਨਾ, ਇਹ ਆਪਾਂ ਘਰ 'ਚ ਨਹੀਂ ਵਰਤ ਸਕਦੇ, ਇਹ ਸੰਗਤਾਂ ਨੂੰ ਇਹ ਵਰਤ ਸਕਦੇ ਆ, ਸੰਗਤਾਂ ਨੂੰ ਵੰਡ ਸਕਦੇ ਆ। ਜੇ ਤੂੰ ਕਹੇ ਵੀ ਗੁਰੂ ਨਾਨਕ ਦੀ ਗੱਦੀ ਦੀ ਪਾਵਰ ਵਰਤ ਕੇ ਮੈਂ ਆਪਣੇ ਘਰੇ ਕੋਈ ਚੀਜ਼ ਲਿਆਉਂ, ਇਹ ਨਹੀਂ ਹੋ ਸਕਦਾ, ਕਿਉਂਕਿ ਇਹ ਪਹਿਲਾਂ ਗੱਲ ਹੋ ਚੁੱਕੀ ਹੈ। ਜਦੋਂ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਦਿੱਤੀ ਆ ਨਾ ਗੁਰੂ ਰਾਮਦਾਸ ਜੀ ਨੇ, ਤਾਂ ਪ੍ਰਿਥੀ ਚੰਦ ਪੱਗ ਖੋਹ ਕੇ ਲੈ ਗਿਆ ਸੀ, ਤਾਂ ਫਿਰ ਜਿਹੜੀ ਬਾਬਾ ਸ੍ਰੀ ਚੰਦ ਜੀ ਪੱਗ ਲੈ ਕੇ ਆਏ ਸੀ ਉਹ ਦਸਤਾਰ ਬੰਨੀ ਗੁਰੂ ਅਰਜਨ ਦੇਵ ਜੀ ਦੇ। ਫਿਰ ਉਹਨਾਂ ਨੇ ਅੰਮ੍ਰਿਤਸਰ ਦੇ ਬਾਹਰ, ਆਪਾਂ ਸਾਰੇ ਜਾਣਦੇ ਆ, ਆਪਣੇ ਬੰਦੇ ਬਿਠਾ ਕੇ ਪ੍ਰਿਥੀ ਚੰਦ ਨੇ ਵੀ ਜਿਹੜੀ ਵੀ ਸੰਗਤ ਭੇਟਾ ਲੈ ਕੇ ਆਵੇ, ਉਹ ਕਹਿੰਦੇ ਵੀ ਵੱਡਾ ਮੈਂ ਆ, ਭੇਟਾ ਮੈਨੂੰ ਦਿਓ, ਜਾ ਕੇ ਪ੍ਰਸਾਦਾ ਗੁਰੂ ਅਰਜਨ ਦੇਵ ਜੀ ਦੇ ਲੰਗਰ ਛਕੋ, ਹਰਿਮੰਦਰ ਸਾਹਿਬ ਵਾਲੇ ਲੰਗਰ 'ਚ। ਉਹ ਸਾਰੀਆਂ ਭਟਾਵਾਂ ਜਿੰਨੀ ਮਾਇਆ ਸੀ ਉਹ ਪ੍ਰਿਥੀ ਚੰਦ ਦੇ ਘਰ ਨੂੰ ਜਾਣ ਲੱਗੀ, ਇੱਧਰੋਂ ਖਜ਼ਾਨੇ ਖਤਮ ਹੋਣ ਲੱਗੇ। ਤਾਂ ਗੁਰੂ ਅਰਜਨ ਦੇਵ ਜੀ ਨੇ ਕੀ ਕੀਤਾ, ਆਪਣੇ ਘਰ ਦੇ ਵਸਤਰ ਵੇਚਣੇ ਸ਼ੁਰੂ ਕਰਤੇ, ਜਿਹੜੇ ਗਹਿਣੇ ਤੇਰਾ ਮਾਤਾ ਗੰਗਾ ਦੇ ਜਾਂ ਹੋਰ, ਉਹ ਵੇਚ ਕੇ ਲੰਗਰ ਚਲਾਉਣਾ ਸ਼ੁਰੂ ਕਰਤਾ। ਤਾਂ ਬਾਬਾ ਬੁੱਢਾ ਜੀ ਨੇ ਕਿਹਾ ਵੀ ਅਸੀਂ ਜਾ ਕੇ ਸੰਗਤ ਨੂੰ ਦੱਸਦੇ ਹਾਂ ਵੀ ਇਹਨਾਂ ਨੂੰ ਮਾਇਆ ਨਾ ਦਿਓ, ਮਾਇਆ ਗੁਰੂ ਨੂੰ ਸਿੱਧੀ ਆਪ ਦਿਓ। ਉਹ ਕਹਿੰਦੇ ਵੀ ਨਹੀਂ, ਭਾਣਾ ਕਰਤਾਰ ਦਾ ਜੋ ਹੁੰਦਾ ਹੋਣ ਦਿਓ, ਤੁਸੀਂ ਦਖਲਅੰਦਾਜ਼ੀ ਨਹੀਂ ਦੇਣੀ। ਹਾਲਤ ਇਹ ਹੋ ਗਈ, ਮੈਂ ਗੱਲ ਨੇੜੇ ਲਾਵਾਂ ਵੀ ਜਿੱਥੇ ਖੀਰ ਪ੍ਰਸਾਦ ਚੱਲਦੇ ਸੀ ਨਾ ਗੁਰੂ ਰਾਮਦਾਸ ਦੇ ਲੰਗਰ ਦੇ ਵਿੱਚ, ਉੱਥੇ ਮਿੱਸੀਆਂ ਰੋਟੀਆਂ ਪੱਕਣ ਲੱਗ ਗਿਆ 4 ਘੰਟੇ ਦੇ ਨਾਲ, ਕਿਉਂਕਿ ਭੇਟਾ ਤਾਂ ਆਉਣੀ ਨਹੀਂ, ਪਰ ਗੁਰੂ ਅਰਜਨ ਦੇਵ ਜੀ ਭਾਣੇ 'ਚ ਬੈਠੇ ਨੇ। ਇਹਨਾਂ ਨੂੰ ਭਾਈ ਗੁਰਦਾਸ ਜੀ ਆ ਗਏ, ਉਹ ਕਿਤੇ ਬਾਹਰ ਗਏ ਹੋਏ ਸੀ। ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਵੀ ਜਿਹੜਾ ਲੰਗਰ ਦੇ ਵਿੱਚ ਖੀਰ ਪ੍ਰਸਾਦ ਚੱਲਦੇ ਸੀ, ਅੱਜ ਮਿੱਸੀਆਂ ਰੋਟੀਆਂ ਅਚਾਰ ਦੇ ਨਾਲ ਮਿਲ ਰਹੀਆਂ ਨੇ। ਤਾਂ ਉਹਨਾਂ ਨੇ ਸਾਰੀ ਗੱਲ ਦੱਸਦੀ ਵੀ ਸ਼ਹਿਰ ਦੇ ਬਾਹਰ ਪ੍ਰਿਥੀ ਚੰਦ ਦੇ ਬੰਦੇ ਬੈਠੇ ਨੇ, ਉਹ ਘਟਾਵਾ ਲਾ ਕੇ ਰੋਕੀ ਜਾਂਦੇ ਨੇ। ਉਹ ਕਹਿੰਦੇ ਵੀ ਤੁਸੀਂ ਮਹਾਰਾਜ ਨਾਲ ਗੱਲ ਨਹੀਂ ਕਰੀ? ਕਹਿੰਦੇ ਵੀ ਕਰੀ ਆ, ਮਹਾਰਾਜ ਨੇ ਸਾਨੂੰ ਰੋਕਤਾ। ਉਹ ਕਹਿੰਦੇ ਫਿਰ ਐਂ ਕਰਦੇ ਆਪਾਂ ਵੀ ਮੈਂ ਮਹਾਰਾਜ ਕੋਲ ਜਾਂਦਾ ਹੀ ਨਹੀਂ, ਵੀ ਮੈਂ ਜਾ ਕੇ ਸੰਗਤ ਨੂੰ ਸਮਝਾ ਦਿੰਦਾ, ਮੈਂ ਅੱਗੇ ਨਹੀਂ ਲੈਂਦਾ। ਇਹ ਵੀ ਕੋਈ ਗੁਰੂ ਦੀ ਖੇਡ ਆ ਨਾ। ਤੇ ਭਾਈ ਗੁਰਦਾਸ ਜੀ ਸੰਗਤ ਨੂੰ ਲੈ ਕੇ ਉਹਨੂੰ ਅੱਗੇ ਜਾ ਬੈਠੇ। ਉਹ ਕਹਿੰਦੇ ਸੰਗਤ ਨੂੰ ਵੀ ਭਿੜਾਵਾਂ ਸਾਰੀਆਂ ਕਿਸੇ ਨੂੰ ਨਹੀਂ ਦੇਣੀਆਂ, ਜਾ ਕੇ ਗੁਰੂ ਦੇ ਚਰਨਾਂ 'ਚ ਆਪ ਅਰਪਣ ਕਰਨੀਆਂ ਨੇ। ਫਿਰ ਸੰਗਤਾਂ ਭਿੜਾਵਾਂ ਲੈ ਕੇ ਹਰਿਮੰਦਰ ਸਾਹਿਬ ਆਉਣ ਲੱਗੀਆਂ। ਫਿਰ ਦੁਬਾਰਾ ਲੰਗਰ ਦੇ ਵਿੱਚ ਉਹੀ ਬਹਾਰ ਹੋਈ, ਪਰ ਗੁਰੂ ਨਾਨਕ ਦੀ ਗੱਦੀ ਦੀ ਪਾਵਰ ਨਹੀਂ ਵਰਤੀ ਆਪਣੇ ਘਰ ਖਾਤਰ। ਲੰਗਰ ਦਾ ਰੁੱਖਾ ਮਿੱਸਾ ਕਰ ਲਿਆ। ਕਹਿੰਦੇ ਗੰਗਾ ਜੀ, ਜਿਹੜੀ ਗੁਰੂ ਨਾਨਕ ਦੀ ਗੱਦੀ ਦੀ ਪਾਵਰ ਆ, ਉਹਨੂੰ ਆਪਾਂ ਆਪਣੇ ਘਰ 'ਚ ਨਹੀਂ ਵਰਤ ਸਕਦੇ। ਕਹਿੰਦੇ ਫਿਰ ਮੇਰਾ ਕੋਈ ਇਲਾਜ, ਮੈਨੂੰ ਪੁੱਤ ਦੀ ਦਾਤ ਚਾਹੀਦੀ ਹੈ। ਕਹਿੰਦੇ ਵੀ ਇਹ ਦਾਤ ਤੈਨੂੰ ਬ੍ਰਹਮ ਗਿਆਨੀ ਤੋਂ ਮਿਲ ਸਕਦੀ ਹੈ, ਕਿਸੇ ਤੋਂ। ਕਹਿੰਦੇ ਵੀ ਹੁਣ ਤੁਸੀਂ ਦੱਸੋ ਬ੍ਰਹਮ ਗਿਆਨੀ ਕੌਣ ਹੈ? ਕਹਿੰਦੇ ਵੀ ਏਦਾਂ ਕਰੋ, ਫਿਰ ਗੁਰੂ ਘਰ ਦੇ ਬ੍ਰਹਮ ਗਿਆਨੀ ਨੇ ਬਾਬਾ ਬੁੱਢਾ ਜੀ, ਜੋ ਝਮਾਲ ਦੇ ਵਿੱਚ ਕਰਦੇ ਨੇ ਖੇਤੀਬਾੜੀ, ਨਾਲੇ ਡੰਗਰਾਂ ਦੀ ਸੇਵਾ ਕਰਦੇ ਨੇ, ਪਸ਼ੂ ਚਾਰਦੇ ਨੇ, ਪਸ਼ੂਆਂ ਨੂੰ ਸਾਂਭਦੇ ਨੇ, ਉਹਨਾਂ ਦੇ ਸੇਵਾਦਾਰ ਹੁੰਦੇ ਨੇ। ਵੀ ਤੁਸੀਂ ਉਹਨਾਂ ਕੋਲੇ ਜਾਓ। ਕਹਿੰਦੇ ਵੀ ਜਾਵਾਂ ਕਿਵੇਂ? ਕਹਿੰਦੇ ਵੀ ਇਉਂ ਕਰੋ ਵੀ ਪ੍ਰਸਾਦਾ ਲੈ ਕੇ ਉਹਨਾਂ ਕੋਲੇ ਜਾਇਓ, ਵੀ ਜੇ ਤੁਸੀਂ ਦਾਤ ਪੁੱਤ ਦੀ ਲੈਣੀ ਆ ਨਾ, ਸੋਨੂੰ ਬਾਬਾ ਬੁੱਢਾ ਜੀ ਦੇ ਚਰਨੀ ਜਾਣਾ ਪਊ। ਚਾਹੀਦੀ ਇਹ ਦਾਤ ਪੁੱਤ ਦੀ, ਬਾਬਾ ਬੁੱਢਾ ਜੀ ਨੂੰ ਬੇਨਤੀ ਗੁਜ਼ਾਰੋ। ਤਾਂ ਗੁਰੂ ਸਾਹਿਬ ਕਹਿੰਦੇ ਵੀ ਏਦਾਂ ਕਰੋ, ਬਾਬਾ ਬੁੱਢਾ ਜੀ ਦੇ ਚਰਨਾਂ 'ਚ ਜਾ ਕੇ ਬੇਨਤੀ ਗੁਜ਼ਾਰੋ, ਜੇ ਪੁੱਤਰ ਦੀ ਦਾਤ ਲੈਣੀ ਹੈ। ਲੈ ਵੀਰਾਂ ਤੋਂ ਗੱਲ ਤਾਂ ਸੁਣੋ ਵੀ ਚਾਹੀਦੀ ਇਹ ਦਾਤ ਪੁੱਤ ਦੀ, ਬਾਬਾ ਬੁੱਢਾ ਜੀ ਨੂੰ ਅਰਜ਼ ਗੁਜ਼ਾਰੋ। ਬੋਲੇ ਗੁਰੂ ਅਰਜਨ ਪਿਆਰੇ, ਕਰਦੇ ਨੇ ਰੰਗ ਇਸ਼ਾਰੇ, ਮਾਤਾ ਗੰਗਾ ਦੇ ਤਾਈ, ਕਹਿੰਦੇ ਨੇ ਚਾਈ ਚਾਈ, ਜਾਓ ਗੱਦ ਨੂੰ ਹੀ ਬੀਜ ਰੂਪ ਦਾਰੋ, ਕਈ ਚਾਹੀਦੀ ਜੇ ਦਾਤ ਪੁੱਤ ਦੀ, ਬਾਬਾ ਬੁੱਢਾ ਜੀ ਨੂੰ ਅਰਜ਼ ਗੁਜ਼ਾਰੋ, ਕਈ ਚਾਹੀਦੀ ਜੇ। ਸੁਣ ਕਾ ਤੋਂ ਰੋਣਾ, ਉਹਦਾ ਸਭ ਕੀਤਾ ਹੋਣਾ, ਸਤਿਗੁਰ ਤੇ ਕਰੋ ਭਰੋਸਾ, ਕਰਮੋਂ ਤੇ ਕਾਦਾ ਰੋਸਾ, ਸਦਾ ਵਾਹਿਗੁਰੂ ਨਾਮ ਨੂੰ ਚੇਤਾਰੋ, ਵੇ ਚਾਹੀਦੀ ਜੇ ਦਾਤ ਪੁੱਤ ਦੀ, ਬਾਬਾ ਬੁੱਢਾ ਜੀ ਨੂੰ ਅਰਜ਼ ਗੁਜ਼ਾਰੋ।
ਪਿਆਰ ਵਾਲੀ ਮਹਿਕ ਖਿਲਾਰੋ ਵੇ ਚਾਹੀਦੀ ਜੇ ਦਾਤ ਪੁੱਤ ਦੀ ਬਾਬਾ ਬੁੱਢਾ ਜੀ ਨੂੰ ਹਰ ਜਗੋ ਜਾਰੋ ਵੇ ਚਾਹੀਦੀ ਜੇ ਲੋਕ ਸਾਡਾ ਕਹਿਣਾ ਜੀਵਨ ਦਾ ਜੇ ਸੁਖ ਲੈਣਾ ਰੱਬ ਦੀ ਰਹਿ ਜਾ ਕੇ ਰਾਜੀ ਜਿਤਨੀ ਜੇ ਚਾਹੁੰਦੇ ਬਾਜੀ ਰੱਖੋ ਹੌਸਲਾ ਹਿੰਮਤ ਨਾ ਹਾਰੋ ਵੇ ਚਾਹੀਦੀ ਜੇ ਦਾਤ ਪੁੱਤ ਦੀ ਬਾਬਾ ਬੁੱਢਾ ਜੀ ਨੂੰ ਆਰੇ ਜੀ ਗੁਜ਼ਾਰੋ ਵੇ ਚਾਹੀਦੀ ਜੇ ਦੁਨੀਆ ਦੇ ਸਹਿ ਤਾਨੇ ਬਾਈ ਦੇ ਅਸਲ ਨਿਸ਼ਾਨੇ ਬੁਰਿਆਂ ਦਾ ਭਲਾ ਮਨਾਉਣਾ ਗੁੱਸਾ ਮਨ ਨਹੀਂ ਹਟਾਉਣਾ ਸਾਡੇ ਹਿਰਦੇ ਬਚਨ ਨਿਦਾਰੋ ਵੇ ਚਾਹੀਦੀ ਜੇ ਦਾਤ ਪੁੱਤ ਦੀ ਬਾਬਾ ਮੁੰਡਾ ਜੀ ਨੂੰ ਹਰ ਜਗੋ ਜਾਰੋ ਵੇ ਚਾਹੀਦੀ ਜੇ ਰੋਕੋ ਸਰਸਾਰੀ ਛੱਲਾਂ ਲਾਵੋ ਨਾ ਦਿਲ ਤੇ ਗੱਲਾਂ ਕਰਦੇ ਜੋ ਕਾਜ ਨਾ ਸੋਹਣਾ ਉਹਨਾਂ ਵਰਗੇ ਕਿਉਂ ਹੋਣਾ ਗੁੱਸੇ ਕੇ ਹਨ ਤੇਰੇ ਚੋਂ ਬਸਾਰੋ ਵੇ ਚਾਹੀਦੀ ਜੇ ਦਾਤ ਪੁੱਤ ਦੀ ਬਾਬਾ ਬੁੱਢਾ ਜੀ ਨੂੰ ਆਰੇ ਜੀ ਗੁਜ਼ਾਰੋ ਜੇ ਜੋ ਬ੍ਰਹਮ ਗਿਆਨੀ ਕਰਦੇ ਨੇ ਮਿਹਰਬਾਨੀ ਸਰਦਾ ਨਾਲ ਕਰ ਲੋ ਸੇਵਾ ਮਿਲ ਜੂਗਾ ਮਿੱਠਾ ਮੇਵਾ ਮਹਾਂ ਪੁਰਸ਼ਾਂ ਦੇ ਚਰਨ ਪਸਾਰੋ ਵੇ ਚਾਹੀਦੀ ਜੇ ਦਾਤ ਪੁੱਤ ਦੀ ਬਾਬਾ ਮੁੰਡਾ ਜੀ ਨੂੰ ਹਰ ਜਗ ਜਾਰੋ ਵੇ ਚਾਹੀਦੀ ਜੇ ਬਾਬਾ ਬੁੱਢਾ ਜੀ ਵਰਗੇ ਸਾਧੂ ਸਗਲ ਅੱਖਾਂ ਤਰਗੇ ਬਾਣੀ ਜਗਦੀ ਭਗਤਾਉਂਦੇ ਪਿਆਰਿਆਂ ਦੀ ਜੁਗ ਲਕਾਉਂਦੇ ਐਸੇ ਸਾਧੂਆਂ ਨੂੰ ਸਾਰਾ ਸਤਿਕਾਰੋ ਵੇ ਚਾਹੀਦੀ ਜੇ ਦਾਤ ਪੁੱਤ ਦੀ ਬਾਬਾ ਬੁੱਢਾ ਜੀ ਨੂੰ ਹਰ ਜਗ ਜਾਰੋ ਵੇ ਚਾਹੀਦੀ ਜੇ ਰੋਕੋ ਸੰਸਾਰੀ ਸੱਲਾਂ ਲਾਵੋ ਨਾ ਦਿਲ ਤੇ ਗੱਲਾਂ ਕਰਦੇ ਜੋ ਕਾਜ ਨਾ ਸੋਹਣਾ ਉਹਨਾਂ ਵਰਗੇ ਕਿ ਹੋਣਾ ਤੁਸੀਂ ਨਾਮ ਵਾਲੀ ਮਹਿਕ ਖਿਲਾਰੋ ਚਾਹੀਦੀ ਹੈ ਦਾਤ ਪੁੱਤ ਦੀ ਬਾਬਾ ਬੁੱਢਾ ਜੀ ਨੂੰ ਅਰਜ ਗੁਜ਼ਾਰੋ ਕਹਿੰਦੇ ਗੰਗਾ ਜੀ ਉਹਨਾਂ ਵਰਗੇ ਆਪਾਂ ਕਿਉਂ ਹੋਣਾ ਹੈ? ਤੁਸੀਂ ਸਤਿਗੁਰ ਤੇ ਕਰੋ ਭਰੋਸਾ ਕਰ ਲਓ ਤੇ ਕਾਹਦਾ ਰੋਸਾ ਉਹ ਵੀ ਤਾਂ ਆਪਣੇ ਹੀ ਨੇ ਕਹਿੰਦੇ ਮਹਾਰਾਜ ਕੋਈ ਰੋਸਾ ਨਹੀਂ ਪਰ ਮੈਨੂੰ ਪੁੱਤ ਦੀ ਦਾਤ ਚਾਹੀਦੀ ਹੈ ਕਹਿੰਦੇ ਵੀ ਫਿਰ ਬਾਬਾ ਬੁੱਢਾ ਜੀ ਕੋਲੇ ਜਾਓ ਉਹਨਾਂ ਨੂੰ ਬੇਨਤੀ ਕਰੋ ਜੇ ਬ੍ਰਹਮ ਗਿਆਨੀ ਖੁਸ਼ ਹੋਗੇ ਨਾ ਤੁਹਾਨੂੰ ਦਾਤ ਬਖਸ਼ ਦੇਣਗੇ ਕਹਿੰਦੇ ਜੀ ਕਿਵੇਂ ਜਾਵਾਂ ਕਹਿੰਦੇ ਵੀ ਪ੍ਰਸਾਦਾ ਲੈ ਕੇ ਜਾਓ ਪ੍ਰਸਾਦਾ ਛਕਾਇਓ ਫਿਰ ਉਹ ਖੁਸ਼ ਹੋਣਗੇ ਫਿਰ ਤੁਹਾਨੂੰ ਜੋ ਮੰਗੋ ਮਿਲ ਜੂਗਾ ਹੁਣ ਮਾਤਾ ਗੰਗਾ ਜੀ ਨੇ ਕੀ ਕਰਿਆ ਨਾ 36 ਪਕਵਾਨ ਤਿਆਰ ਕਰ ਲਏ ਮਠਿਆਈਆਂ ਤਿਆਰ ਕਰ ਲੀਆਂ ਸਬਜ਼ੀਆਂ ਬਹੁਤ ਵਧੀਆ ਤਿਆਰ ਕਰ ਲੀਆਂ ਨਾਲ ਅਮੀਰ ਘਰਾਂ ਦੀਆਂ ਔਰਤਾਂ ਲੈ ਲੀਆਂ ਗੋਲੀਆਂ ਬੰਦੀਆਂ ਲੈ ਲੀਆਂ ਕਿਉਂਕਿ ਕੁਦਰਤੀ ਗੱਲ ਹੈ ਇਹ ਜਿਹੜੇ ਅਮੀਰ ਘਰਾਂ ਦੇ ਬੰਦੇ ਹੁੰਦੇ ਨੇ ਨਾ ਆਪਾਂ ਅੱਜ ਵੀ ਦੇਖਦੇ ਆ ਕਿਸੇ ਵੀ ਸੰਤ ਕੋਲੇ ਜਾਈਏ ਸਾਧੂ ਕੋਲੇ ਜਾਈਏ ਅਮੀਰ ਘਰਾਂ ਦੇ ਬੰਦੇ ਹਮੇਸ਼ਾ ਨੇੜੇ ਹੋਣਗੇ ਕਿਉਂ ਜੱਗਦੇ ਨਹੀਂ ਹੁੰਦੇ ਨੇੜੇ ਜਾਣੋ ਗਰੀਬ ਸੰਤ ਤੋਂ ਵੀ ਡਰਦਾ ਹੁੰਦਾ ਹੈ ਕਿਸੇ ਅਫਸਰ ਤੋਂ ਵੀ ਡਰਦਾ ਹੁੰਦਾ ਹੈ ਅਮੀਰ ਘਰ ਜਾ ਕੇ ਸਿੱਧੀ ਗੱਲ ਕਰਦਾ ਹੈ ਇਵੇਂ ਜਿਵੇਂ ਜਿਹੜੇ ਅਮੀਰ ਘਰਾਂ ਦੀਆਂ ਚੌਧਰਾਣੀਆਂ ਦੀਆਂ ਉਹ ਮਾਤਾ ਗੰਗਾ ਜੀ ਦੇ ਨੇੜੇ ਵੀ ਸੀਗੀਆਂ ਹੁਣ ਉਹਨਾਂ ਨੇ ਪ੍ਰਸਾਦੇ ਕਰ ਲਏ ਤਿਆਰ ਸੱਤੀ ਪਕਵਾਨ ਕਰ ਲਏ ਤਿਆਰ ਰਥਾਂ ਦੇ ਵਿੱਚ ਹੋ ਕੇ ਸਵਾਰ ਚੱਲ ਪਏ ਬਾਬਾ ਬੁੱਢਾ ਜੀ ਦੀ ਬੀੜ ਵੱਲ ਨੂੰ ਝਵਾਲ ਵੱਲ ਨੂੰ ਜਿੱਥੇ ਖੇਤੀਬਾੜੀ ਦਾ ਕੰਮ ਕਰਦੇ ਨੇ ਬਾਬਾ ਜੀ ਹੁਣ ਜਦੋਂ ਰਾਤ ਗਏ ਨਾ ਉੱਥੇ ਹੁਣ ਘੋੜਿਆਂ ਨੂੰ ਦੇਖ ਕੇ ਜਿਹੜੇ ਪਸ਼ੂ ਮੱਝਾਂ ਗਾਈਆਂ ਚਰਦੀਆਂ ਹੁੰਦੀਆਂ ਨੇ ਤਾਂ ਆਪਾਂ ਜਾਣਦੇ ਆ ਵੀ ਉਹੀ ਡਰਦੀਆਂ ਨੇ ਹੁਣ ਜਦੋਂ ਰਥਾਂ ਦੀ ਪਈ ਗੂੰਜ ਘੱਟਾ ਚੜਿਆ ਅਸਮਾਨੀ ਤਾਂ ਜਿਹੜੇ ਚੱਲ ਰਹੇ ਤੇ ਡੰਗਰ ਉਹ ਭੱਜ ਗਏ ਤਾਂ ਬਾਬਾ ਬੁੱਢਾ ਜੀ ਕਹਿੰਦੇ ਵੀ ਇਹ ਕੌਣ ਆ ਰਿਹਾ ਜਿਹਨੇ ਸਾਡੇ ਪਸ਼ੂਆਂ ਦੀ ਬਿਰਤੀ ਹਿਲਾਤੀ ਘਾਟ ਕਰਦੇ ਪਸ਼ੂ ਡਰਾਤੇ ਭਜਾਤੇ ਕਹਿੰਦੇ ਜੀ ਗੁਰੂ ਕੇ ਮਹਿਲ ਆ ਰਹੇ ਨੇ ਸਹਿਜ ਸਵਾਏ ਬਚਨ ਨਿਕਲ ਗਿਆ ਕਹਿੰਦੇ ਵੀ ਗੁਰੂ ਕੇ ਨੂੰ ਕਿੱਧਰ ਨੂੰ ਭੱਜਣਾ ਪੈ ਗਈਆਂ ਆਹਾ ਲੈਣ ਗਏ ਨੇ ਬਾਹਰ ਮਿਲ ਗਿਆ ਸਰਾਪ ਜਦੋਂ ਗਏ ਨਾ ਮਾਤਾ ਗੰਗਾ ਜੀ ਇੱਕ ਬਾਬਾ ਬੁੱਢਾ ਜੀ ਦਾ ਹੋਰ ਅਸੂਲ ਸੀ ਕੰਮ ਦਾ ਕਰਦੇ ਸੀ ਝਮਾਲ ਖੇਤੀਬਾੜੀ ਦਾ ਪਰ ਪ੍ਰਸਾਦਾ ਉਦੋਂ ਸਕਦੇ ਸੀ ਜਦੋਂ ਗੁਰੂ ਰਾਮਦਾਸ ਦੇ ਲੰਗਰ ਚੋਂ ਪ੍ਰਸਾਦਾ ਜਾਂਦਾ ਪ੍ਰਸਾਦਾ ਇੱਥੋਂ ਲੰਗਰ ਚੋਂ ਜਾਂਦਾ ਸੀ ਉਹਨਾਂ ਤੋਂ ਹੁਣ ਜਦੋਂ ਮਾਤਾ ਜੀ ਨੇ ਰੱਖੇ ਨਾ ਸੱਤੀ ਪਦਾਰਥ ਅੱਗੇ ਜਾ ਕੇ ਕਹਿੰਦੇ ਮਾਤਾ ਜੀ ਸਾਨੂੰ ਤਾਂ ਭੁੱਖੇ ਨਹੀਂ ਅਸੀਂ ਤਾਂ ਰੁੱਖੀ ਵੀ ਸੀ ਖਾਣ ਵਾਲੇ ਆ ਅਸੀਂ ਤਾਂ ਮਠਿਆਈਆਂ ਖਾਣ ਵਾਲੇ ਨਹੀਂ ਮਾਤਾ ਸਾਡੀ ਤਾਂ ਭੁੱਖ ਮਰ ਗਈ ਸਾਨੂੰ ਭੁੱਖ ਦੀ ਲੋੜ ਨਹੀਂ ਤਾਂ ਜਦੋਂ ਸੰਗਤ ਨੇ ਦੱਸਿਆ ਨਾ ਵੀ ਇਹਨਾਂ ਨੇ ਬਾਦਲ ਕਰਤਾ ਵੀ ਤੁਹਾਨੂੰ ਕਿੱਧਰ ਨੂੰ ਭਾਜਣਾ ਪੈ ਗਈਆਂ ਮਾਤਾ ਜੀ ਉਦਾਸ ਹੋ ਕੇ ਮੁੜਿਆ ਆ ਕੇ ਗੁਰੂ ਜੀ ਕੋਲੇ ਫੇਰ ਆ ਗਏ ਕਹਿੰਦੇ ਹਾਂ ਗੰਗਾ ਜੀ ਗਏ ਸੀ ਕਹਿੰਦੇ ਮਹਾਰਾਜ ਗਏ ਸੀ
ਪਰ ਗੱਲ ਉਲਟ ਹੋ ਗਈ। ਉਹਦਾ ਸਰਾਪ ਦੇ ਬੈਠੇ ਕਹਿੰਦੇ ਵੀ ਗੁਰੂ ਪਿਆਰ ਨੂੰ ਕਿੱਧਰ ਨੂੰ ਭਾਜਣਾ ਪੈ ਗਈਆਂ। ਕਹਿੰਦੇ ਵੀ ਗਏ ਕਿਵੇਂ ਸੀ? ਕਹਿੰਦੇ ਜੀ ਸੱਚੀ ਪਕਵਾਨ ਲੈ ਕੇ ਰਥਾਂ ਦੇ ਵਿੱਚ ਲੈ ਕੇ ਦਾਸੀਆਂ ਨਾਲ, ਉਹ ਕਹਿੰਦੇ ਜਾਣਾ ਹੋਵੇ ਕੁਛ ਲੈਣ ਤਾਂ ਜਾਓ ਤੁਸੀਂ ਰਾਜਿਆਂ ਵਾਂਗ। ਇੱਕ ਗੱਲ ਥੋੜ੍ਹਾ ਬਣਦੀ ਹੈ, ਤੁਸੀਂ ਮੰਗਦੇ ਬਣ ਕੇ ਜਾਓ, ਮੰਗਦੇ ਬਣ ਕੇ ਜੇ ਕੁਛ ਲੈਣਾ ਹੈ। ਕਹਿੰਦੇ ਜੀ ਫਿਰ ਕਿਵੇਂ ਜਾਵਾਂ? ਕਹਿੰਦੇ ਵੀ ਆਪਣੇ ਹੱਥੀਂ ਆਟਾ ਗੁੰਨ ਕੇ ਪ੍ਰਸਾਦਾ ਤਿਆਰ ਕਰੋ, ਮਿੱਸੀਆਂ ਰੋਟੀਆਂ, ਦੁੱਧ ਰਿੜ ਕੇ ਲੱਸੀ ਕੱਢੋ, ਮੱਖਣ ਕੱਢੋ, ਪਿਆਜ਼ ਲੈ ਕੇ ਨਾਲ ਨੰਗੇ ਪੈਰੀ ਸਿਰ ਤੇ ਰੋਟੀਆਂ ਰੱਖ ਕੇ ਲੱਸੀ ਦੀ ਵਾਧੀ ਲੈ ਕੇ ਫੇਰ ਜਾਓ। ਕਹਿੰਦੇ 7 ਵਜੇ ਜੀ ਤਾਂ ਮਾਤਾ ਜੀ ਨੇ ਔਕਣ ਕਰਿਆ, ਕਿਸੇ ਨੂੰ ਨਹੀਂ ਨਾਲ ਲਿਆ। ਲੈ ਕੇ ਨਾ ਪ੍ਰਸਾਦੇ ਮਿੱਸੇ ਪਕਾ ਕੇ, ਗੰਢਾ ਨਾਲ ਲੈ ਕੇ, ਮੱਖਣ ਨਾਲ ਲੈ ਕੇ, ਲੱਸੀ ਦੀ ਧਰ ਕੇ ਸਿਰ ਤੇ ਬੰਨ੍ਹਣੀ, ਪੋਣੇ ਦੇ ਵਿੱਚ ਬੰਨ੍ਹ ਕੇ ਰੋਟੀਆਂ। ਹੁਣ ਤਾਂ ਹੋਰ ਕੱਪੜੇ ਆ ਗਏ ਨਾ, ਪਹਿਲਾਂ ਇੱਕ ਖੱਦਰ ਦਾ ਪੋਣਾ ਹੁੰਦਾ ਸੀ, ਜਿਹਦੇ ਨਾਲ ਜਿਹੜਾ ਅਨਾਜ ਆ ਉਹ ਸਹੀ ਰਹਿੰਦਾ ਸੀ, ਉਹਦੇ ਵਿੱਚ ਦੀ ਹਵਾ ਲੰਘਦੀ ਰਹਿੰਦੀ ਸੀ। ਆ ਹੁਣ ਜਿਹੜੇ ਚਾਂਦੀ ਦੇ ਵਰਕੇ ਦੇ ਆ ਗਏ, ਉਹ ਤਾਂ ਜਿਹੜਾ ਬਿਮਾਰੀ ਲਾਉਂਦੇ ਨੇ ਨਾਲ ਨੂੰ। ਉਹ ਜਦੋਂ ਗਏ ਨਾ ਮਾਤਾ ਗੰਗਾ ਜੀ ਤਾਂ ਬਾਬਾ ਜੀ ਨੇ ਦੂਰੋਂ ਦੇਖਿਆ, ਭੱਜ ਕੇ ਆਏ। ਕਹਿੰਦਾ ਵੀ ਮਾਤਾ ਨੂੰ ਪਤਾ ਹੁੰਦਾ ਵੀ ਮੇਰੇ ਪੁੱਤਰ ਨੂੰ ਭੁੱਖ ਲੱਗੀ ਹੈ। ਮਾਤਾ ਬੜੀ ਭੁੱਖ ਲੱਗੀ ਹੈ ਮੈਨੂੰ, ਵੀ ਸਿਰ ਤੋਂ ਲੱਸੀ ਦੀ ਬੰਨ੍ਹਣੀ ਲਾ ਲਈ ਥੱਲੇ ਲਾ ਕੇ ਜਦੋਂ ਪੌਣਾ ਤੱਕਿਆ ਨਾ ਰੋਟੀਆਂ ਵਾਲਾ ਗੱਠ ਖੋਲ੍ਹਣ ਲੱਗੇ। ਕਹਿੰਦੇ ਮਾਤਾ ਜੀ ਖਜ਼ਾਨੇ ਦਾ ਗੁਰੂ ਨੇ, ਪਰ ਗੱਠੇ ਵਿੱਚੋਂ ਖਲਾਉਂਦੇ ਨੇ। ਜਦ ਪ੍ਰਸਾਦਾ ਛਕਣ ਨੂੰ ਪੌਣੇ ਦੀ ਰੋਟੀ ਦੇ ਗੱਠ ਖੋਲ੍ਹਣ ਲੱਗੇ ਨਾ, ਕਹਿੰਦੇ ਵੀ ਗੱਠੇ ਵਿੱਚੋਂ ਖਲਾਉਂਦੇ ਨੇ, ਖਜ਼ਾਨੇ ਤਾਂ ਉਹਨਾਂ ਦੇ ਹੀ ਨੇ। ਕਹਿੰਦੇ ਵੀ ਇਹਦਾ ਇੱਕ ਸੂਰਜ ਦੀਵੇ ਨੂੰ ਵਡਿਆਈ ਦਿੰਦਾ। ਤਾਂ ਫਿਰ ਜਦੋਂ ਪ੍ਰਸਾਦਾ ਛਕਣ ਲੱਗੇ ਨਾ, ਫਿਰ ਨਾਲੇ ਦਾ ਇੱਕ ਗੱਠਾ ਲੈ ਲਿਆ। ਜਦੋਂ ਆਪਾਂ ਵੀ ਮੱਕੀਆਂ ਨਾਮੇ ਗੁਰਦੇ ਸੀ ਨਾ, ਆਪਣਾ ਵੀ ਪ੍ਰਸਾਦਾ ਜਾਂਦਾ ਸੀ। ਆਪਾਂ ਪਿਆਜ਼ ਨੂੰ, ਗੰਢੇ ਨੂੰ ਗੋਡੇ ਤੇ ਰੱਖ ਕੇ ਮੁੱਕੀ ਮਾਰ ਕੇ ਭੰਨ ਕੇ ਫੇਰ ਖਾਂਦੇ ਸੀ। ਉਹ ਆਨੰਦੇ ਹੋਰ ਸੀ। ਜਿਹੜਾ ਅੱਜ ਕਰਦਾ ਨਾ ਚੀਰਦੇ ਆ ਨਾ ਸਲਾਦ, ਇਹਨਾਂ ਨਾਲੋਂ ਜਿਹੜਾ ਮੁੱਕੀ ਮਾਰ ਕੇ ਭੰਨਿਆ ਹੋਇਆ ਗੱਠਾ ਖਾਂਦੇ ਸੀ ਨਾ ਖੇਤਾਂ ਦੇ ਵਿੱਚ, ਉਹ ਆਨੰਦੇ ਹੋਰ ਸੀ। ਉਹ ਗੰਢਾ ਭੰਨ ਕੇ ਕਹਿੰਦੇ ਮਾਤਾ ਜੀ ਐਸਾ ਦਾਤ ਪੈਦਾ ਹੋਊਗਾ, ਜਿਵੇਂ ਆ ਗੰਢਾ ਭੰਨਿਆ ਨਾ ਮੈਂ, ਜ਼ਾਲਮਾਂ ਦੇ ਸਿਰ ਇਉਂ ਭੰਨੂਗਾ। ਐਸਾ ਵੱਡਾ ਵਰ ਦੇਤਾ। ਕਹਿੰਦਾ ਵੀ ਵੱਡਾ ਚੋਦਾ ਸੂਰਮਾ ਪਰਉਪਕਾਰੀ ਹੋਊਗਾ। ਨਾਲ ਦਾ ਪ੍ਰਸਾਦਾ ਛਕੀ ਜਾਂਦੇ ਨੇ, ਬਈ ਨਾਲੇ ਮਾਤਾ ਨੂੰ ਵਰ ਦਿੰਦੇ ਨੇ। ਕਹਿੰਦਾ ਮਾਤਾ ਤੇਰੀ ਗੋਦ ਚ ਖੇਡੂ ਚੋਦਾ ਪਰਉਪਕਾਰੀ। ਲਿਆ ਮਾਤਾ ਜੀ ਭੋਜਨ ਛੇਤੀ, ਭੁੱਖ ਲੱਗੀ ਹੈ ਬਾੜੀ, ਬੱਚਿਆਂ ਵਾਂਗ
ਦੀ ਗੱਦੀ ਹੁਣ ਆਪਣਾ ਰੰਗ ਬਟਾਊ, ਭਗਤੀ ਵਿਚਲੀ ਸਕਤੀ ਹੁਣ ਇਹ ਦੁਨੀਆ ਨੂੰ ਦਿਖਲਾਊ। ਸੂਰਜ ਦੀਵੇ ਨੂੰ ਸੂਰਜ ਵਡਿਆਵੇ, ਜਗ ਤੇ ਰੀਤ ਨਿਆਰੀ, ਮਾਤਾ ਤੇਰੀ ਗੋਦ 'ਚ ਖੇਡੂ, ਜੋਧਾ ਪਗ ਪੁਕਾਰੀ। ਕਹਿੰਦੇ ਮਾਤਾ ਜੀ ਹੁਣ ਜਿਹੜੀ ਗੁਰੂ ਨਾਨਕ ਦੀ ਭਗਤੀ ਦੇ ਵਿੱਚ ਸ਼ਕਤੀ ਆ ਨਾ, ਉਹ ਹੁਣ ਦੁਨੀਆ ਦੇ ਸਾਹਮਣੇ ਆਊਗੀ। ਹੁਣ ਤੱਕ ਤਾਂ ਭਗਤੀ ਹੈਗੀ ਆ ਨਾ, ਗੁਰੂ ਅਰਜਨ ਦੇਵ ਜੀ ਤੱਕ ਭਗਤੀ ਦੀ ਗੱਲ ਹੋਈ ਹੈ। ਹੁਣ ਜਿਹੜੀ ਭਗਤੀ ਦੇ ਵਿੱਚ ਸ਼ਕਤੀ ਆ ਨਾ, ਹੁਣ ਉਹ ਦੁਨੀਆ ਦੇ ਸਾਹਮਣੇ ਪ੍ਰਗਟ ਹੋਊਗੀ। ਪਰ ਮਾਤਾ ਜੀ ਇੱਕ ਸੂਰਜ ਦੀਵੇ ਨੂੰ ਵਡਿਆਈ ਦੇਵੇ, ਇੱਕ ਗੁਰੂ ਮੈਨੂੰ ਵਡਿਆਈ ਦਿੰਦਾ, ਇਹਦਾ ਜਗ ਤੋਂ ਰੀਤ ਨਿਆਰੀ ਹੈ, ਉਹਨਾਂ ਦੀਆਂ ਉਹੀ ਜਾਣਦੇ ਨੇ। ਤੈਨੂੰ ਤੇਰੀ ਗੋਦ ਦੇ ਵਿੱਚ ਐਸਾ ਜੋਧਾ ਪੈਦਾ ਹੋਊਗਾ ਨਾ, ਜਿਹੜਾ ਜ਼ਾਲਮਾਂ ਦੇ ਸਿਰ ਭੰਨੂਗਾ। ਹੁਣ ਮਾਤਾ ਜੋ ਚਾਹੁੰਦੀ ਸੀ ਉਹ ਮਿਲ ਗਿਆ। ਬੜੀ ਖੁਸ਼ੀ ਘਰ ਨੂੰ ਆਏ, ਆਗੇ ਸਤਿਗੁਰਾਂ ਨੂੰ ਦੱਸਿਆ ਵੀ ਬਾਬਾ ਜੀ ਨੇ ਆਹ ਵਚਨ ਕਰਤੇ ਵੀ ਬੰਦ ਜੋਧਾ ਉਹ ਪਰਉਪਕਾਰੀ ਜਨਮ ਲਊਗਾ ਤੇਰੀ ਕੁੱਖੋਂ। ਮਾਤਾ ਜੀ ਕਹਿੰਦੇ ਵੀ ਪਹਿਲਾਂ ਕੀ ਕਰੇ ਸੀ? ਕਹਿੰਦੇ ਪਹਿਲਾਂ ਭਾਜੜਾਂ ਦੀ ਗੱਲ ਕਰੀ ਸੀ। ਕਹਿੰਦੇ ਗੰਗਾ ਜੀ ਦੋਏ ਗੱਲਾਂ ਹੋ ਕੇ ਰਹਿਣਗੀਆਂ। ਜਿਹੜਾ ਸਾਧੂ ਦਾ ਵਚਨ ਆ ਨਾ, ਥੰਮ ਜਿੰਨੀ ਸਮਾਨ ਦਾ ਸਾਧੂ ਕਮਾਉਂਦੇ, ਖਾਤਰ ਆਪਣੇ ਪਿਆਰਿਆਂ ਦੇ ਜੁਗ ਪਲਟਾਉਂਦੇ। ਹਰੇ ਗੰਢ ਵਿੱਚ ਬੰਜਰਾ ਭੁੱਜੇ ਹੋਏ ਦਾਣੇ, ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਣੇ। ਕਹਿੰਦੇ ਵੀ ਬਿਰਥੇ ਨਹੀਂ ਜਾਂਦੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਦੇ ਬੋਲੇ ਹੋਏ ਵਚਨ। ਇਹ ਹੁਣ ਭਾਜੜਾਂ ਵੀ ਪੈ ਕੇ ਰਹਿਣਗੀਆਂ। ਫਿਰ ਆਪਾਂ ਜਾਣਦੇ ਹਾਂ ਵੀ ਫਿਰ 6ਵੇਂ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ ਗੁਰੂ ਨਾਨਕ ਦੀ ਗੱਦੀ ਨੂੰ ਭਾਜੜਾਂ ਪਈਆਂ ਹੀ ਰਹੀਆਂ ਨੇ। ਫਿਰ ਟੇਕਦਾ ਆਈਏ ਨਹੀਂ ਨਾ। ਕਹਿੰਦੇ ਪਰ ਦੂਜਾ ਵਚਨ ਵੀ ਸਿੱਧ ਹੋਊਗਾ, ਜੋਧਾ ਵੀ ਹੋਊਗਾ, ਪਰਉਪਕਾਰੀ ਜੋਧਾ, ਦਲਾਂ ਨੂੰ ਭੰਜਣ ਵਾਲਾ ਸੂਰਮਾ ਵੀ ਪੈਦਾ ਹੋਊਗਾ। ਵੀ ਦੋਨੇ ਵਚਨ ਨੇ ਜਿਹੜੇ ਬਾਬਾ ਜੀ ਦੇ ਸਿੱਧ ਹੋਣਗੇ। ਲਓ ਹੁਣ ਨਾਲ ਲੱਗਦੀ ਹੈ ਕਵਿਤਾ ਸੁਣੋ। ਕਹਿੰਦੇ ਵੀ ਦੋਏ ਗੱਲਾਂ ਨੇ ਜਿਹੜੀਆਂ ਉਹ ਦੋਏ ਹੋਣਗੀਆਂ, ਭਾਜੜਾਂ ਵੀ ਪੈਣਗੀਆਂ। ਵੀ ਜਿਵੇਂ ਆਪਾਂ ਨੇ ਦੇਖਿਆ ਨਾ ਵੀ ਬਾਗੋਂ ਜਾਗੋ ਬੰਸੀਆਂ ਦੇਖਾਂਗੇ ਨੈਣੀ, ਭਾਜੜ ਪਈ ਜੋ ਆਖਿਆ ਉਹ ਹੋ ਕੇ ਰਹਿਣੀ। ਜਿਵੇਂ ਕ੍ਰਿਸ਼ਨ ਭਗਵਾਨ ਦੇ ਬੇਟੇ ਨੂੰ ਦਰਬਾਰ ਸਾਹਿਬ ਜੀ ਨੇ ਸਰਾਪ ਦਿੱਤਾ ਸੀ ਨਾ ਵੀ ਇਹਦੇ ਉਹ ਪੈਦਾ ਹੋਊਗਾ ਜਿਹੜੇ ਤੁਹਾਡੇ ਜ਼ਾਲਮਾਂ ਦੀ ਕੁਲ ਦਾ ਨਾਸ਼ ਕਰੂਗਾ। ਆਪਾਂ ਦੇਖ ਚੁੱਕੇ ਆ ਨਾ, ਫੱਕਰ ਦੇ ਵਚਨ ਦੇਖ ਚੁੱਕੇ ਆ ਆਪਾਂ ਪਹਿਲਾਂ ਵੀ ਬਾਗੋ ਜਾਗੋ ਬੰਸੀਆਂ ਦੇਖਾਂਗੇ ਨੈਣੀ, ਵੀ ਆਪਾਂ ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਂਦੇ। ਹੁਣ ਇੱਥੇ ਜਿਵੇਂ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਕਹਿ ਰਹੇ ਨੇ ਵੀ ਗੱਲਾਂ ਦੋਏ ਹੋਣਗੀਆਂ, ਭਾਜੜਾਂ ਵੀ ਪੈਣਗੀਆਂ ਤੇ ਜੋਧਾ ਵੀ ਪੈਦਾ ਹੋਊਗਾ। ਉਹ ਵੇਲੇ ਦੀ ਕਵਿਤਾ ਸੁਣੋ ਵੀ ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਂਦੇ। ਗੰਗਾ ਜੀ ਨੂੰ ਪੰਜਵੇਂ ਸਤਿਗੁਰ ਫਰਮਾਉਂਦੇ, ਬੁੱਢਾ ਜੀ ਦੇ ਵਚਨ ਤੇ ਹੈ ਮੋਹਰ ਲਗਾਉਂਦੇ। ਬੁੱਢਾ ਜੀ ਦੇ ਵਚਨ ਤੇ ਹੈ ਮੋਹਰ ਲਗਾਉਂਦੇ। ਉਹ ਸਹਿਜ ਸੁਭਾਏ ਬੋਲ ਪਏ ਜੋ ਰੱਬ ਦੇ ਬਾਣੇ, ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਣੇ। ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਣੇ। ਗੁਰੂ ਨਾਨਕ ਦੇ ਹੋਣਾ ਨੂੰ ਬਖਸ਼ੀ ਵਡਿਆਈ, ਤਾਂ ਹੀ ਬ੍ਰਹਮ ਗਿਆਨ ਦੀ ਹੈ ਮੰਜ਼ਿਲ ਪਾਈ। ਤਾਂ ਹੀ ਬ੍ਰਹਮ ਗਿਆਨ ਦੀ ਹੈ ਮੰਜ਼ਿਲ ਪਾਈ। ਉਹ ਇੱਕ ਜੋਤ ਹੋਏ ਬ੍ਰਹਮ ਦੀ ਕੋਈ ਕਿਵੇਂ ਪਛਾਣੇ। ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਣੇ। ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਣੇ। ਹੋਵੇ ਪੂਰਨ ਸੰਤ ਦਾ ਇੱਕ ਤੇ ਪਰਵਾਸਾ, ਹੁੰਦਾ ਪੁਰਖੀ ਅਕਾਲ ਦਾ ਰਸਨਾ ਤੇ ਵਾਸਾ। ਹੁੰਦਾ ਪੁਰਖੀ ਅਕਾਲ ਦਾ ਰਸਨਾ ਤੇ ਵਾਸਾ। ਹਰ ਪਲ ਅੰਮ੍ਰਿਤ ਨਾਮ ਦਾ ਰਸ ਰਸਨਾ ਮਾਣੇ। ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਣੇ। ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਣੇ। ਸਮਝੀ ਅਸਮਾਨ ਦੇ ਸਾਧੂ ਅਖਵਾਉਂਦੇ, ਖਾਤਰ ਆਪਣੇ ਪਿਆਰਿਆਂ ਹੈ ਜੁਗ ਪਲਟਾਉਂਦੇ। ਖਾਤਰ ਆਪਣੇ ਪਿਆਰਿਆਂ ਹੈ ਜੁਗ ਪਲਟਾਉਂਦੇ। ਉਹ ਡੂੰਗੀ ਰਮਜ ਫਕੀਰ ਦੀ ਕੋਈ ਵਿਰਲਾ ਜਾਣੇ। ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਣੇ। ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ
ਫਕੀਰ ਦੇ ਬਿਰਥੇ ਨਹੀਂ ਜਾਣੇ। ਚੰਗਾ ਧਨ ਜੋ ਬਖਸ਼ਿਆ ਪੁੱਤਰ ਅਵਤਾਰੀ, ਤਲ ਪੰਜਨ ਹਉ ਸੂਰਮਾ ਜੋਧ ਪਾਰਿ ਉਪਕਾਰੀ, ਤਲ ਪੰਜਨ ਹਉ ਸੂਰਮਾ ਜੋਧ ਪਾਰਿ ਉਪਕਾਰੀ। ਓ ਲਿਆ ਦੂ ਜੋ ਹੰਕਾਰੀਆਂ ਦੇ ਹੋਸ ਟਿਕਾਣੇ, ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਣੇ, ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਣੇ। ਮਾਨਿ ਤਖਤ ਅਕਾਲ ਦਾ ਚਲਵਾਉ ਝੰਡੇ, ਜ਼ੁਲਮ ਰਾਜ ਤੇ ਖੜਕਣੇ ਜਾਦੇ ਇਸ ਦੇ ਖੰਡੇ, ਜ਼ੁਲਮ ਰਾਜ ਤੇ ਖੜਕਣੇ ਜਾਦੇ ਇਸ ਦੇ ਖੰਡੇ। ਓ ਤੋਬਾ ਤੋਬਾ ਕਰਨਗੇ, ਓ ਤੋਬਾ ਤੋਬਾ ਕਰਨਗੇ ਜਾਲਣ ਜਰਮਾਣੇ, ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਣੇ, ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਣੇ। ਰੁਤਬਾ ਜੇ ਜਗਦੀਪ ਨੂੰ ਉੱਚਾ ਕੋਈ ਪਾਉਣਾ, ਮਰੀ ਪਰੀ ਤੇ ਸਿੱਖ ਲੈ ਚਰਣਾ ਤੇ ਨਿਆਉਣਾ, ਮਰੀ ਪਰੀ ਤੇ ਸਿੱਖ ਲੈ ਚਰਣਾ ਤੇ ਨਿਆਉਣਾ। ਓ ਵਡਿਆਈ ਗੁਰੂ ਹੈ ਬਖਸ਼ਦਾ ਸਿੱਖ ਹੋਣ ਨਿਮਾਣੇ, ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਣੇ, ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਣੇ। ਬੋਲੇ ਵਚਨ ਫਕੀਰ ਦੇ ਬਿਰਥੇ ਨਹੀਂ ਜਾਣੇ। ਕਹਿੰਦੇ ਗੰਗਾ ਜੀ ਬਾਬਾ ਬੁੱਢਾ ਜੀ ਦੇ ਜੋ ਵਚਨ ਨੇ ਨਾ ਉਹ ਖਾਲੀ ਨਹੀਂ ਜਾਂਦੇ, ਉਹ ਭਾਜੜਾਂ ਵੀ ਪੈਣਗੀਆਂ ਤੇ ਜੋਧਾ ਵੀ ਪੈਦਾ ਹੋਊਗਾ। ਸਮਾਂ ਲੰਘਦਾ ਗਿਆ, ਸਮਾਂ ਆਪਣੀ ਚਾਲ ਚੱਲਦਾ ਗਿਆ, ਫਿਰ ਜਿਹੜਾ ਅੱਜ ਦਾ ਦਿਨ ਹੈ ਨਾ, ਜਿਹੜਾ ਅੱਜ ਦਾ ਦਿਨ ਹੈ ਫਿਰ ਆ ਗਿਆ। ਫਿਰ ਸਾਹਿਬਾਂ ਦਾ ਹੋ ਗਿਆ ਅਵਤਾਰ, ਛੇਵੇਂ ਪਾਤਸ਼ਾਹ ਦਾ ਅਵਤਾਰ ਹੋ ਗਿਆ, ਮਾਤਾ ਗੰਗਾ ਜੀ ਦੀ ਕੁੱਖ ਨੂੰ ਲੱਗ ਕੇ ਭਾਗ। ਫਿਰ ਹੁਣ ਦੇਵਤਿਆਂ ਨੇ ਬਰਸਾਏ ਨੇ ਫੁੱਲ, ਪਰੀਆਂ ਗਾਉਂਦੀਆਂ ਨੇ ਮੰਗਲ, ਸੰਗਤਾਂ ਦੇ ਵਿੱਚ ਖੁਸ਼ੀਆਂ ਦਾ ਕੋਈ ਟਿਕਾਣਾ ਨਹੀਂ, ਕਿਉਂਕਿ ਗੱਦੀ ਦਾ ਵਾਰਸ ਆ ਗਿਆ। ਵਾਰਸ ਵੀ ਉਹ ਆ ਗਿਆ ਜਿਹਨੇ ਜੋਧਾ ਹੋਣਾ ਹੈ। ਆਹ ਨਹੀਂ ਵੀ ਇਕੱਲੀ ਭਗਤੀ ਨਾਲ ਸ਼ਕਤੀ ਵੀ ਲਿਆਉਣੀ ਹੈ। ਹੁਣ ਇੱਥੇ ਇੱਕ ਲੱਗਦੇ ਹੱਥੇ ਕਵਿਤਾ ਹੋਰ ਸੁਣੋ, ਫਿਰ ਆਪਾਂ ਆਨੰਦ ਜਿਹਾ ਲਵਾਂਗੇ। ਉਸ ਤੋਂ ਬਾਅਦ ਬਈ ਜਦੋਂ ਪੈਦਾ ਹੋਇਆ ਨਾ, ਅਵਤਾਰ ਹੋਇਆ ਛੇਵੇਂ ਪਾਤਸ਼ਾਹ ਦਾ, ਉਹਨੂੰ ਜਿਵੇਂ ਫਿਰ ਅਰਸਾਂ ਦੇ ਫੁੱਲ ਵਰਸਦੇ ਨਾ, ਜਿਵੇਂ ਪਰੀਆਂ ਮੰਗਲ ਗਾਉਂਦੀਆਂ ਨੇ, ਵੀ ਪਰੀਆਂ ਨੇ ਮੰਗਲ ਗਾਏ, ਅਰਸੋਂ ਵਰਸੇ ਫੁੱਲ ਪਰੀਆਂ ਮੰਗਲ ਗਾਏ। ਛੇਵੇਂ ਗੋਰੇ ਅਵਤਾਰ ਤਾਰਿਆ ਜਗਤੋਰੀ ਤਨ ਰਾਤੀ, ਸੁਰ ਨਰ ਮੁਨ ਜਨ ਮੰਗਲ ਗਾਉਂਦੇ ਧਨ ਧਨ ਹੋਈ ਬਡਾਲੀ, ਸੁਰ ਨਰ ਮੁਨ ਜਨ ਮੰਗਲ ਗਾਉਂਦੇ ਧਨ ਧਨ ਹੋਈ ਬਡਾਲੀ। ਓ ਪੂਜਣ ਜੋਗ ਹੋਈ ਮੈਂ ਤੋਂ ਸੁੱਤੇ ਬਾਗ ਜਗਾਏ, ਅੰਬਰੋਂ ਵਾਤੇ ਫੁੱਲ ਖੁਸ਼ੀ ਦੇ ਪਰੀਆਂ ਮੰਗਲ ਗਾਏ, ਅੰਬਰੋਂ ਵਾਤੇ ਫੁੱਲ ਖੁਸ਼ੀ ਦੇ ਪਰੀਆਂ ਮੰਗਲ ਗਾਏ। 1652 ਹਿੱਕੀ ਦਿਵਸ ਹਾੜ ਦੇ ਲੰਗੇ, ਚਾਨਣ ਪੱਗ ਇਕਾਦਸ਼ੀ ਵਾਲੇ ਦਿਨ ਖੁਸ਼ੀਆਂ ਵਿੱਚ ਰੰਗੇ, ਚਾਨਣ ਪੱਗ ਇਕਾਦਸ਼ੀ ਵਾਲੇ ਦਿਨ ਖੁਸ਼ੀਆਂ ਵਿੱਚ ਰੰਗੇ। ਛੋਟੀ ਚਮਤਕਾਰ ਵਿੱਚ ਲਿਖਿਆ ਐਤਵਾਰ ਦਿਨ ਆਏ, ਅੰਬਰੋਂ ਵਰਦੇ ਫੁੱਲ ਖੁਸ਼ੀ ਦੇ ਪਰੀਆਂ ਮੰਗਲ ਗਾਏ, ਅੰਬਰੋਂ ਵਰਦੇ ਫੁੱਲ ਖੁਸ਼ੀ ਦੇ ਪਰੀਆਂ ਮੰਗਲ ਗਾਏ। ਮਾਤਾ ਗੰਗਾ ਜੀ ਦੀ ਦਿਲ ਦੀ ਚਿਰਤੋਰੀ ਦੇ ਅਧੂਰੀ, ਸਮਾਂ ਆ ਗਿਆ ਸਤਿਗੁਰ ਜੀ ਨੇ ਕਰ ਦਿੱਤੀ ਹੈ ਪੂਰੀ, ਸਮਾਂ ਆ ਗਿਆ ਸਤਿਗੁਰ ਜੀ ਨੇ ਕਰ ਦਿੱਤੀ ਹੈ ਪੂਰੀ। ਓ ਮੁੰਦੀ ਗੰਢ ਪਵੇ ਸੰਸਾਰੇ ਪਾਣੀ ਵਿੱਚ ਫਰਮਾਏ, ਅੰਬਰੋਂ ਵਰਦੇ ਫੁੱਲ ਖੁਸ਼ੀ ਦੇ ਪਰੀਆਂ ਮੰਗਲ ਗਾਏ, ਅੰਬਰੋਂ ਵਰਦੇ ਫੁੱਲ ਖੁਸ਼ੀ ਦੇ ਪਰੀਆਂ ਮੰਗਲ ਗਾਏ। ਮਾਂ ਭਾਵੇਂ ਹੋਣ ਪਰੀਆਂ ਸੱਚ ਸਿਆਣੇ ਕਹਿੰਦੇ, ਅਸਲੀ ਮੁਲਕਾਂ ਬੱਚਿਆਂ ਦੇ ਨਾਲ ਵਿੱਚ ਜਗਤ ਦੇ ਪੈਂਦੇ, ਅਸਲੀ ਮੁਲਕਾਂ ਬੱਚਿਆਂ ਦੇ ਨਾਲ ਵਿੱਚ ਜਗਤ ਦੇ ਪੈਂਦੇ। ਦੁਖਾਂ ਲੱਗਦੇ ਪੈਨੇ ਪਰਦੇ ਚੀਰ ਹਟਾਏ, ਅੰਬਰੋਂ ਵਰਦੇ ਫੁੱਲ ਖੁਸ਼ੀ ਦੇ ਪਰੀਆਂ ਮੰਗਲ ਗਾਏ, ਅੰਬਰੋਂ ਵਰਦੇ ਫੁੱਲ ਖੁਸ਼ੀ ਦੇ ਪਰੀਆਂ ਮੰਗਲ ਗਾਏ। ਲਾਉਂਦੀ ਕਰ ਨੂੰ
ਮੰਗਲ ਗਾਏ ਅੰਬਰੋਂ ਵਰਦੇ ਫੁੱਲ ਖੁਸ਼ੀ ਦੇ ਪਰੀਆਂ ਮੰਗਲ ਗਾਏ ਖੁਸ਼ੀਆਂ ਦੇ ਵਿੱਚ ਪੰਚਮ ਗੁਰਸ਼ੇ ਹੰਟਾ ਪੂਰਨ ਵਾਇਆ ਰੀਜ ਪੁੱਤਰ ਦੀ ਪੂਰੀ ਹੋ ਜੋ ਵੀ ਇੱਥੇ ਆਇਆ ਰੂਜ ਪੁੱਤਰ ਦੀ ਪੂਰੀ ਹੋ ਜੋ ਵੀ ਇੱਥੇ ਆਇਆ ਮੌਜ ਵਿੱਚ ਪੰਚਮ ਗੁਰ ਦੀ ਮੁਖੋਂ ਇੰਜ ਫਰਮਾਏ ਅੰਬਰੋਂ ਵਰਦੇ ਫੁੱਲ ਖੁਸ਼ੀ ਦੇ ਪਰੀਆਂ ਮੰਗਲ ਗਾਏ ਅੰਬਰੋਂ ਵਰਦੇ ਫੁੱਲ ਖੁਸ਼ੀ ਦੇ ਪਰੀਆਂ ਮੰਗਲ ਗਾਏ ਬਾਬਾ ਬੁੱਢਾ ਜੀ ਦੀ ਆਖੀ ਬਾਤ ਸੱਚ ਹੈ ਹੋਈ ਹਰ ਕਾ ਸੇਵਕ ਹਰਿ ਹੀ ਜਿਹਾ ਭੇਦ ਨਹੀਂ ਹੈ ਕੋਈ ਹਰ ਕਾ ਸੇਵਕ ਹਰਿ ਹੀ ਜਿਹਾ ਭੇਦ ਨਹੀਂ ਹੈ ਕੋਈ ਪ੍ਰੀਤ ਸੰਦਰ ਮਖਤੂਤਰੇ ਵਾਸ ਨਿਵਾਏ ਅੰਬਰੋਂ ਵਰਦੇ ਫੁੱਲ ਖੁਸ਼ੀ ਦੇ ਪਰੀਆਂ ਮੰਗਲ ਗਾਏ ਅੰਬਰੋਂ ਵਰਦੇ ਫੁੱਲ ਖੁਸ਼ੀ ਦੇ ਪਰੀਆਂ ਮੰਗਲ ਗਾਏ ਅੰਬਰੋਂ ਵਰਦੇ ਫੁੱਲ ਖੁਸ਼ੀ ਦੇ ਪਰੀਆਂ ਮੰਗਲ ਗਾਏ ਦੇਵਤਿਆਂ ਨੇ ਕੀਤੀ ਫੁੱਲਾਂ ਦੀ ਬਰਸਾਤ ਦਰਸ਼ਨ ਕਰਨ ਵਾਸਤੇ ਦੇਵਪੁਰੀ ਤੋਂ ਆਏ ਦੇਵਤੇ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਨ ਵਾਸਤੇ ਖੁਸ਼ੀਆਂ ਹੋ ਗਈਆਂ ਪੂਰੇ ਅੰਮ੍ਰਿਤਸਰ ਦੇ ਵਿੱਚ ਜਦੋਂ ਅਵਤਾਰ ਹੋਇਆ ਸ੍ਰੀ ਸਤਿਗੁਰਾਂ ਦਾ ਪਰ ਜਿਹੜੀ ਕਰਮੋ ਸੀ ਨਾ ਕਰਮੋ ਉਹਦੇ ਅੰਦਰ ਜਿਹੜੇ ਮਹਿਲ ਖੁਸ਼ੀ ਦੇ ਬਣੇ ਹੋਏ ਸੀ ਮਹਿਲ ਵੀ ਗੱਦੀ ਤਾਂ ਮੇਰੇ ਪੁੱਤ ਮਿਹਰਬਾਨ ਨੂੰ ਮਿਲਣੀ ਹੈ ਇਹਨਾਂ ਦੇ ਜਿਹੜਾ ਔਲਾਦ ਹੋਣੀ ਹੈ ਬਈ ਉਹਦੇ ਮਹਿਲ ਦੇ ਜਿਹੜੇ ਖੰਡਰ ਬਣ ਗਏ ਬਿਲਕੁਲ ਢਹਿ ਢੇਰੀ ਹੋ ਗਏ ਅਦਾਸ ਹੋ ਗਈ ਇੱਕ ਲਾਗ ਕਰਨ ਲੱਗੇ ਜਿਵੇਂ ਆਪਾਂ ਕਹਿੰਦੇ ਵੀ ਲਾਗ ਡਾਟ ਹੋ ਗਈ ਇੱਕ ਆਪਦੇ ਸੋਹਣੇ ਭਾਈ ਨਾਲ ਪਿਰਥੀ ਚੰਦ ਦੇ ਕਰਮੋਂ ਨੂੰ ਦੁਸ਼ਮਣੀ ਪੈਦਾ ਹੋ ਗਈ ਇੱਕ ਉਹਨਾਂ ਨਾਲ ਲਾਗ ਡਾਟ ਕਰਨ ਲੱਗੇ ਕੋਈ ਮੌਕਾ ਨਹੀਂ ਛੱਡਦੇ ਉਹਨਾਂ ਨੂੰ ਨੀਚਾ ਦਿਖਾਉਣ ਦਾ ਜਦੋਂ ਦੇਵਤਿਆਂ ਨੇ ਫੁੱਲ ਵਰਸਾਏ ਨਾ ਖੁਸ਼ੀਆਂ ਹੋਈਆਂ ਫਿਰ ਸਮਾਂ ਆਪਣੀ ਚਾਲ ਲੰਘਦਾ ਰਿਹਾ ਫਿਰ ਉਹ ਭਾਣਾ ਵਰਤਿਆ ਜਦੋਂ ਪੰਚਮ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾ ਕੇ ਚੰਦੂ ਬਾਪੀ ਨੇ ਨਾ ਸ਼ਹੀਦ ਕੀਤਾ ਉਹ ਗੱਲ ਨਾ ਤਾਂ ਕਹਿਣ ਜੋਗੀ ਹੈ ਨਾ ਸੁਣਨ ਜੋਗੀ ਹੈ ਉਹ ਇਤਿਹਾਸ ਕਹਿਣਾ ਵੀ ਬਹੁਤ ਔਖਾ ਹੈ ਤੇ ਸੁਣਨਾ ਵੀ ਬਹੁਤ ਔਖਾ ਹੈ ਮਹਾਰਾਜ ਤਾਂ ਚਲੇ ਗਏ ਸੱਚਖੰਡ ਫਿਰ ਛੇਵੇਂ ਪਾਤਸ਼ਾਹ ਨੂੰ ਬਾਬਾ ਬੁੱਢਾ ਜੀ ਵਰਗੇ ਸੰਗਤਾਂ ਨੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਹੁਣ ਇਹ ਗੱਦੀ ਦਾ ਜਿਹੜਾ ਭਾਰ ਆ ਨਾ ਉਹ ਤੁਸੀਂ ਸਾਂਭੋ ਉਹ ਕਹਿੰਦੇ ਕੋਈ ਗੱਲ ਨਹੀਂ ਗੁਰੂ ਨਾਨਕ ਦੀ ਗੱਦੀ ਨੂੰ ਅਸੀਂ ਚਲਾਵਾਂਗੇ ਤੁਸੀਂ ਫਿਕਰ ਨਾ ਕਰੋ ਬੇਸ਼ੱਕ ਉਮਰ ਛੋਟੀ ਸੀ 11 ਸਾਲ ਦੀ ਉਮਰ ਦੇ ਵਿੱਚ ਜਦੋਂ ਫਿਰ ਬਾਬਾ ਬੁੱਢਾ ਜੀ ਲੱਗੇ ਨਾ ਤਿਲਕ ਦੇਣ ਗੁਰੂ ਦਾ ਗੱਦੀ ਦਾ ਛੇਵੇਂ ਸਤਿਗੁਰਾਂ ਨੂੰ ਗੁਰੂ ਦਾ ਗੱਦੀ ਤੇ ਬਿਠਾਇਆ ਫਿਰ ਸੇਲੀ ਟੋਪੀ ਇੱਕ ਨਿਸ਼ਾਨੀ ਹੁੰਦੀ ਸੀ ਫਕੀਰੀ ਦੀ ਉਹ ਲੈ ਕੇ ਜਦ ਆਏ ਨਾ ਤਾਂ ਸਤਿਗੁਰੂ ਕਹਿੰਦੇ ਵੀ ਐਂ ਕਰੋ ਹੁਣ ਇਹਨੂੰ ਰੱਖ ਦਿਓ ਤੋਸੇ ਖਾਨੇ ਦੇ ਵਿੱਚ ਹੁਣ ਅਸੀਂ ਇਹ ਨਹੀਂ ਬੰਨਣੀ ਸਾਨੂੰ ਤਾਂ ਖੰਡੇ ਲਿਆਓ ਖੰਡੇ ਸ਼ਾਸਤਰ ਲਿਆਓ ਸ਼ਾਸਤਰ ਹੁਣ ਅਸੀਂ ਤੱਤੀ ਤਵੀ ਤੇ ਬੈਠ ਕੇ ਜਿਵੇਂ ਕਹਿ ਗਏ ਨਾ ਪੰਜਵੇਂ ਸਤਿਗੁਰੂ ਵੀ ਤੇਰਾ ਭਾਣਾ ਮੀਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੈ ਹੁਣ ਅਸੀਂ ਉਹ ਨਹੀਂ ਕਹਿਣਾ ਕਹੋ ਕਿਸੇ ਕੋ ਰਾਜਨਾ ਦੇ ਹੈ ਜੋ ਰਿਹਾ ਨਿਜ ਮਨ ਸੇ ਲੈ ਹੈ ਹੁਣ ਅਸੀਂ ਖੰਡੇ ਖੜਕਾਵਾਂਗੇ ਹੁਣ ਸ਼ਾਸਤਰ ਲਿਆਓ ਏਦਾਂ ਕਰੋ ਹੁਣ ਸ੍ਰੀ ਸਾਹਿਬ ਲਿਆਓ ਫਿਰ ਹੁਣ ਬਾਬਾ ਬੁੱਢਾ ਜੀ ਜਦੋਂ ਸ੍ਰੀ ਸਾਹਿਬ ਪਾਉਣ ਲੱਗੇ ਨਾ ਹੁਣ ਉੱਥੇ ਇਹ ਤਾਂ ਪਰਮਾਤਮਾ ਹੀ ਜਾਣਦਾ ਕਹਿੰਦੇ ਵੀ ਪਹਿਲਾਂ ਸੱਜੇ ਪਾਸੇ ਪੈਗੀ ਕਹਿੰਦੇ ਵੀ ਹੁਣ ਇਹਨੂੰ ਉਤਾਰੋ ਨਾ ਹੁਣ ਦੂਜੇ ਖੱਬੇ ਪਾਸੇ ਪਾ ਦਿਓ ਇਹ ਹੁਣ ਖੇਡ ਉਹਨਾਂ ਦੀ ਉਹੀ ਜਾਣਦੇ ਨੇ ਆਪੇ ਹੀ ਛੇਵੇਂ ਸਤਿਗੁਰਾਂ ਨੇ ਕਿਵੇਂ ਪਹਿਲਾਂ ਦੂਜੇ ਪਾਸੇ ਪਵਾ ਲਈ ਫਿਰ ਖੱਬੇ ਪਾਸੇ ਪਵਾ ਲਈ ਕਹਿੰਦੇ ਵੀ ਇੱਕ ਹੈ ਪੀਰੀ ਦੀ ਪੀਰੀ ਮਤਲਬ ਜਾਨ ਦਾ ਟਾਕਰਾ ਬਾਦਸ਼ਾਹਾਂ ਦਾ ਟਾਕਰਾ ਦੂਜੀ ਕਹਿੰਦੇ ਵੀ ਦੂਜੀ ਹੈ ਮੀਰੀ ਦੀ ਮੀਰੀ ਕਹਿੰਦੇ ਵੀ ਫਕੀਰੀ ਵੀ ਨਾਲ ਨਾਲ ਚੱਲੂਗੀ ਇਹ ਨਹੀਂ ਵੀ ਇਕੱਲੇ ਸੂਰਮੇ ਰਹਾਂਗੇ ਜੰਗ ਕਰਾਂਗੇ ਨਾਲ ਬਾਬੇ ਦੀ ਬੰਦਗੀ ਵੀ ਨਾਲ ਹੀ ਚੱਲੂਗੀ ਖੰਡੇ ਖੜਕਣ ਦੇ ਨਾਲ ਨਾਲ ਜਿਹੜਾ ਭਗਤੀ ਦਾ ਮਾਰਗ ਹੈ ਉਹ ਵੀ ਉੱਚਾ ਰਹੂਗਾ ਫਿਰ ਦੂਜੇ ਦਿਨ ਨਾ ਜਦੋਂ ਗੁਰਤਾ ਗੱਦੀ ਮਿਲੀ ਫਿਰ ਦੂਜੇ ਦਿਨ ਕਹਿੰਦੇ ਵੀ ਐਂ ਕਰੋ ਹੁਣ ਆਪਾਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰੋ ਫਿਰ ਦੱਸਦੇ ਨੇ ਵੀ 3 ਬੰਦਿਆਂ ਦੇ ਹੱਥ ਲੱਗੇ ਨੇ ਅਕਾਲ ਤਖਤ ਸਾਹਿਬ ਨੂੰ ਇੱਕ ਬਾਬਾ ਬੁੱਢਾ ਜੀ ਇੱਕ ਭਾਈ ਗੁਰਦਾਸ ਤੇ ਤੀਜੇ ਛੇਵੇਂ ਸਤਿਗੁਰੂ ਆਪ ਫਿਰ ਅਕਾਲ ਤਖਤ ਦੀ ਰਚਨਾ ਕਰਤੀ ਸ਼ੁਰੂ ਭਾਈ ਗੁਰਦਾਸ ਜੀ ਸਾਈਡ ਬਣਾਉਂਦੇ ਨੇ ਬਾਬਾ ਬੁੱਢਾ ਜੀ ਇੱਟਾਂ ਗਾਰਾਂ ਹੋਰ ਬਣਾਉਂਦੇ ਨੇ ਛੇਵੇਂ ਸਤਿਗੁਰੂ ਉਹਨਾਂ ਦੀ ਸਹਾਇਤਾ ਕਰਦੇ ਨੇ ਹੋਰ ਸਮਾਨ ਬਣਾਉਂਦੇ ਨੇ ਫਿਰ ਅਕਾਲ ਤਖਤ ਤਿਆਰ ਹੋ ਗਿਆ ਜਦੋਂ ਅਕਾਲ ਤਖਤ ਤਿਆਰ ਹੋ ਗਿਆ ਨਾ ਫਿਰ ਕਹਿੰਦੇ ਵੀ ਐਂ ਕਰੋ ਹੁਣ ਜਿੰਨੇ ਆਪਣੇ ਹਥਿਆਰ ਨੇ ਜਿੰਨੇ ਸ਼ਾਸਤਰ ਨੇ ਉਹ ਸਾਰੇ ਅਕਾਲ ਤਖਤ ਤੇ ਲਿਆ ਕੇ ਰੱਖ ਦਿਓ ਹੁਣ ਸੰਗਤਾਂ ਦੇ ਵਿੱਚ ਇੱਕ ਐਲਾਨ ਕਰਤਾ ਗੱਦੀ ਤੇ ਬੈਠ ਕੇ ਛੇਵੇਂ ਪਾਤਸ਼ਾਹ ਕਹਿੰਦੇ ਵੀ ਅਸੀਂ ਜੋ
ਚੰਦੂ ਨੇ ਸਤਿਗੁਰਾਂ ਨੂੰ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਨਾ, ਅਸੀਂ ਉਹਦਾ ਬਦਲਾ ਲੈਣਾ ਹੈ। ਬੋਲ ਚੰਦੂ ਚਾਹੇ ਪਤਾਲ ਚ ਵਗ ਜਵੇ, ਜਿੱਥੇ ਮਰਜੀ ਵਗ ਜਵੇ, ਉਹਦੀ ਅਸੀਂ ਬਦਲਾ ਲੈਣਾ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਚੰਦੂ ਤੋਂ ਬਦਲਾ ਲੈਣਾ। ਕੈਮਰੇ ਤੇ ਬਈ ਸੰਗਤ ਹੈਰਾਨ ਵੀ ਹੋਈ, ਕਿਉਂਕਿ ਦਿੱਲੀ ਦਰਬਾਰ ਦਾ ਮੰਤਰੀ, ਕੈਬਨਿਟ ਮੰਤਰੀ ਅੱਜ ਦੇ ਜਮਾਨੇ ਨਾਲ ਦੇਖੀਏ ਆਪਾਂ, ਚੰਦੂ ਜਹਾਂਗੀਰ ਦੇ ਨੇੜੇ ਦਾ। ਹੁਣ ਦਿੱਲੀ ਸਰਕਾਰ ਦੀ ਪਾਵਰ ਇੰਨੀ, ਸ਼ਾਮ ਤੱਕ ਧਰਤੀ ਪੁੱਠੀ ਕਰ ਦੇਵੇ। ਕਹਿੰਦੇ ਵੀ ਦਿੱਲੀ ਦਰਬਾਰ ਨੂੰ ਵਿਗਾੜਤਾ ਗੁਰੂਆਂ ਨੇ। ਸੰਗਤਾਂ ਦੇ ਮਨ ਦੇ ਵਿੱਚ ਕੁਝ ਡਰ ਵੀ ਹੋਇਆ, ਕੁਝ ਭੈ ਵੀ ਹੋਇਆ, ਪਰ ਜਿਹੜੇ ਸਰਦਾਵਾਨ ਤੇ ਉਹ ਕਹਿੰਦੇ ਵੀ ਇਹ ਪੂਰੇ ਨੇ, ਜਿਹੜਾ ਇਹਨਾਂ ਨੇ ਵਚਨ ਕਰਤਾ ਉਹ ਜ਼ਰੂਰ ਪਗਾਉਣਗੇ। ਫਿਰ ਸੰਗਤਾਂ ਨੂੰ ਹੋ ਗਿਆ ਹੁਕਮ ਤੇ ਸਾਹੀ ਫੌਜ ਕਰ ਲਈ। ਪੰਜਾਬ ਦੇ ਵਿੱਚੋਂ ਲਾਗੇ ਭਰਤੀ ਹੋਣ ਆ ਕੇ ਜਵਾਨ, ਗੱਤਕੇ ਦੀ ਲਾਗੇ ਸਿਖਲਾਈ ਹੋਣ, ਘੋੜ ਸਵਾਰੀ ਲਾਗੀ ਹੋਣ, ਖੰਡੇ ਲਾਗੇ ਖਰਚਣ, ਅਕਾਲ ਤਖਤ ਦੀ ਹੋ ਗਈ ਸਰਜਣਾ। ਕਹਿੰਦੇ ਵੀ ਹੁਣ ਚੰਦੂ ਜਿੱਥੇ ਮਰਜੀ ਜਾਵੇ, ਐਲਾਨ ਕਰਤਾ ਵੀ ਚੰਦੂ ਨੂੰ ਨਹੀਂ ਛੱਡਾਂਗੇ। ਤਾਂ ਫਿਰ ਜਿਹੜਾ ਸੀਗਾ ਨਾ ਮਿਹਰਬਾਨ ਪ੍ਰਿਥੀ ਚੰਦ ਦਾ ਮੁੰਡਾ ਤੇ ਕਿਸੀਗਾ ਚੰਦੂ ਦਾ ਮੁੰਡਾ ਕਰਮ ਚੰਦ, ਉਹ ਰਹਿੰਦਾ ਸੀ ਜਲੰਧਰ। ਇਹ ਦੋਏ ਆਪਸ ਵਿੱਚ ਦੋਸਤ ਤੇ, ਕਿਉਂਕਿ ਪ੍ਰਿਥੀ ਚੰਦ ਦੇ ਚੰਦੂ ਵੀ ਦੋਸਤ ਸੀਗੇ ਨਾ। ਉਹਨਾਂ ਦੋਹਾਂ ਨੇ ਸ਼ਿਕਾਇਤ ਕਰਕੇ 5ਵੇਂ ਪਾਤਸ਼ਾਹ ਨੂੰ ਤੱਤੀ ਤਵੀ ਤੇ ਸ਼ਹੀਦ ਕਰਵਾਇਆ। ਉਹ ਫਿਰ ਦੋਏ ਇਕੱਠੇ ਹੋਏ। ਉਹ ਕਹਿੰਦੇ ਵੀ ਆਪਣੇ ਪਿਤਾ ਨੇ ਕੀਤੀ ਆ ਗਲਤੀ। ਇੱਥੋਂ ਤਾਂ ਜਿਹੜੇ ਗੁਰੂ ਅਰਜਨ ਦੇਵ ਜੀ ਚੰਗੇ ਸੀ, ਆਪਣੇ ਹੱਥ ਦਾ ਕੁਝ ਲੱਗ ਜਾਂਦਾ ਸੀ, ਕੁਛ ਨਾ ਕੁਛ ਘਟਾਵਾ ਆਪਾਂ ਲੈ ਜਾਂਦੇ ਸੀ। ਆਹ ਤਾਂ ਹੁਣ ਖੰਡੇ ਚੱਕ ਲਏ ਇਹਨਾਂ ਨੇ, ਤਾਂ ਸਾਰਾ ਪੰਜਾਬ ਲਾ ਲਿਆ ਮਗਰ। ਇਹਦਾ ਰਾਜਧਾਨੀ ਪੈਦਾ ਕਰੂਗਾ, ਇਹਦਾ ਗੱਲ ਗਲਤ ਹੋ ਗਈ, ਆਪਾਂ ਨੂੰ ਤਾਂ ਜਿਉਣਾ ਮੁਸ਼ਕਲ ਹੋ ਜਾਊਗਾ। ਤੇ ਫਿਰ ਕਹਿੰਦੇ ਵੀ ਐਂ ਕਰੋ, ਹੁਣ ਆਪਾਂ ਕਰੀਏ ਕੀ? ਕਹਿੰਦੇ ਵੀ ਏਦਾਂ ਕਰਦੇ ਆਪਾਂ ਜਹਾਂਗੀਰ ਕੋਲੇ ਚੱਲਦੇ ਆ ਦਿੱਲੀ, ਉਹਨੂੰ ਜਾ ਕੇ ਸ਼ਿਕਾਇਤ ਕਰਦੇ ਆ ਬਈ ਮਿਹਰਬਾਨ ਤੇ ਕਰਮ ਚੰਦੂ ਦਾ ਮੁੰਡਾ ਦੋਏ ਜਣੇ ਨਾ ਦਿੱਲੀ ਪਹੁੰਚ ਗਏ ਜਹਾਂਗੀਰ ਦੇ ਦਰਬਾਰ ਦੇ ਵਿੱਚ। ਜਾ ਕੇ ਬਾਦਸ਼ਾਹ ਦੇ ਪੇਸ਼ ਹੋਏ ਜਹਾਂਗੀਰ ਦੇ। ਕਹਿੰਦੇ ਬਾਦਸ਼ਾਹ ਤੈਨੂੰ ਕਿਸੇ ਗੱਲ ਦੀ ਸੋਝੀ ਹੈ? ਕਹਿੰਦਾ ਵੀ ਦੱਸੋ ਕੀ ਗੱਲ? ਕਹਿੰਦੇ ਉਹ ਪੰਜਾਬ ਦੇ ਵਿੱਚ ਤਾਂ ਅੱਗ ਮੱਚਦੀ ਹੈ, ਗੁਰੂ ਨਾਨਕ ਦੀ ਗੱਦੀ ਤੇ ਬਹਿ ਗਿਆ ਸੇਵਾ ਗੁਰੂ, ਅੱਜ ਤੱਕ ਤਾਂ ਭਗਤੀ ਦੀ ਗੱਲ ਹੁੰਦੀ ਆਈ ਹੈ। ਉਹਨੇ ਤਾਂ ਖੰਡੇ ਚੱਕ ਲਏ, ਉੱਥੇ ਦਾ ਯੋਧਿਆਂ ਦੀ ਪਰੇਡ ਹੁੰਦੀ ਆ ਰੋਜ਼, ਹਰ ਰੋਜ਼ ਖੰਡੇ ਖੜਕਦੇ ਨੇ। ਉਹਦਾ ਲੱਗਦਾ ਵੀ ਤੇਰੀ ਗੱਦੀ ਨੂੰ ਹੱਥ ਪਾਉ, ਤੇਰੀ ਦਿੱਲੀ ਦਾ ਸਿੰਘਾਸਣ ਹਿਲਾ ਦੂਗਾ। ਹੁਣ ਜਿਵੇਂ ਮਿਹਰਬਾਨ ਤੇ ਕਰਮਚੰਦ ਜਹਾਂਗੀਰ ਦੇ ਦਰਬਾਰ 'ਚ ਜਾ ਕੇ ਛੇਵੇਂ ਸਤਿਗੁਰਾਂ ਦੀ ਸ਼ਿਕਾਇਤ ਕਰਦੇ ਨੇ ਨਾ, ਇੱਥੇ ਇੱਕ ਕਵਿਤਾ ਆਊਗਾ, ਉਹ ਸੁਣੋ ਵੀਰਾਂ ਤੋਂ ਵੀ ਜਹਾਂਗੀਰ ਕੋਲੇ ਜਾ ਕੇ ਆਖਦਾ ਕਰਮਚੰਦ ਛੇਵੇਂ ਪਾਤਸ਼ਾਹ ਦਾ ਕੋਈ ਭਾਣਾ ਵਰਤਾਉਣਗੇ। ਜਹਾਂਗੀਰ ਕੋਲੇ ਜਾ ਕੇ ਆਖਦਾ ਕਰਮਚੰਦ, ਜਹਾਂਗੀਰ ਕੋਲੇ ਜਾ ਕੇ ਆਖਦਾ ਕਰਮਚੰਦ, ਛੇਵੇਂ ਪਾਤਸ਼ਾਹ ਦਾ ਕੋਈ ਭਾਣਾ ਵਰਤਾਉਣਗੇ। ਸੂਰਮੇ ਕਰੇ ਨੇ ਲੱਖਾਂ ਭਗਤੀ ਪੰਜਾਬ ਵਿੱਚੋਂ, ਸੂਰਮੇ ਕਰੇ ਨੇ ਲੱਖਾਂ ਭਗਤੀ ਪੰਜਾਬ ਵਿੱਚੋਂ, ਔਰ ਕੀ
ਖੜਕਦੇ ਨੇ ਤੇਰੀ ਰਾਜਧਾਨੀ ਗਈ। ਹੁਣ ਜਿਹੜੇ ਬਾਦਸ਼ਾਹ ਹੁੰਦੇ ਨੇ ਉਹ ਕੰਨਾਂ ਦੇ ਕੱਚੇ ਹੁੰਦੇ ਨੇ। ਉਹ ਕਹਿੰਦਾ ਵੀ ਆਹ ਗੱਲ ਹੋ ਗਈ, ਮੈਨੂੰ ਤਾਂ ਪਤਾ ਹੀ ਨਹੀਂ। ਕਹਿੰਦੇ ਤੂੰ ਜਾਗ, ਤੇਰੀ ਗੱਦੀ ਨੂੰ ਤਾਂ ਹੱਥ ਪਿਆ ਮੰਨ। ਉੱਥੇ ਤਾਂ ਸੂਰਮੇ ਭਰਤੀ ਹੋ ਰਹੇ ਨੇ, ਖੰਡੇ ਖੜਕ ਰਹੇ ਨੇ, ਸਾਰਾ ਪੰਜਾਬ ਉਹਨਾਂ ਦੇ ਮਗਰ ਲੱਗਿਆ ਹੋਇਆ। ਪੰਜਾਬ ਇੱਕ ਐਸਾ ਸੂਬਾ ਨਾ, ਜੇ ਪੰਜਾਬ ਦਿੱਲੀ ਦੇ ਹੱਥੋਂ ਨਿਕਲ ਜਾਵੇ ਤਾਂ ਦਿੱਲੀ ਜ਼ੀਰੋ ਹੈ। ਇਹ ਗੱਲ ਅੱਜ ਵੀ ਹੈ ਤੇ ਪਹਿਲਾਂ ਤੋਂ ਵੀ ਆਉਂਦੀ ਹੈ। ਹੁਣ ਇਹ ਗੱਲ ਦਾ ਜਹਾਂਗੀਰ ਨੂੰ ਪਤਾ ਸੀ ਵੀ ਜੇ ਪੰਜਾਬ ਦੇ ਵਿੱਚ ਬਗਾਵਤ ਹੋ ਗਈ, ਛੇਵੇਂ ਸਤਿਗੁਰਾਂ ਨੇ ਆਪਣਾ ਰਾਜ ਕਾਇਮ ਕਰ ਲਿਆ, ਤਾਂ ਮੈਂ ਕਾਸੇ ਜੋਗਾ ਨਹੀਂ ਰਹਿਣਾ। ਮੇਰੀ ਦਿੱਲੀ ਗਈ। ਉਹਨੇ ਫਿਰ ਕੀ ਕੀਤਾ ਨਾ, ਗੱਲ ਸੁਣ ਕੇ ਉਹਨੇ ਬੁਲਾਇਆ ਸੈਨਾਪਤੀ ਕੁੰਜ ਵੇਗ ਨੂੰ। ਇੱਕ ਉਹਦਾ ਸੈਨਾਪਤੀ ਸੀ ਫੌਜ ਦਾ, ਕੁੰਜ ਵੇਗ। ਕਹਿੰਦਾ ਕੁੰਜ ਵੇਗ ਆ ਜਾ ਬਈ। ਕਹਿੰਦਾ ਹਾਂਜੀ। ਕਹਿੰਦੇ ਵੀ ਇਉਂ ਕਰ, ਫੌਜ ਲੈ ਜਾ ਜਿੰਨੀ ਮਰਜ਼ੀ, ਜੋ ਕੁਝ ਚਾਹੀਦਾ ਲੈ ਜਾ ਕੇ ਅੰਮ੍ਰਿਤਸਰ ਨੂੰ ਢਹਿ ਢੇਰੀ ਕਰ ਦੇ, ਮਿੱਟੀ 'ਚ ਮਿਲਾ ਦੇ। ਜਿਹੜਾ ਸੇਵਾ ਗੁਰੂ ਗੱਦੀ ਤੇ ਬੈਠਾ ਉਹਨੂੰ ਬੰਨ੍ਹ ਕੇ ਮੁਸਕਾਂ ਮੇਰੇ ਦਰਬਾਰ ਵਿੱਚ ਪੇਸ਼ ਕਰ। ਉਹ ਕਹਿੰਦਾ ਠੀਕ ਹੈ ਜੀ। ਹੁਣ ਕੁੰਜ ਵੇਗ ਦਾ ਲੱਗ ਗਿਆ ਆਪਣੀ ਫੌਜ ਤਿਆਰ ਕਰਨਾ। ਤਾਂ ਇੱਕ ਉਹਦਾ ਵੱਡਾ ਸਲਾਹਕਾਰ ਸੀ ਜਹਾਂਗੀਰ ਦਾ, ਵਜ਼ੀਰ ਖਾਨ। ਉਹ ਵੀ ਕੈਬਨਿਟ ਮੰਤਰੀ ਸੀ। ਉਹ ਬੰਦਾ ਬੰਦਗੀ ਵਾਲਾ ਸੀ। ਉਹਨੇ ਵਜ਼ੀਰ ਖਾਨ ਨੂੰ ਬੁਲਾਇਆ ਕੋਲੇ। ਕਹਿੰਦਾ ਵਜ਼ੀਰ ਖਾਨ ਤੂੰ ਨਾਲ ਜਾ, ਤੂੰ ਕੁੰਜ ਵੇਗ ਦੇ ਨਾਲ ਜਾ। ਕੋਈ ਬਿੰਗੀ ਡੇਢੀ ਰਿਪੋਰਟ, ਕੋਈ ਘਾਟਾ ਵਾਧਾ, ਮੈਨੂੰ ਸਮੇਂ ਸਿਰ ਤੂੰ ਪਹੁੰਚੀ। ਯੁੱਧ ਦਾ ਕਰੂਗਾ ਕੁੰਜ ਵੇਗ, ਲੜਾਈ ਕਰੂਗਾ ਇਹ, ਹੁਕਮ ਹੋਊਗਾ ਤੇਰਾ। ਜਿੱਥੇ ਤੂੰ ਕਹੇਗਾ ਉੱਥੇ ਲੜਾਈ ਹੋਊਗੀ, ਜਿੱਥੇ ਤੂੰ ਕਹੇਗਾ ਬੰਦ ਹੋਊਗੀ ਉੱਥੇ ਬੰਦ ਹੋਊਗੀ। ਸਲਾਹ ਤੇਰੀ ਹੋਊਗੀ, ਲੜੂਗਾ ਕੁੰਜ ਵੇਗ। ਉਹ ਕਹਿੰਦਾ ਠੀਕ ਹੈ ਜੀ, ਸਤ ਵਚਨ। ਹੁਣ ਦੋਨੇ ਜਾਣੇ ਵਜ਼ੀਰ ਖਾਨ ਤੇ ਸੈਨਾਪਤੀ ਕੁੰਜ ਵੇਗ ਦਿੱਲੀ ਤੋਂ ਲੈ ਕੇ ਫੌਜ ਬਈ ਮਾਰੋ ਮਾਰ ਕਰਦੇ। ਅੱਜ ਕਿਤੇ ਕੱਲ ਕਿਤੇ ਆ ਕੇ ਅੰਮ੍ਰਿਤਸਰ ਸਾਹਿਬ ਨੂੰ ਘੇਰਾ ਕਰ ਲਿਆ। ਅੰਮ੍ਰਿਤਸਰ ਸਾਹਿਬ ਦੇ ਚਾਰੇ ਪਾਸੇ ਫੌਜ ਫਿਰਦੀ ਹੈ। ਤਾਂ ਦੁਨੀਆ ਦੇਖਦੀ ਹੈ ਵੀ ਆਹ ਕੀ ਹੋ ਗਿਆ। ਅਚਾਨਕ ਫੌਜ ਨੇ ਆ ਕੇ ਘੇਰਾ ਪਾ ਲਿਆ। ਤਾਂ ਵਜ਼ੀਰ ਖਾਨ ਕਹਿੰਦਾ ਵੀ ਐਂ ਕਰ ਕੁੰਜ ਵੇਗ ਨੂੰ, ਕਹਿੰਦਾ ਵੀ ਆਪਾਂ ਪਹਿਲਾਂ ਦਰਬਾਰ ਦਾ ਹੁਲੀਆ ਦੇਖੀਏ ਜਾ ਕੇ, ਫਿਰ ਹਮਲਾ ਕਰਾਂਗੇ। ਉਹ ਕਹਿੰਦਾ ਠੀਕ ਹੈ। ਦੋਨੇ ਜਾਣੇ ਸੈਨਾਪਤੀ ਕੁੰਜ ਵੇਗ ਤੇ ਵਜ਼ੀਰ ਖਾਨ ਵਜ਼ੀਰ ਦੋਨੇ ਜਾਣੇ ਦਰਬਾਰ 'ਚ ਆ ਗਏ। ਜਦੋਂ ਛੇਵੇਂ ਸਤਿਗੁਰਾਂ ਦਾ ਤਖਤ ਲੱਗਿਆ ਹੋਇਆ, ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ, ਪ੍ਰਵਾਚਨ ਕਰ ਰਹੇ ਨੇ, ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ। ਕੁੰਜ ਵੇਗ ਕਹਿੰਦਾ ਬਈ ਲੱਗਦਾ ਤਾਂ ਹੋਣਹਾਰ ਦਾ ਬਦਲ ਹੈ, ਆਪਾਂ ਨੂੰ ਹਮਲਾ ਕਰ ਦੇਣਾ ਚਾਹੀਦਾ। ਵਜ਼ੀਰ ਖਾਨ ਕਹਿੰਦਾ ਨਹੀਂ, ਆਹ ਦੇਖ ਨਾਮ ਸਿਮਰਨ ਵਾਲੀਆਂ ਸੰਗਤਾਂ, ਇੱਧਰ ਗੁਰੂ ਕੇ ਲੰਗਰ ਚੱਲਦੇ, ਆਪਾਂ ਨੂੰ ਹਮਲਾ ਨਹੀਂ ਕਰਨਾ ਚਾਹੀਦਾ। ਆਪਾਂ ਪਹਿਲਾਂ ਜਾ ਕੇ ਗੁਰੂ ਨੂੰ ਮਿਲੀਏ। ਕਹਿੰਦੇ ਵੀ ਠੀਕ ਹੈ। ਦੋਏ ਜਾਣੇ ਆ ਗਏ ਹਜ਼ੂਰੀ 'ਚ, ਆ ਕੇ ਗੁਰੂ ਨੂੰ ਦੁਆ ਸਲਾਮ ਕਰੀ ਤਾਂ ਬੈਠ ਗਏ। ਆਓ ਭਾਈ ਕਹਿੰਦੇ। ਹੁਣ ਸਤਿਗੁਰੂ ਵੀ ਸਮਝ ਗਏ, ਕਿਉਂਕਿ ਉਹਨਾਂ ਦੇ ਬਿੱਲੇ ਪੇਟੀਆਂ ਕਰਾਉਣ, ਉਹਨਾਂ ਦੀ ਵਰਦੀ ਦੱਸਦੀ ਸੀ ਵੀ ਕੋਈ ਪਾਵਰ ਹੈ, ਕੋਈ ਸਰਕਾਰੀ ਬੰਦੇ ਨੇ, ਕੋਈ ਤਾਕਤਵਰ ਬੰਦੇ ਨੇ। ਉਹ ਪਹਿਲਾਂ ਹੀ ਸਮਝ ਕੇ ਜਾਣ ਕੇ ਕਹਿੰਦੇ ਜੀ ਅਸੀਂ ਆਇਆ ਦਿੱਲੀ ਦਰਬਾਰ 'ਚ, ਵੀ ਸਾਨੂੰ ਹੁਕਮ ਤਾਂ ਇਹ ਹੈ। ਵਜ਼ੀਰ ਖਾਨ ਕਹਿੰਦਾ ਵੀ ਅੰਮ੍ਰਿਤਸਰ ਨੂੰ ਢਹਿ ਢੇਰੀ ਕਰਕੇ ਛੋਟੇ ਮੁਸਕਾ ਬੰਨ ਕੇ ਦਿੱਲੀ ਦਰਬਾਰ ਦੇ ਵਿੱਚ ਪੇਸ਼ ਕਰੀਏ, ਪਰ ਇੱਥੇ ਆ ਤੁਹਾਡਾ ਨਾਮ ਸਿਮਰਨ ਦੇਖ ਕੇ, ਆ ਬੰਦਗੀ ਵਾਲੀਆਂ ਰੂਹਾਂ ਦੇਖ ਕੇ, ਤੁਹਾਡਾ ਵਾਤਾਵਰਨ ਦੇਖ ਕੇ ਮੇਰਾ ਮਨ ਬਦਲ ਗਿਆ। ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਬਈ ਜਿੱਥੇ ਫਿਰ ਬੇਨਤੀ ਆ ਜਾਵੇ ਨਾ, ਉੱਥੇ ਦਾ ਗੁਰੂ ਫਿਰ ਆਪਣਾ ਆਪ ਹੀ ਕੁਰਬਾਨ ਕਰ ਦਿੰਦਾ। ਕਹਿੰਦੇ ਵੀ ਦੱਸੋ। ਕਹਿੰਦੇ ਜੀ ਜੇ ਤੁਸੀਂ ਰਜਾਮੰਦ ਸਾਡੇ ਨਾਲ ਚੱਲਣ ਨੂੰ ਤਿਆਰ ਹੋ ਜਾਓ, ਅੱਗੇ ਜਹਾਂਗੀਰ ਦੀ ਮਰਜ਼ੀ, ਉਹ ਜਿਵੇਂ ਮਰਜ਼ੀ ਕਰੇ, ਜਿਵੇਂ ਮਰਜ਼ੀ ਨਾ ਕਰੇ, ਵੀ ਖੂਨ ਖਰਾਬਾ ਰੁਕ ਜੂ, ਆਪਾਂ ਹਮਲਾ ਨਾ ਕਰੀਏ, ਯੁੱਧ ਨਾ ਕਰੀਏ। ਛੇਵੇਂ ਪਾਤਸ਼ਾਹ ਕਹਿੰਦਾ ਬਿਲਕੁਲ ਠੀਕ ਹੈ, ਅਸੀਂ ਤੁਹਾਡੇ ਨਾਲ ਜਾਣ ਵਾਸਤੇ ਤਿਆਰ ਹਾਂ। ਜੋ ਕੋਈ ਭਰਮ ਭੁਲੇਖਾ ਹੈ, ਜੋ ਜਹਾਂਗੀਰ ਦੇ ਮਨ ਦੇ ਵਿੱਚ ਭੁਲੇਖਾ, ਕੋਈ ਨਹੀਂ ਦੂਰ ਕਰ ਦਿਆਂਗੇ। ਕਹਿੰਦੇ ਜੀ ਛੋਟੀ ਗਈ ਆ ਉੱਥੇ ਰਿਪੋਰਟ, ਤੁਹਾਡੇ ਖਿਲਾਫ ਸ਼ਿਕਾਇਤਾਂ ਗਈਆਂ ਨੇ ਜਹਾਂਗੀਰ ਕੋਲ, ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਹਾਂ, ਪਰ ਤੁਸੀਂ ਜੇ ਸਾਡੇ ਨਾਲ ਰਜਾਮੰਦੀ ਚੱਲੋ ਤਾਂ ਜਿਹੜਾ ਖੂਨ ਖਰਾਬਾ ਹੈ ਹੁਣੋਂ ਬਚ ਜਾਓ। ਸਤਿਗੁਰੂ ਕਹਿੰਦੇ ਵੀ ਠੀਕ ਹੈ, ਅਸੀਂ ਤੁਹਾਡੇ ਨਾਲ ਚੱਲਦੇ ਹਾਂ। ਤੇ ਵਜ਼ੀਰ ਖਾਨ ਕਹਿੰਦਾ ਜੀ ਮੈਨੂੰ ਇੱਕ ਪਾਵਰ ਹੈ ਵੀ ਮੈਂ ਜੋ ਮਰਜ਼ੀ ਕਰ ਸਕਦਾ। ਬਈ ਹੁਕਮ ਤਾਂ ਹੈਗਾ ਤੁਹਾਨੂੰ ਬੰਨ ਕੇ ਲਿਜਾਣ ਦਾ ਮੁਸਕਾਂ ਦੇ ਕੇ, ਪਰ ਮੇਰੀ ਇੱਕ ਪਾਵਰ ਹੈ, ਤੁਹਾਨੂੰ ਕੋਈ ਬੰਨਿਆ ਨਹੀਂ ਜਾਊਗਾ, ਕੋਈ ਹੱਥਕੜੀ ਨਹੀਂ।
ਨਾਲ ਦਿੱਲੀ ਨੂੰ ਚੱਲੋ। ਹੁਣ ਸਤਿਗੁਰੂ ਸਮਝ ਗਏ, ਕਹਿੰਦੇ ਵੀ ਹੋਰ ਗੱਲ ਨਹੀਂ, ਇਹਦਾ ਚੰਦੂ ਦੀ ਮੌਤ ਦਾ ਟੈਲੀਫੋਨ ਆ ਗਿਆ। ਹੁਣ ਉਹਨਾਂ ਦਾ ਪਤਾ ਲੱਗ ਗਿਆ ਵੀ ਆਪਾਂ ਨੇ ਕਿਉਂ ਵਾਅਦਾ ਕੀਤਾ ਸੀ ਨਾ ਤਖਤ ਤੇ ਬੈਠ ਕੇ ਵੀ ਚੰਦੂ ਦੀ ਮੌਤ ਦਾ ਬਦਲਾ ਲੈਣਾ ਪਰ ਪੰਚਮ ਪਾਤਸ਼ਾਹ ਦੀ ਸ਼ਹੀਦੀ ਦਾ। ਕਹਿੰਦੇ ਵੀ ਆ ਗਿਆ ਚੰਦੂ ਦੀ ਮੌਤ ਦਾ ਟੈਲੀਫੋਨ, ਹੋਰ ਕੋਈ ਗੱਲ ਨਹੀਂ। ਹੁਣ ਮਹਾਰਾਜ ਆਪਣੇ ਉਤਰੇ ਸਿੰਘਾਸਣ ਤੋਂ ਆ ਕੇ ਤਿਆਰ ਹੋਣ ਲੱਗ ਗਏ। ਹੁਣ ਇਹ ਖਬਰਾਂ ਸਾਰੇ ਅੰਮ੍ਰਿਤਸਰ ਦੇ ਵਿੱਚ ਫੈਲ ਗਈਆਂ, ਅੰਮ੍ਰਿਤਸਰ ਦੇ ਵਿੱਚ ਸੋਗ ਪੈ ਗਿਆ। ਅਜੇ ਤਾਂ ਕਹਿੰਦੇ ਤੱਤੀ ਤਵੀ ਨਹੀਂ ਠੰਡੀ ਹੋਈ, ਅੱਜ ਇਹਨਾਂ ਨੂੰ ਤਲਬ ਕਰ ਲਿਆ, ਦਿੱਲੀ ਬੁਲਾ ਲਿਆ, ਇਹਨਾਂ ਨੂੰ ਉੱਥੋਂ ਕੌਣ ਮੁੰਨ ਦੇਊਗਾ। ਕਹਿੰਦੇ ਵੀ ਇਹ ਤਾਂ ਗੁਰੂ ਅਰਜਨ ਦੇਵ ਜੀ ਦੀ ਲਾਹੌਰ ਵਾਲੀ ਤਵੀ ਦੇ ਅਗਿਆਰ ਨਹੀਂ ਠੰਡੇ ਹੋਏ, ਅੱਜ ਸੰਮਣ ਇਹਨਾਂ ਨੂੰ ਆ ਗਏ, ਇਹਨਾਂ ਨੂੰ ਦਿੱਲੀ ਤੋਂ ਕਿਹਨੇ ਮੁੰਨ ਦੇਣਾ। ਜਾ ਕੇ ਮਾਤਾ ਗੰਗਾ ਜੀ ਨੂੰ ਦੱਸਿਆ। ਮਾਤਾ ਗੰਗਾ ਜੀ ਮਹਿਲਾਂ ਤੋਂ ਥੱਲੇ ਉਤਰੇ, ਜਦ ਦੇਖਿਆ ਪੁੱਤਰ ਤਿਆਰ ਹੋ ਰਿਹਾ, ਕਹਿੰਦੇ ਪੁੱਤਰ ਜੀ ਤਿਆਰੇ, ਕਹਿੰਦੇ ਮਾਤਾ ਜੀ ਦਿੱਲੀ ਨੂੰ ਜਾਣਾ ਹੈ, ਬਾਦਸ਼ਾਹ ਨੇ ਬੁਲਾਇਆ। ਕਹਿੰਦੀ ਪੁੱਤਰੋ ਦਿੱਲੀ ਨਹੀਂ ਜਾਣਾ। ਕਹਿੰਦੇ ਮਾਤਾ ਜੀ ਕਿਉਂ? ਕਹਿੰਦੀ ਤੇਰੇ ਕਲਗੀ ਜਗ੍ਹਾ ਲੱਗੀ ਹੈ, 2 ਤਲਵਾਰਾਂ ਪਹਿਨੀਆਂ ਨੇ, ਤੈਨੂੰ ਦੇਖ ਕੇ ਕਾਜੀ ਮੁੱਲਾ ਮਲਾਣੇ ਮੱਚ ਜਾਣਗੇ, ਤੈਨੂੰ ਪੁੱਤਰੋ ਉੱਥੋਂ ਕਿਹਨੇ ਮੁੰਨ ਲੈਣਾ ਹੈ, ਤੂੰ ਇੱਥੇ ਹੀ ਰਹਿ, ਜੰਗ ਹੋਵੇ ਯੁੱਧ ਹੋਵੇ ਮੇਰੇ ਸਾਹਮਣੇ ਜੋ ਮਰਜ਼ੀ ਹੋਵੇ, ਪੁੱਤਰੋ ਦਿੱਲੀ ਨਾ ਜਾਈ। ਮੈਂ ਤੈਨੂੰ ਪੁੱਤਰਾ ਬਾਬਾ ਬੁੱਢਾ ਜੀ ਦੇ ਨੰਗੇ ਪੈਰੀਂ ਜਾ ਕੇ ਭੀੜ ਤੋਂ ਵਸਾਇਆ। ਉਹਨਾਂ ਨੇ ਗੰਨਾ ਭੰਨ ਕੇ ਇਹਦਾ ਕਿਹਾ ਸੀ ਵੀ ਇਹ ਯੋਧਾ ਹੋਊਗਾ, ਪਰ ਪੁੱਤਰਾ ਮੈਂ ਤਾਂ ਤੈਨੂੰ 2 ਮਿੰਟ ਨਹੀਂ ਜੀ ਸਕਦੀ ਅੱਖਾਂ ਤੋਲੇ ਕਰਕੇ, ਮੈਂ ਤਾਂ ਤੈਨੂੰ ਦੇਖੇ ਬਿਨਾਂ ਇੱਕ ਪਲ ਨਹੀਂ ਜੀ ਸਕਦੀ। ਤੂੰ ਦਿੱਲੀ ਜਾਏਗਾ, ਤੈਨੂੰ ਉੱਥੋਂ ਕਿਹਨੇ ਮੁੰਨ ਦੇਣਾ ਹੈ, ਉੱਥੇ ਕੌਣ ਬੈਠਾ ਜਿਹੜਾ ਦੁੱਧ ਤੋਂ ਪਾਣੀ ਸਾਣ ਦੇਵੇ। ਪੁੱਤਰਾ ਤੂੰ ਦਿੱਲੀ ਨਾ ਜਾਈ। ਬਈ ਮਾਤਾ ਦੀ ਮਮਤਾ ਜਿਵੇਂ ਵਾਲੇ ਮਾਰਦੀ ਹੈ, ਇੱਥੇ ਵੀਰਾਂ ਤੋਂ ਕਵਿਤਾ ਸੁਣੋ ਵੀ ਜਿਵੇਂ ਕਹਿੰਦੇ ਆ ਨਾ ਵੀ ਦਿੱਲੀ ਜ਼ਾਲਮ ਨੇ ਹਥਿਆਰੇ ਲਾ ਸੀਨੇ ਸਤਿਗੁਰ ਨੂੰ ਗੰਗਾ ਹਾਂ ਕੇ ਲੈ ਲੈ ਬੋਲੇ, ਕਮਲਾਂ ਇਹ ਨੈਣਾ ਚੋਂ ਪਰ ਪਰ ਨੀਰ ਨੇਤਰੋਂ ਡੋਲੇ, ਕਮਲਾਂ ਇਹ ਨੈਣਾ ਚੋਂ ਪਰ ਪਰ ਨੀਰ ਨੇਤਰੋਂ ਡੋਲੇ। ਕੁਝ ਦਿਲ ਦਾ ਦੀਪ ਗਿਆ ਸਾਗੀ ਰਾਤ ਜਗਤ ਵਿੱਚ ਸਾਰੇ, ਮੈਂ ਕਿਸ ਵਿਦ ਤੋਰ ਦਿਆਂ ਦਿੱਲੀ ਜ਼ਾਲਮ ਨੇ ਹਥਿਆਰੇ। ਗੰਗਾ ਦਾ ਬਹਿਣ ਜਿਵੇਂ ਉੱਠੀਆਂ ਦਿਲ ਦਰਿਆ ਚੋਂ ਛੱਲਾਂ, ਕਰ ਓਲੇ ਅੱਖੀਆਂ ਤੋਂ ਪੁੱਤਰਾ ਕਿਵੇਂ ਵਿਛੋੜਾ ਝੱਲਾਂ, ਕਰ ਓਲੇ ਅੱਖੀਆਂ ਤੋਂ ਪੁੱਤਰਾ ਕਿਵੇਂ ਵਿਛੋੜਾ ਝੱਲਾਂ। ਇਹ ਤੇਰੀ ਕਿਸਮਤ ਦੀ ਪੁੱਤਰਾ ਕਿਵੇਂ ਬਸੋੜਾ ਚੱਲਾ, ਮੈਂ ਕਿਸ ਵਿਦ ਤੋਰ ਦਿਆਂ ਦਿੱਲੀ ਜ਼ਾਲਮ ਨੇ ਹਥਿਆਰੇ। ਉਹ ਪੱਠ ਚੰਦਰੇ ਚੋਂ ਅੱਜ ਤੱਕ ਦਿਸਣ ਮੱਚਦੀਆਂ ਲਾਟਾਂ, ਮੈਂ ਤੇਰੇ ਆਉਣ ਦੀਆਂ ਪੁੱਤਰਾ ਕਿਵੇਂ ਹੜੀਕੂੰ ਬਾਟਾਂ, ਮੈਂ ਤੇਰੇ ਆਉਣ ਦੀਆਂ ਪੁੱਤਰਾ ਕਿਵੇਂ ਹੜੀਕੂੰ ਬਾਟਾਂ। ਤੱਕ ਤੈਨੂੰ ਜਿਉਂਦੀ ਸੀ ਮੈਂ ਘਰ ਖੜਾ ਨਦੀ ਕਿਨਾਰੇ, ਮੈਂ ਕਿਸ ਵਿਦ ਤੋਰ ਦਿਆਂ ਦਿੱਲੀ ਜ਼ਾਲਮ ਨੇ ਹਥਿਆਰੇ। ਇੱਕ ਜੋਰ ਸਿਖਰਾਂ ਤੇ ਦੂਜੀਆਂ ਪੈਨੀਆਂ ਦੋ ਕਿਰਪਾਨਾਂ, ਇਹ ਝਲਕਾਂ ਨੂਰ ਦੀਆਂ ਚੱਲੂ ਕੈਸੇ ਬੁਰਾ ਜ਼ਮਾਨਾ, ਇਹ ਝਲਕਾਂ ਨੂਰ ਦੀਆਂ ਚੱਲੂ ਕੈਸੇ ਬੁਰਾ ਜ਼ਮਾਨਾ। ਹੋਣੀ ਡੁੱਬ ਜਾਣੀ ਨੇ ਕਿਉਂ ਸਾਡੇ ਤੇ ਜਾਲ ਵਸਾਰੇ, ਮੈਂ ਕਿਸ ਵਿਦ ਤੋਰ ਦਿਆਂ ਦਿੱਲੀ ਜ਼ਾਲਮ ਨੇ ਹਥਿਆਰੇ। ਇਹ ਸਾਜ਼ਿਸ਼ ਚੰਦੂ ਦੀ ਉਹਦਾ ਹਜੇ ਪੇਟ ਨਹੀਂ ਭਰਿਆ, ਉਪਮਾ ਗੁਰਗਤੀ ਦੀ ਉਹ ਤੋਂ ਨਹੀਂ ਜੰਮਦਾ ਜਲਿਆ, ਉਪਮਾ ਗੁਰਗਤੀ ਦੀ ਉਹ ਤੋਂ ਨਹੀਂ ਜੰਮਦਾ ਜਲਿਆ। ਸਾਡੇ ਸਹਿਰ ਲਾ ਜੋ ਨਿਤ ਬਿਸਲਾ ਖੋਰ ਚਤਾਰੇ, ਮੈਂ ਕਿਸ
ਤਲਵਾਰਾਂ ਪੈਣੀਆਂ ਨੇ। ਜਦੋਂ ਤੂੰ ਜਹਾਂਗੀਰ ਦੇ ਦਰਬਾਰ ਵਿੱਚ ਜਾਏਗਾ ਨਾ, ਤੈਨੂੰ ਦੇਖ ਕੇ ਕਾਜੀ ਮੁੱਲਾ ਮਲਾਣਿਆਂ ਨੇ ਮੱਚ ਜਾਣਾ, ਤੈਨੂੰ ਕਿਸੇ ਨੇ ਮੁੱਲ ਨਹੀਂ ਦੇਣਾ ਉੱਥੋਂ। ਪੁੱਤਰਾ ਤੂੰ ਨਾ ਜਾਈਂ, ਮੈਂ ਤੈਨੂੰ ਜਾਣ ਨਹੀਂ ਦੇਣਾ। ਤਾਂ ਸਤਿਗੁਰੂ ਕਹਿੰਦੇ ਮਾਤਾ ਜੀ ਬਈ ਜਹਾਂਗੀਰ ਦੇ ਮਨ ਦੇ ਵਿੱਚ ਕੋਈ ਭਰਮ ਹੈ, ਸਾਨੂੰ ਜਾ ਆਉਣ ਦਿਓ, ਅਸੀਂ ਉਹਦਾ ਭਰਮ ਦੂਰ ਕਰ ਆਉਂਦੇ ਆ। ਕੋਈ ਗੱਲ ਨਹੀਂ, ਤੂੰ ਘਬਰਾ ਨਾ ਮਾਤਾ ਜੀ, ਚਿੱਤ ਨੂੰ ਟਿਕਾਣੇ ਰੱਖ, ਮੈਨੂੰ ਕੋਈ ਨਹੀਂ ਹਰਾ ਸਕਦਾ, ਕੋਈ ਨਹੀਂ ਹਰਾਉਣ ਵਾਲਾ ਮੈਨੂੰ। ਮਾਤਾ ਜੀ ਕਹਿੰਦੇ ਨਹੀਂ ਪੁੱਤਰਾ, ਇੱਥੇ ਹੀ ਜੰਗ ਯੁੱਧ ਹੋਵੇ, ਸ਼ਹੀਦ ਹੋ ਜਾ, ਮੇਰੇ ਅੱਖਾਂ ਦੇ ਸਾਹਮਣੇ ਕੁਛ ਹੋਵੇ, ਪਰ ਮੈਂ ਤੈਨੂੰ ਆਪਣੇ ਅੱਖੀਆਂ ਤੋਂ ਉਹਲੇ ਨਹੀਂ ਕਰ ਸਕਦੀ। ਉੱਥੇ ਇਨਸਾਫ ਨਹੀਂ ਹੈਗਾ ਦਿੱਲੀ ਦੇ ਵਿੱਚ, ਅਜੇ ਤਾਂ ਮੇਰੇ ਪਿਤਾ ਦੀ ਤਵੀ ਨਹੀਂ ਠੰਡੀ ਹੋਈ ਪੁੱਤਰਾ, ਤੈਨੂੰ ਹੁਣੇ ਉੱਥੇ ਬੁਲਾ ਲਿਆ। ਫਿਰ ਆਪਣੇ ਸੇਵੇ ਪਾਸਾ ਕਹਿੰਦੇ ਮਾਤਾ ਜੀ ਐਉਂ ਕਰ, ਫਿਰ ਹੁਣ ਮੈਨੂੰ ਗੁਰੂ ਨਾਨਕ ਦੀ ਗੱਦੀ ਦੀ ਕਸਮ ਹੈ, ਗੁਰੂ ਨਾਨਕ ਦੀ ਗੱਦੀ ਕਰਾਮਾਤ ਨਹੀਂ ਦਿਖਾਉਂਦੀ, ਪਰ ਅਸੀਂ ਤੈਨੂੰ ਬਾਟਣ ਦਿੰਦੇ ਆ, ਜੇ ਲੋੜ ਪਈ ਮੈਂ ਕਰਾਮਾਤ ਦਿਖਾ ਕੇ ਜਿਉਂਦਾ ਜਾਗਦਾ ਆ ਕੇ ਮਾਤਾ ਤੇਰੇ ਚਰਨ ਵਰਸੂਗਾ। ਦੁਨੀਆ ਦੀ ਕੋਈ ਤਾਕਤ ਨਹੀਂ ਜੋ ਮੈਨੂੰ ਹਰਾ ਸਕੇ। ਮੈਂ ਤੈਨੂੰ ਵਾਅਦਾ ਦਿੰਦਾ ਮਾਤਾ, ਮੈਂ ਇਹਨਾਂ ਆ ਕੇ ਤੇਰੇ ਚਰਨਾਂ ਨੂੰ ਪੁੱਜੂਗਾ, ਮੈਂ ਵਾਪਸ ਆਊਂਗਾ। ਜਦ ਮੈਂ ਗੁਰੂ ਨਾਨਕ ਦੀ ਗੱਦੀ ਦੀ ਕਸਮ ਖਾਧੀ ਨਾ, ਫਿਰ ਮਾਤਾ ਨੂੰ ਹੋਸ਼ ਆਈ ਵੀ ਇਹ ਤਾਂ ਬਹੁਤ ਵੱਡਾ ਯੋਧਾ ਪਰਉਪਕਾਰੀ ਹੈ, ਵੀ ਪੁੱਤ ਗੁਰੂ ਨਾਨਕ ਦੀ ਕਸਮ ਐਵੇਂ ਨਹੀਂ ਖਾਂਦਾ। ਫਿਰ ਕੁਝ ਮਨ ਨੂੰ ਸ਼ਾਂਤੀ ਆਈ, ਚੰਗਾ ਪੁੱਤਰਾ ਜਿਵੇਂ ਤੇਰੀ ਮਰਜ਼ੀ ਹੈ। ਫਿਰ ਸਤਿਗੁਰੂ ਤਿਆਰ ਹੋ ਕੇ ਵਜ਼ੀਰ ਖਾਨ ਤੇ ਪੁੰਜ ਬੇਗ ਨੂੰ ਕਹਿੰਦੇ ਬਈ ਚੱਲੋ ਬਈ ਆਪਾਂ ਚੱਲੀਏ ਦਿੱਲੀ ਨੂੰ। ਹੁਣ ਦਿੱਲੀ ਪਹੁੰਚ ਗਏ, ਹੌਲੀ ਹੌਲੀ ਜਾਂਦੇ ਨੇ ਤੁਰੇ। ਹੁਣ ਰਸਤੇ ਦੇ ਵਿੱਚ ਜਿੱਥੇ ਟਿਕਾਣਾ ਹੁੰਦਾ ਬਈ ਆਸਾਂ ਦਾ ਵਰਸਦੇ ਨੇ ਫੁੱਲ, ਸੰਗਤਾਂ ਕਰਦੀਆਂ ਨੇ ਸੇਵੇ ਪਾਸਾਂ ਦੇ ਦਰਸ਼ਨ, ਹੁਣ ਉੱਥੇ ਸੰਗਤ ਜੁੜਦੀ ਹੈ। ਹੁਣ ਜਿਹੜੀਆਂ ਸ਼ਕਤੀਆਂ ਨੇ ਨਾ ਅੰਮ੍ਰਿਤਸਰ ਦੀਆਂ, ਬਾਬਾ ਬੁੱਢਾ ਜੀ, ਪੈੜਾ, ਮੋਖਾ, ਜੇਠਾ, ਭੰਡਣ ਵਰਗੇ, ਉਹ ਨਾਲ ਤੁਰ ਪਏ ਸਾਰੀ ਸੰਗਤ। ਹੁਣ ਰਸਤੇ ਦੇ ਵਿੱਚ ਉਹ ਸੰਗਤਾਂ ਹੋਰ ਜੁੜੀ ਜਾਂਦੀਆਂ ਨੇ, ਪੂਰਾ ਜੱਥਾ ਬਣ ਗਿਆ ਬਹੁਤ ਤਕੜਾ। ਹੌਲੀ ਹੌਲੀ ਜਿੱਥੇ ਟਿਕਾਣਾ ਹੋਵੇ ਉੱਥੇ ਦੀਵਾਨ ਲੱਗੇ, ਉੱਥੋਂ ਸੰਗਤ ਹੋਰ ਜੁੜ ਜਵੇ। ਬਈ ਦਿੱਲੀ ਤੱਕ ਜਾਂਦਾ ਜਾਂਦਾ ਵਜ਼ੀਰ ਖਾਨ ਪਾਣੀ ਪਾਣੀ ਹੋ ਗਿਆ, ਕਹਿੰਦਾ ਵੀ ਇਹਦਾ ਅੱਲਾ ਦਾ ਨੂਰ ਹੈ, ਸੀਆਈਡੀ ਗਲਤ ਹੈ, ਸੀਆਈਡੀ ਕਿਸੇ ਨੇ ਗਲਤ ਦਿੱਤੀ ਹੈ, ਇਹਦਾ ਅੱਲਾ ਦਾ ਨੂਰ ਹੈ, ਇਹਦਾ ਖੁਦਾ ਦਾ ਰੂਪ ਹੈ, ਇਹ ਐਸੇ ਨਹੀਂ ਹੋ ਸਕਦੇ। ਕੁੰਜ ਵੇਗ ਵੀ ਜਾਂਦਾ ਜਾਂਦਾ ਹਰਕਤ ਹੋ ਗਿਆ। ਹੁਣ ਦਿੱਲੀ ਪਹੁੰਚ ਗਏ। ਦਿੱਲੀ ਦੇ ਬਾਹਰ ਜਮਨਾ ਦੇ ਕੰਢੇ ਤੇ ਇੱਕ ਮਾਜਨੂ ਦਾ ਟਿੱਲਾ ਹੈ, ਉੱਥੇ ਇੱਕ ਮਾਜਨੂ ਫਕੀਰ ਰਹਿੰਦਾ ਸੀ, ਉਹਦਾ ਇੱਕ ਥੜਾ ਬਣਿਆ ਹੋਇਆ ਸੀ। ਥੜਾ, ਉਹ ਥੜੇ ਦੇ ਉੱਤੇ ਉਹ ਤਪ ਕਰਦਾ ਹੁੰਦਾ, ਇਸ ਕਰਕੇ ਉਹਦਾ ਨਾਮ ਪੈ ਗਿਆ ਸੀ ਮਾਜਨੂ ਟਿੱਲਾ। ਹੁਣ ਉਹਦੇ ਨਾਲ ਦੀ ਜਮਨਾ ਵਹਿੰਦੀ ਸੀ। ਹੁਣ ਤਾਂ ਦਿੱਲੀ ਬਹੁਤ ਵੱਡੀ ਹੋ ਗਈ ਨਾ, ਜਮਨਾ ਪਿੱਛੇ ਹਟ ਗਈ ਥੋੜੀ ਜਿਹੀ ਗੁਰਦੁਆਰੇ ਤੋਂ। ਪਹਿਲਾਂ ਗੁਰਦੁਆਰਾ ਨਹੀਂ ਸੀ, ਟਿੱਲਾ ਸੀ ਮਾਜਨੂ ਦਾ, ਉਹਦੇ ਬਿਲਕੁਲ ਜਮਨਾ ਨਾਲ ਦੀ ਵਹਿੰਦੀ ਸੀ। ਤਾਂ ਕੁੰਜ ਵੇਗ ਦੇ ਵਜ਼ੀਰ ਖਾਨ ਕਹਿੰਦੇ ਮਹਾਰਾਜ ਤੁਸੀਂ ਇੱਥੇ ਬਰਾਜੋ, ਆਹ ਟਿੱਲੇ ਤੇ ਬਰਾਜੋ, ਨੇੜੇ ਦੀ ਪਾਣੀ ਹੈ, ਹਰੇ ਭਰੇ ਦਰਖਤ ਨੇ, ਸ਼ਾਂਤੀ ਦਾ ਵਾਤਾਵਰਨ ਹੈ, ਅਸੀਂ ਜਾ ਕੇ ਜਹਾਂਗੀਰ ਨੂੰ ਤਰਾ ਦਿੰਦੇ ਹਾਂ, ਫਿਰ ਜੋ ਉਹਦਾ ਹੁਕਮ ਹੋਊਗਾ ਤੁਹਾਨੂੰ ਆ ਕੇ ਦੱਸਦੇ ਹਾਂ। ਕਹਿੰਦੇ ਵੀ ਠੀਕ ਹੈ। ਹੁਣ ਮਾਜਨੂ ਦੇ ਟਿੱਲੇ ਦੇ ਸੇਵੇਂ ਸਤਿਗੁਰਾਂ ਨੇ ਲਾ ਲਿਆ ਉਦਾਸ ਨੂੰ, ਲੰਗਰ ਬਣਨੇ ਹੋ ਗਏ ਸ਼ੁਰੂ। ਦਿੱਲੀ ਦੀਆਂ ਸੰਗਤਾਂ ਬਹੀਰਾਂ ਕੱਟ ਕੇ ਲੱਗੀਆਂ ਆਉਣ। ਜਦ ਪਤਾ ਲੱਗਿਆ ਵੀ ਗੁਰੂ ਨਾਨਕ ਦੀ ਗੱਦੀ ਦੀ ਸੇਵੀ ਜੋਤ ਦਿੱਲੀ ਦੇ ਵਿੱਚ ਆਈ ਹੈ, ਸੰਗਤਾਂ ਦੇ ਲਾਗੇ ਇਕੱਠ ਹੋਣ, ਨਾਮ ਭਜਨ ਦੀਆਂ ਲੱਗੀਆਂ ਘੜੀਆਂ। ਤਾਂ ਜਾ ਕੇ ਉਹਨਾਂ ਨੇ ਪਤਾ ਕਰਿਆ, ਕਹਿੰਦੇ ਵੀ ਜਹਾਂਗੀਰ ਕਿੱਥੇ ਹੈ। ਕਹਿੰਦੇ ਵੀ ਉਹਦਾ ਰਾਜਸਥਾਨ ਦੇ ਵਿੱਚ ਬਗਾਵਤ ਹੋ ਗਈ ਤੇ ਉਹਨੂੰ ਦਬਾਉਣ ਵਾਸਤੇ ਰਾਜਸਥਾਨ ਦੇ ਦੌਰੇ ਤੇ ਗਿਆ। ਉਹ 4 ਦਿਨ ਨੂੰ ਆਵੇ, 10 ਦਿਨ ਨੂੰ ਆਵੇ, ਵੀ ਕੋਈ ਪਤਾ ਨਹੀਂ ਕਦ ਆਊਗਾ। ਕਹਿੰਦੇ ਚਲੋ ਠੀਕ ਹੈ। ਵਜ਼ੀਰ ਖਾਨ ਤੇ ਪੁੰਜ ਵੇਗ ਵਾਪਸ ਆ ਗਏ। ਕਹਿੰਦੇ ਮਹਾਰਾਜ ਜਹਾਂਗੀਰ ਗਿਆ ਹੈ ਰਾਜਸਥਾਨ ਦੇ ਦੌਰੇ ਤੇ, ਹੁਣ ਤੁਸੀਂ ਇੱਥੇ ਬਰਾਜੋ, ਆਨੰਦ ਲਾਓ ਆਪਣਾ। ਸਾਰੀ ਮੌਸਮ ਹੈ ਜਿਹੜਾ ਜੋ ਵੀ ਆਨੰਦ ਹੈ, ਜੋ ਦ੍ਰਿਸ਼ ਹੈ, ਉਹ ਬਹੁਤ ਸ਼ਾਂਤਮਈ ਹੈ। ਜਦੋਂ ਜਹਾਂਗੀਰ ਆ ਜਾਊ ਅਸੀਂ ਤੁਹਾਨੂੰ ਆ ਕੇ ਇਤਲਾਹ ਕਰ ਦਾਂਗੇ, ਫਿਰ ਜਿਵੇਂ ਉਹਦੀ ਮਰਜ਼ੀ ਹੋਊ ਉਕਣੇ ਹੋ ਜਾਊ। ਹੁਣ ਵੀ ਲਾਗੀਆਂ ਨਾਮ ਦੀਆਂ ਝੜੀਆਂ ਲੱਗਣ ਮਾਜਨੂ ਦੇ ਟਿੱਲੇ ਤੇ। ਹੁਣ ਤਾਂ ਗੁਰਦੁਆਰਾ ਸਾਹਿਬ ਬਣ ਗਿਆ ਨਾ ਉੱਥੇ, ਵੀ ਨਾਮ ਦੀ ਵਰਖਾ ਹੋਣ ਲੱਗੀ, ਸੰਗਤਾਂ ਹੋ ਗਈਆਂ ਇਕੱਠੀਆਂ, ਤੇ ਸਾਰਾ ਉੱਥੇ ਜੋ ਆਨੰਦ ਵਰਤਦਾ ਨਾ ਉਹ ਬਹੁਤ ਜ਼ਿਆਦਾ ਵਰਤਦਾ। ਹੁਣ ਜਿਹੜੇ ਕਾਜੀ ਮੁੱਲਾ ਮਲਾਣੇ ਦਰਬਾਰ 'ਚ ਬੈਠੇ ਤੇ ਉਹ ਕਹਿੰਦੇ ਵੀ ਆਪਾਂ ਤਾਂ ਚੱਲ ਕੇ ਦੇਖੀਏ ਜਹਾਂਗੀਰ ਜਦ ਆਊ ਵੀ ਆਪਾਂ ਤਾਂ ਦੇਖੀਏ ਵੀ ਐਸਾ ਕਿਹੜਾ ਜਿਹੜਾ ਦਿੱਲੀ ਦਰਬਾਰ ਨੂੰ ਵਿਗਾੜਦਾ ਹੈ। ਕਿਉਂਕਿ ਹਿੰਦੂ ਸੱਭਿਅਤਾ ਨੂੰ ਇਹ ਜਿਹੜਾ ਮੁਗਲ ਸਾਮਰਾਜ ਹੈ ਨਾ, ਇਹ ਬਿਲਕੁਲ ਮਰਿਆ ਸਮਾਨ ਮੰਨਦਾ ਵੀ ਇਹ ਤਾਂ ਬੋਲ ਹੀ ਨਹੀਂ ਸਕਦਾ ਕੋਈ। ਆਪਣੀਆਂ ਧੀਆਂ ਭੈਣਾਂ ਜਾ ਕੇ ਬਾਜ਼ਾਰਾਂ 'ਚ ਵੇਚਦੇ ਤੇ 2-2 ਟਕੇ ਨੂੰ। ਉਹ ਕਹਿੰਦੇ ਵੀ
ਰਾਜਧਾਨੀ ਕਾਇਮ ਕਰਨ ਨੂੰ ਕਹਿੰਦਾ ਵੀ ਆਪਾਂ ਤਾਂ ਚੱਲ ਕੇ ਦੇਖੀਏ ਉਹਦੀ ਉਮਰ ਕਿੰਨੀ ਕੁ ਹੈ, ਕੌਣ ਆ ਉਹ। ਬਈ ਦਿੱਲੀ ਦੇ ਕਾਜੀ ਮੁੱਲਾ ਮਲਾਣਿਆਂ ਦੀ ਮਹਿਫਲ ਇਕੱਠੀ ਹੋ ਕੇ ਚੱਲ ਵੀ ਮਾਜੂ ਦੇ ਢਿੱਲੇ ਵੱਲ ਨੂੰ। ਹੁਣ ਉਹ ਜਾਂਦੇ ਜਾਂਦੇ ਨਾਲ ਤਾਂ ਗੱਲਾਂ ਕਰਦੇ ਜਾਂਦੇ ਨੇ ਵੀ ਐਸਾ ਹੈ ਕੌਣ ਜਿਹੜਾ ਐਡਾ ਸੂਰਮਾ ਆ ਗਿਆ, ਕਿਉਂਕਿ ਦਿੱਲੀ ਦਰਬਾਰ ਸ਼ਾਮ ਨੂੰ ਧਰਤੀ ਪੁੱਠੀ ਕਰ ਦੇਵੇ ਇੰਨੀ ਤਾਕਤ ਰੱਖਦਾ ਹੈ। ਜਿਹੜਾ ਦਿੱਲੀ ਦਰਬਾਰ ਦੇ ਖਿਲਾਫ ਬੋਲਦਾ ਕੌਣ ਆ, ਆਪਾਂ ਚੱਲ ਕੇ ਦਰਸ਼ਨ ਕਰੀਏ। ਤਾਂ ਇੱਕ ਕਾਜੀ ਕਹਿੰਦਾ ਆਉਂਦਾ ਕਹਿੰਦਾ ਵੀ ਇਹਨਾਂ ਦੇ ਪ੍ਰਸਾਦ ਬਣਦਾ ਹੁੰਦਾ ਵੀ ਆਪਾਂ ਨੂੰ ਵੀ ਸਿਖਾਉਣਗੇ। ਉਹਦਾ ਜੇ ਗੱਲਾਂ ਕਰਦੇ ਹੁੰਦੇ ਨੇ ਰਾਹ 'ਚ, ਇੱਧਰ ਸੇਵੇਂ ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਕਰਤਾ, ਕਹਿੰਦੇ ਬਾਬਾ ਜੀ ਕੜਾਹੇ ਚਾੜੋ, ਦੇਗਾਂ ਬਣਾਓ, ਲੰਗਰ ਤਿਆਰ ਕਰੋ, ਸੰਗਤ ਬਹੁਤ ਆ ਰਹੀ ਹੈ ਸਿੱਖਣ ਵਾਲੀ। ਹੁਣ ਉੱਥੇ ਪ੍ਰਸਾਦਾ ਤਿਆਰ ਹੋਣ ਲੱਗ ਗਿਆ, ਲੰਗਰ ਬਣ ਗਿਆ। ਇਹਨਾਂ ਨੂੰ ਕਾਜੀ ਮੁੱਲਾ ਮਲਾਣੇ ਵਿੱਚ ਆ ਬੈਠੇ। ਹੁਣ ਸੇਵੇਂ ਪਾਤਸ਼ਾਹ ਸਤਿਗੁਰੂ ਆਸਣ ਦੇ ਬੈਠੇ ਨੇ, ਨੇਤਰ ਬੰਦ ਨੇ। ਹੁਣ ਦੁਆ ਸਲਾਮ ਦਾ ਕੀ ਕਰਨੀ ਦੀ ਕਾਜੀ ਮੁੱਲਾ ਮਲਾਣਿਆਂ ਨੇ, ਜਾ ਕੇ ਆਲੇ ਦੁਆਲੇ ਬੈਠਣ ਲੱਗ ਗਏ। ਹੁਣ ਉਹ ਸੋਚਦੇ ਨੇ ਵੀ ਇਹ ਨੇਤਰ ਕਿਉਂ ਬੰਦ ਕਰੀ ਬੈਠੇ ਨੇ, ਵੀ ਇਹ ਨੇਤਰ ਖੋਲਣ ਦਾ ਕੋਈ ਗੱਲ ਕਰੀਏ। ਹੁਣ ਸਤਿਗੁਰਾਂ ਦੇ ਨੇਤਰ ਬੰਦ ਨੇ, ਆਪਣੀ ਅਡੋਰ ਬਿਰਤੀ ਦੇ ਵਿੱਚ ਬੈਠੇ ਨੇ, ਆਪਣੇ ਆਨੰਦ ਦੇ ਵਿੱਚ ਬੈਠੇ ਨੇ। ਤਾਂ ਕੁਛ ਟਾਈਮ ਲੰਘਿਆ ਤਾਂ ਇੰਨੇ ਨੂੰ ਜਮਨਾ ਦੇ ਦੂਜੇ ਕੰਢੇ ਤੇ ਇੱਕ ਬਿਜਲੀ ਕੜਕੀ ਸੁੱਕੇ ਅੰਬਰੋਂ। ਉਹ ਸਾਰੇ ਹੈਰਾਨ ਹੋ ਗਏ, ਤਰੁਣ ਕੇ ਉੱਧਰ ਨੂੰ ਦੇਖੇ ਵੀ ਕੋਈ ਬੱਦਲ ਨਹੀਂ, ਕੋਈ ਹੋਰ ਕੋਈ ਗੱਲ ਨਹੀਂ, ਬਿਜਲੀ ਕਿਵੇਂ ਕੜਕੀ। ਜਦੋਂ ਨਿਗਾਹ ਮਾਰੀ ਨਾ ਜਿੱਥੇ ਜਮਨਾ ਦੇ ਕੰਢੇ ਤੇ ਬਿਜਲੀ ਗਿਰੀ ਆ ਕੇ, ਤਾਂ ਉੱਥੇ ਇੱਕ ਦੇਵ ਕੰਨਿਆ ਖੜੀ ਹੈ, ਦੇਵ ਕੰਨਿਆ, ਇੱਕ ਲੜਕੀ ਫਰਿਸ਼ਤਾ। ਉਹ ਪਾਣੀ ਦੇ ਉੱਤੇ ਦੀ ਸਿੱਧੀ ਚੱਲ ਪਈ ਇੱਧਰ ਨੂੰ, ਸਤਿਗੁਰਾਂ ਵੱਲ ਨੂੰ। ਉਹ ਐਂ ਤੁਰੀ ਆਵੇ ਪਾਣੀ ਦੇ ਜਿਵੇਂ ਬੰਦਾ ਸੜਕ ਤੇ ਤੁਰਿਆ ਜਾਂਦਾ ਹੁੰਦਾ। ਬਈ ਕਾਜੀ ਮੁੱਲਾ ਮਲਾਣਿਆਂ ਦੇ ਹੋਸ਼ ਉੱਡ ਗਏ। ਉਹ ਲੜਕੀ ਪਾਣੀ ਤੇ ਤੁਰੀ ਆਉਂਦੀ ਆ ਸਿੱਧੀ ਸੇਵੇਂ ਸਤਿਗੁਰਾਂ ਵੱਲ ਨੂੰ, ਸੇਵੇਂ ਸਤਿਗੁਰਾਂ ਦੇ ਨੇਤਰ ਬੰਦ ਨੇ। ਹੁਣ ਕਾਜੀ ਮੁੱਲਾ ਮਲਾਣੇ ਹੈਰਾਨ ਹੁੰਦੇ ਨੇ ਵੀ ਆਹ ਕੀ ਜੋਜ ਵਰਤ ਰਿਹਾ। ਹੁਣ ਬਾਬਾ ਬੁੱਢਾ ਜੀ ਤੇ ਬਾਕੀ ਜੇਠਾ ਪੜਾਉਣੀ ਕਹਿੰਦੇ ਬਈ ਇਹ ਰਚਨਾ ਕੋਈ ਸੇਵੇਂ ਸਤਿਗੁਰਾਂ ਦੀ, ਇਹ ਤਾਂ ਇਹਨਾਂ ਦੀ ਖੇਡ ਹੀ ਜਾਣਦੇ ਨੇ। ਉਹ ਕਹਿੰਦੇ ਵੀ ਜਿਹੜਾ ਮਾਤਾ ਗੰਗਾ ਨੂੰ ਕਹਿ ਕੇ ਆਏ ਸੀ ਨਾ ਵੀ ਸਾਨੂੰ ਕਰਾਮਾਤ ਦਿਖਾਉਣੀ ਪਈ, ਅਸੀਂ ਦਿਖਾਵਾਂਗੇ ਵੀ ਇਹਦਾ ਚੋਜੀ ਪ੍ਰੀਤਮ ਦੀ ਕੋਈ ਕਰਾਮਾਤ ਹੈ, ਵੀ ਇਹ ਤਾਂ ਇਹਨਾਂ ਦੀਆਂ ਇਹੀ ਜਾਣਦੇ ਨੇ। ਹੁਣ ਉੱਥੇ ਇੱਕ ਹੋਰ ਗੱਲ ਹੋਈ, ਉੱਥੇ ਰਾਗ ਚੱਲ ਪਏ, ਰਾਗ ਕਾਨੜਾ ਮਲਾਰ ਢੋਡੀਆ ਰਾਗ ਚੱਲ ਪਏ, ਸਾਜ਼ ਵੱਜਣ ਲੱਗ ਗਏ। ਹੁਣ ਉਹ ਕਾਜੀ ਮੁੱਲਾ ਮਲਾਣੇ ਹੈਰਾਨ ਹੋ ਗਏ ਵੀ ਕੋਈ ਸਾਜੀ ਨਹੀਂ ਦੀਦਾ, ਕੋਈ ਸਾਜ਼ ਵਜਾਉਣ ਵਾਲਾ ਨਹੀਂ ਦੀਦਾ, ਵੀ ਇਹ ਕਿਹਨੇ ਸੁਰਾਂ ਬੰਨ੍ਹਤੀਆਂ, ਵੀ ਇਹ ਸਾਜ਼ ਵੱਜਦੇ ਨੇ, ਰਾਗ ਚੱਲਦੇ ਨੇ। ਤਾਂ ਲੜਕੀ ਸਿੱਧੀ ਤੁਰੀ ਆਉਂਦੀ ਆ ਜਮਨਾ ਦੇ ਪਾਣੀ ਤੇ, ਜਿੱਥੋਂ ਆ ਕੇ ਪਾਣੀ ਮੁੱਕ ਗਿਆ ਉੱਥੋਂ ਧਰਤੀ ਤੇ ਤੁਰ ਪਈ, ਸਿੱਧੀ ਸੇਵੇਂ ਪਾਤਸ਼ਾਹ ਵੱਲ ਨੂੰ ਆਈ। ਆ ਕੇ ਸੇਵੇਂ ਪਾਤਸ਼ਾਹ ਨੂੰ ਨਮਸਕਾਰ ਕੀਤੀ। ਸੇਵੇਂ ਪਾਤਸ਼ਾਹ ਨੇ ਨੇਤਰ ਖੋਲੇ, ਆਵਾਜ਼ ਮਾਰੀ, ਕਹਿੰਦੇ ਬਾਬਾ ਜੀ, ਵਿਧੀ ਚੰਦ ਜੀ, ਬਈ ਪ੍ਰਸਾਦ ਲਿਆਓ, ਅਰਸਾ ਜੋ ਫਰਿਸ਼ਤਾ ਆਇਆ ਆਪਾਂ ਨੇ ਇਹਨਾਂ ਦਾ ਸਤਿਕਾਰ ਕਰ ਲਿਆ। ਤਾਂ ਉਹ ਲੜਕੀ ਨੂੰ ਪ੍ਰਸਾਦ ਦਿੱਤਾ, ਦੇਖ ਲਈ। ਉਹ ਕਿਹੜੇ ਪੁੱਠੇ ਪੈਰੀ ਲੜਕੀ ਪਿੱਛੇ ਨੂੰ ਮੁੜ ਚੱਲੀ। ਹੁਣ ਉਹ ਸੋਚਦੇ ਨੇ ਵੀ ਇਹ ਲੜਕੀ ਕੌਣ ਹੈ। ਹੁਣ ਇਹ ਕਈ ਇਤਿਹਾਸਾਂ ਦੇ ਵਿੱਚ ਵੱਖਰਾ ਵੱਖਰਾ ਲਿਖਿਆ ਹੋਇਆ। ਹੁਣ ਉਹ ਜੱਦੋ ਜਹਿਦ 'ਚ ਆਪਾਂ ਨੇ ਪੈਣਾ ਨਹੀਂ, ਕਿਉਂਕਿ ਜਿਹਦੀ ਜਿੰਨੀ ਕੁ ਜਿਹਨੂੰ ਮਾਲਕ ਨੇ ਮੱਤ ਦਿੱਤੀ ਉਹਨਾਂ ਕੋਲ ਲਿਖ ਲੈਂਦਾ। ਕਿ ਇੱਕ ਇਤਿਹਾਸ ਦੇ ਵਿੱਚ ਜਿਵੇਂ ਲਿਖਿਆ ਉਹ ਆਪਾਂ ਦੱਸਾਂਗੇ, ਬਾਕੀ ਹੋਰਾਂ ਨੇ ਵੀ ਬਹੁਤ ਅੱਡ ਲਿਖਿਆ ਵੀ ਉਹ ਲੜਕੀ ਕੌਣ ਸੀ, ਕਿੱਥੋਂ ਆਈ ਸੀ। ਤੇ ਪਰ ਜਾਂ ਰਾਗ ਚੱਲਦੇ ਨੇ ਨਾ, ਫਿਰ ਉੱਥੇ ਜਿਹੜਾ ਇੱਕ ਆਨੰਦਮਈ, ਇੱਥੇ ਦਾ ਕਾਪਟਰ ਹੋ ਆਨੰਦਮਈ, ਵੀ ਟੋਡੀਆ ਮਾਲੜਾ ਰਾਗ ਜਿਹੜੇ ਹੈਗੇ ਨਾ, ਮਲਾਰ ਟੋਡੀਆ ਕਾਨੜਾ ਰਾਗ ਲਾ ਕੇ ਚੱਲਣਾ। ਬਈ ਇੱਕ ਧੁੰਦ ਮੀਂਹ ਵਰਸਦਾ, ਅੰਮ੍ਰਿਤ ਦੀਆਂ ਧੁਨਾਂ ਵਰਸੀਆਂ ਨੇ, ਵੀ ਮਿੱਠੇ ਮਿੱਠੇ ਨੂਰੀ ਰਾਗ ਦੀ ਧੁਨੇ ਅੰਮ੍ਰਿਤ ਮੀਂਹ ਬਰਸਾਵੇ। ਦਿੱਲੇ ਮਜਨੂ ਦੇ ਦਿੱਲੇ ਹੋਰਾ ਚਾਲਕ ਦਿਖਾਈ, ਸੁੱਕੇ ਅੰਬਰਾਂ ਤੋਂ ਜੈਸੇ ਇੱਕ ਬਿਜਲੀ ਗਿਰਾਈ। ਹੋਗੀ ਕੰਨਿਆ ਦਾ ਰੂਪ ਇੱਕ ਜੋਤ ਸੀ ਜਗਾਈ, ਉਹਦਾ ਨਾਮਣਾ ਦੀ ਸ਼ਾਨ ਵਧਾਵੇ। ਮਿੱਠੇ ਮਿੱਠੇ ਨੂਰੀ ਆਗਦੀ ਧੁਨ ਅੰਮ੍ਰਿਤ ਮੀਂਹ ਬਰਸਾਵੇ। ਮਿੱਠੇ ਮਿੱਠੇ ਨੂਰੀ ਆਗਦੀ ਜਾ ਕੇ ਚਰਨਾਂ ਦਿਖੇ ਵੀ ਸੀਸ
तेरा मगान की किसे होत बरबाद सुनावे मिठे मिठे रुई राग दी धुन अमृत मी बरसावे मिठे मिठे रुई राग दी बई मिठा मिठा ਨੂਰੀ ਰਾਗ ਚੱਲ ਪਿਆ। ਉੱਥੇ ਕਹਿੰਦੇ ਵੀ ਦੇਵਤਿਆਂ ਨੇ ਸਾਜ਼ ਬੰਨ੍ਹਦੇ, ਨਾਰਦ ਮੁਨੀ ਨੇ ਤੁੰਬਾ ਵਜਾਇਆ ਜਿਹਦੀ ਤਿੰਨਾਂ ਲੋਕਾਂ ਦੇ ਵਿੱਚ ਆਵਾਜ਼ ਆਉਂਦੀ ਹੈ। ਫਿਰ ਕਾਜੀ ਮੁੱਲਾ ਮਲਾਣੇ ਪੁੱਛਦੇ ਨੇ, ਕਹਿੰਦੇ ਮਹਾਰਾਜ ਵੀ ਆਹ ਲੜਕੀ ਕੌਣ ਹੈ, ਸਾਨੂੰ ਇਹਦੇ ਬਾਰੇ ਜਾਣਨ ਪਾਓ। ਫਿਰ ਉਹ ਦੱਸਦੇ ਨੇ, ਕਹਿੰਦੇ ਵੀ ਜਦੋਂ ਚੌਥੇ ਪਾਤਸ਼ਾਹ ਨਾ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਵਾ ਰਹੇ ਸੀ, ਉਦੋਂ ਇਹ ਲੜਕੀ ਆਈ ਸੀ ਕਾਬਲ ਤੋਂ। ਇਹਨੇ ਬਹੁਤ ਸੇਵਾ ਕੀਤੀ, ਅਣਥੱਕ ਸੇਵਾ ਕੀਤੀ ਸਰੋਵਰ ਦੀ। ਇਹਦਾ ਆ ਗਿਆ ਅਖੀਰਲਾ ਸਮਾਂ, ਅੰਤਮ ਸਮਾਂ ਆ ਗਿਆ ਇਹਦਾ। ਤਾਂ ਗੁਰੂ ਰਾਮਦਾਸ ਜੀ ਕਹਿੰਦੇ ਬੇਟਾ ਤੇਰੀ ਆ ਗਈ ਅਖੀਰਲੀ ਡੇਟ, ਵੀ ਤੇਰੀ ਸੇਵਾ ਪ੍ਰਵਾਨ। ਹੁਣ ਤੂੰ ਦੱਸ ਵੀ ਤੂੰ ਸੁਰਗਾਂ 'ਚ ਜਾਣਾ ਚਾਹੁੰਦੀ ਹੈ ਜਾਂ ਬੈਕੁੰਠ 'ਚ ਜਾਣਾ ਚਾਹੁੰਦੀ ਹੈ। ਹੁਣ ਉਹ ਲੜਕੀ ਨੂੰ ਇਹ ਨਾ ਪਤਾ ਵੀ ਸੁਰਗਾਂ 'ਚ ਕੀ ਅੰਤਰ ਹੈ, ਬੈਕੁੰਠ 'ਚ ਕੀ ਅੰਤਰ ਹੈ। ਉਹਨੂੰ ਸੁਰਗ ਚੰਗਾ ਲੱਗਿਆ ਲੜਕੀ ਨੂੰ। ਉਹ ਕਹਿੰਦੇ ਸਤਿਗੁਰੂ ਜੇ ਤੁਠਿਓ ਮੈਨੂੰ ਸੁਰਗਾਂ 'ਚ ਭੇਜ ਦਿਓ। ਬੜੇ ਹੱਸੇ ਗੁਰੂ ਰਾਮਦਾਸ ਜੀ। ਕਹਿੰਦੇ ਬੀਬਾ ਵੀ ਤੇਰੀ ਮੰਜ਼ਿਲ ਤਾਂ ਹੈਗੀ ਆ ਉੱਚੀ, ਤੇਰਾ ਦਰਜਾ ਤਾਂ ਹੈਗਾ ਬੈਕੁੰਠ ਧਾਮ ਦਾ, ਪਰ ਸਾਡੇ ਸਿੱਖ ਦੀ ਜਿਹੜੀ ਕੋਈ ਦਿਲ ਦੇ ਵਿੱਚ ਨਾ ਰਹਿ ਜਾਵੇ। ਹੁਣ ਤੂੰ ਐਂ ਕਰ ਸੁਰਗਾਂ ਨੂੰ ਜਾ ਪਹਿਲਾਂ। ਜਦੋਂ ਸੁਰਗਾਂ ਦੇ ਵਿੱਚੋਂ ਤੇਰਾ ਮਨ ਉਪਰਾਮ ਹੋ ਜਾਵੇ ਨਾ, ਫਿਰ ਤੂੰ ਜਿੱਥੇ ਵੀ ਗੁਰੂ ਨਾਨਕ ਦੀ ਜੋਤ ਹੋਊਗੀ ਉਹਦਾ ਧਿਆਨ ਧਰ ਕੇ ਯਾਦ ਕਰ ਲਈ। ਤੈਨੂੰ ਦੇਵਤੇ ਉੱਥੇ ਲੈ ਕੇ ਆਉਣਗੇ ਜਿੱਥੇ ਵੀ ਗੁਰੂ ਨਾਨਕ ਦੀ ਗੱਦੀ ਦੀ ਜੋਤ ਹੋਊ। ਫਿਰ ਉੱਥੋਂ ਪ੍ਰਸਾਦ ਲੈ ਕੇ ਸਿੱਧਾ ਸੱਚਖੰਡ ਨੂੰ ਵਗ ਗਈ। ਕਹਿੰਦੇ ਵੀ ਉਹ ਇਹ ਦੇਵ ਕੰਨਿਆ। ਹੁਣ ਇਹ ਲੜਕੀ ਦਾ ਸੁਰਗਾਂ ਤੋਂ ਹੋ ਗਿਆ ਮਨ ਉਪਰਾਮ, ਨਹੀਂ ਆਨੰਦ ਆਇਆ ਸੁਰਗਾਂ ਦੇ ਵਿੱਚ, ਕਿਉਂਕਿ ਬੰਦਗੀ ਵਾਲੀ ਨੂੰ ਸੁਰਗ ਦਾ ਕੀ ਮਤਲਬ। ਨਰਕ ਦੇ ਸੁਰਗ ਵਿਚਾਰੇ ਸਾਧੂਆਂ ਨੇ ਦੁੰਨੀ ਰੱਦ ਤੇ, ਇਹਦਾ ਗੱਲ ਹੀ ਕੁਝ ਨਹੀਂ। ਸੁਰਗਾਂ ਸਰਗਾਂ ਦੀ ਤਾਂ ਉਹੀ ਗੱਲ ਹੁੰਦੀ ਆ। ਕਹਿੰਦੇ ਵੀ ਹੁਣੇ ਗੁਰੂ ਨਾਨਕ ਦੀ ਗੱਦੀ ਤੋਂ ਪ੍ਰਸਾਦ ਲੈ ਕੇ ਸਿੱਧਾ ਸੱਚਖੰਡ ਨੂੰ ਚਲੀ ਗਈ। ਉਹ ਲੜਕੀ ਉਵੇਂ ਪਿਸਰ ਖੋੜੀ ਪੁੱਠੇ ਪੈਰੀ ਫੇਰ ਮੁੜ ਗਈ। ਜਾ ਕੇ ਪਾਣੀ ਤੋਂ ਤੁਰ ਕੇ ਜਿੱਥੇ ਉਹ ਉਤਰੀ ਸੀ ਉਵੇਂ ਜਿਵੇਂ ਬਿਜਲੀ ਕੜਕੀ, ਦੇਵਤੇ ਲੈ ਕੇ ਉਹਨੂੰ ਬੈਕੁੰਠਾਂ ਨੂੰ ਚਲੇ ਗਏ। ਬਈ ਕਾਜੀ ਮੁੱਲਾ ਮਲਾਣੇ ਹੱਥ ਬੰਨ੍ਹ ਕੇ ਖੜ ਗਏ ਆਲੇ ਦੁਆਲੇ। ਕਹਿੰਦੇ ਵੀ ਗੁਰੂ ਜੀ ਵੀ ਹੁਣ ਸਾਨੂੰ ਕੋਈ ਖਤਰਾ ਨਹੀਂ, ਅਸੀਂ ਦੇਖ ਲਈ ਤੁਹਾਡੀ ਆਜ਼ਮਤ, ਅਸੀਂ ਪੁੱਛ ਲਿਆ ਤੁਸੀਂ ਤਾਂ ਅੱਲਾ ਦਾ ਨੂਰ ਹੋ। ਸੀ ਇਹਦੀ ਗੱਲ ਦਾ ਵੀ ਜਹਾਂਗੀਰ ਆ ਸਾਡੀ ਮੁੱਠੀ ਦੇ ਵਿੱਚ। ਜਿਹੜੇ ਉਹ 70 ਕਾਜੀ ਨਾ 72 ਮਰਾਓ 12 ਖੋਜੇ ਇਹ ਇਕੱਠੀ ਹੋ ਕੇ ਮਹਿਫਿਲ ਗਈ ਸੀ। ਉਹ ਕਹਿੰਦੇ ਵੀ ਹੁਣ ਸਾਨੂੰ ਡਰ ਦੀ ਲੋੜ ਨਹੀਂ, ਜਹਾਂਗੀਰ ਛੋਟਾ ਬਾਹਰ ਨਹੀਂ ਵਿੰਗਾ ਕਰ ਸਕਦਾ। ਜਹਾਂਗੀਰ ਸਾਡੀ ਮੁੱਠੀ 'ਚ ਹੈ, ਅਸੀਂ ਦਿੱਲੀ ਦੇ ਮਾਲਕ ਹਾਂ, ਜੋ ਕੁਛ ਅਸੀਂ ਕਹਿੰਦੇ ਹਾਂ ਜਹਾਂਗੀਰ ਉਹ ਕਰਦਾ। ਉਹ ਕਹਿੰਦਾ ਵੀ ਸਾਨੂੰ ਤਾਂ ਕੋਈ ਲੋੜ ਨਹੀਂ ਕਿਸੇ ਦੀ, ਸਾਨੂੰ ਕਾਹਦਾ ਡਰ, ਗੁਰੂ ਨਾਨਕ ਦੀ ਗੱਦੀ ਨੂੰ ਕਾਹਦਾ ਡਰ। ਜੇ ਗੁਰੂ ਨਾਨਕ ਦੀ ਗੱਦੀ ਡਰ ਗਈ ਫਿਰ ਤਾਂ ਦੁਨੀਆ ਤੇ ਰਹਿਣਾ ਹੀ ਕੁਛ ਨਹੀਂ, ਫਿਰ ਤਾਂ ਪੱਲੇ ਹੀ ਕੁਛ ਨਹੀਂ ਰਹਿ ਗਿਆ। ਉਹ ਕਹਿੰਦੇ ਕੋਈ ਗੱਲ ਨਹੀਂ ਭਾਈ, ਛੋਟੀ ਮੌਜ ਪਰ ਸਾਨੂੰ ਕਰਦੀ ਲੋੜ ਨਹੀਂ। ਬਈ ਕਾਜੀ ਮੁੱਲਾ ਮਲਾਣੇ ਉੱਥੋਂ ਆ ਗਏ। ਇੰਨੇ 5-7 ਦਿਨ ਬਾਅਦ ਜਹਾਂਗੀਰ ਆ ਗਿਆ। ਉਹਨੇ ਮੂਹਰੇ ਮਿਸਲ ਰੱਖਦੀ। ਕਹਿੰਦੇ ਵੀ ਆਹ ਕੈਦੀ ਜਿਹੜਾ ਪੰਜਾਬ ਤੋਂ ਲਿਆਂਦਾ ਉਹ ਆ ਗਿਆ ਜੀ ਦਿੱਲੀ। ਕਹਿੰਦਾ ਵੀ ਕਿੱਥੇ ਆ? ਕਹਿੰਦੇ ਜੀ ਮਾਜਨੂ ਦੇ ਟਿੱਲੇ ਆ। ਕਹਿੰਦਾ ਉਹ ਛੋਟਾ ਦਿਮਾਗ ਖਰਾਬ ਹੈ, ਕਿਸੇ ਕਾਰ ਕੋਠੜੀ ਸਿੱਟਣਾ ਦੀ, ਜੇਲ੍ਹ ਸਿੱਟਣਾ ਦੀ, ਮਾਜਨੂ ਦੇ ਟਿੱਲੇ ਤੇ ਬੈਠਾ। ਉਹ ਕਾਜੀ ਮੁੱਲਾ ਮਲਾਣੇ ਉੱਠ ਕੇ ਖੜੇ ਹੋ ਗਏ। ਕਹਿੰਦੇ ਬਾਦਸ਼ਾਹ ਹੋਸ਼ ਨਾਲ ਗੱਲ ਕਰ, ਉਹ ਤਾਂ ਅੱਲਾ ਦਾ ਨੂਰ ਹੈ, ਸੀਆਈਡੀ ਗਲਤ ਹੈ। ਉਹ ਕਹਿੰਦਾ ਸੀਆਈਡੀ ਗਲਤ ਹੈ? ਕਹਿੰਦੇ ਹਾਂ ਅਸੀਂ ਦੇਖ ਲਿਆ, ਅਸੀਂ ਜਮਾ ਲਿਆ, ਅਸੀਂ ਜਾ ਕੇ ਮਿਲੇ ਆਏ, ਇਹ ਤਾਂ ਸੀਆਈਡੀ ਗਲਤ ਹੈ, ਉਹ ਤਾਂ ਅੱਲਾ ਦਾ ਰੂਪ ਹੈ। ਕਹਿੰਦਾ ਫਿਰ ਅੱਲਾ ਦਾ ਨੂਰ ਹੈ, ਕਰਾਓ ਦਰਸ਼ਨ, ਮੰਗਾਓ ਦਰਬਾਰ 'ਚ। ਬੱਗੀ ਵੇਚਦੀ ਫਿਰ ਸਤਿਗੁਰਾਂ ਨੂੰ, ਬੱਗੀ ਦੇ ਵਿੱਚ ਲਾਤਾ ਆਸਣ। ਹੁਣ ਬੱਗੀ ਦੇ ਵਿੱਚ ਆਸਣ ਲੱਗਿਆ, ਸਤਿਗੁਰੂ ਬੱਗੀ ਦੇ ਵਿੱਚ ਬੈਠ ਕੇ ਜਾਂ ਜਹਾਂਗੀਰ ਦੇ ਦਰਬਾਰ 'ਚ ਨੂੰ ਆਏ ਨੇ ਨਾ। ਹੁਣ 17.5 ਸਾਲ ਦੀ ਉਮਰ ਹੈ, ਮੁੱਛ ਫਟੇਂਦੀ ਹੈ, 2 ਤਲਵਾਰਾਂ ਪੈਂਦੀਆਂ ਨੇ, ਕਲਗੀ ਜਗ੍ਹਾ ਲੱਗੀ ਹੈ, ਝਰਕਾਂ ਮਾਰਦੀਆਂ ਨੇ ਚਿਹਰੇ ਤੋਂ, ਨਾਮ ਦਾ ਝਰਕ ਪੈਂਦੀ ਹੈ ਚਿਹਰੇ ਦੇ ਉੱਤੋਂ। ਹੁਣ ਜਿਵੇਂ ਦਰਬਾਰ ਦੇ ਵਿੱਚ ਆਉਂਦੇ ਨੇ ਨਾ ਬੱਗੀ ਦੇ ਵਿੱਚ ਖੜੇ, ਤਾਂ ਜਿਹੜੀ ਸੰਗਤ ਦੇਖਣ ਵਾਲੀਆਂ ਮੰਤਰ ਮੁਕਤ ਹੁੰਦੀ ਜਾਂਦੀ ਹੈ। ਬਈ ਜਹਾਂਗੀਰ ਦੇ ਦੰਦ ਜੁੜ ਗਏ। ਕਹਿੰਦਾ ਵੀ ਆਹ ਐਸਾ ਨੂਰ ਨਹੀਂ ਦੇਖਿਆ। ਕਹਿੰਦਾ ਵੀ ਲੱਗਦਾ ਤਾਂ ਅੱਲਾ ਦਾ ਨੂਰ ਹੈ, ਪਰ ਹੋ ਸਕਦਾ ਕਹਿੰਦਾ ਕਾਜੀ ਮੁੱਲਾ ਮਲਾਣਿਆਂ ਨੂੰ ਇਹਨੇ ਕੋਈ ਆਪਣੀ ਕਰਾਮਾਤ ਦਿਖਾਤੀ ਹੋਵੇ ਵੀ ਮੈਂ ਵੀ ਦੇਖਾਂ ਵਰਤ ਕੇ। ਉਹਨੇ ਇੱਕ ਸ਼ਰਤ ਰੱਖਤੀ। ਕਹਿੰਦਾ ਮਹਾਰਾਜ ਸਤਿਗੁਰੂ ਮੇਰੀ ਇੱਕ ਬੇਨਤੀ ਹੈ। ਕਹਿੰਦੇ ਹਾਂ ਬਈ ਕਰ। ਕਹਿੰਦਾ ਜੀ ਜਾਮਨਾ
जीव जंतुओं को मार के खाता है, दुनिया को करता तंग, उधर को कोई डरता जाता नहीं भी आ छोटे को बहुत जोधे सुनते हैं पैड़े मौके पर लाने भी इन्हों चो कोई शेर का मुकाबला कर सकता है। हूँ महाराज कहते बई इन्हों का तू जहांगीर बहाना लाना, तू अजमाना तो सानू लाना, देखना तो सानू लाना भी कितने खड़े ने। कोई गल नहीं, शेर की की ताकत असीं करांगे शेर का मुकाबला। कहना महाराज तुसीं करोगे? कहते हाँ, चल दस कित्थे आ शेर, जीव जंतुओं को तंग करता मार के खाता। गुरु नानक की गद्दी का असूल है माड़े की मदद करनी, असीं खड़ांगे मदद ते गरीब कौम दी। चल दस कित्थे आ शेर। सतगुरां ने कम कसा ला लिया। हुण सिख भयभीत हो गए, पैड़े मौके उन्हें कहते महाराज असीं कर दिंदे आ काम। वो कहते नहीं, ਇਹਦਾ घर नहीं पूरा होना जहांगीर का, ਇਹਦਾ घर पूरा कर देण दो। नाले आपां तां जिहड़े काम नूं आया आपां तां चंदू नूं फड़ना है। ਇਹ शेर की गल नहीं, ये चंदू की मौत का टेलीफोन आ। चंदू की मौत के सुनेहे आउंदे ने, क्योंकि चंदू लाहौर तो जाके दिल्ली वस गया सी। लाहौर के विच तां उहनूं कोई वसण नहीं दिंदा। जदों लाहौर के बाजारां दे विच चंदू ने लंघना ना तो लोगों ने गेट मोरियां बंद कर लेनियां भी कलंकी बंदा आउंदा, दोषी बंदा आउंदा, जुर्मी बंदा आउंदा ते मत्थे ना लगो। इस करके उहनूं लाहौर च बसना औखा हो गया सी। वो दिल्ली जाके वसदा सी। हुण दिल्ली सतगुरू भी पहुंच गए। वादा उन्होंने करिया सी तख्त ते बैठण सार पड़ता गद्दी ते भी चंदू की मौत का बदला असीं लैणा, जिथे मर्जी वग जे। वो कहते सिखो जहांगीर का भुलेखा कढ देण दो भी आपां तां चंदू नूं फड़न वास्ते आए हां, कोई गल नहीं तुसीं सानूं जाण दो। हुण सतगुरू करके कबर कसा पहुंच गए जामना के खड्डे। हुण जामना के परले पासे जंगल सी बहुत, जिथे वो शेर रहिंदा सी। अज भी जंगल आ, अपने भी आ फोटो लाई हुई आ, उही छेवें पातशाह ने शेर का सत्कार करिया सी ना, ये उही फोटो है जिहड़ा शेर उत्थे दिल्ली मारिया सी। ते जाके सतगुरां ने कमर कसा करके जब लंघे ना घाट लगे लंघण तां जेठा पेड़ा मुखे होनी मूहरे हो गए। कहते महाराज कोई भाणा ना वरत जावे। एडे एडे जोधे सी ना भाई जेठा पैड़ा मुखा भन्नण, कहते भी 18-20 गज के कंबल आउंदे हुंदे इन्हां ते, एडे एडे जोधे ते एक बंदे दे मगर 3 बंदे तुरे आउंदे, दीदे नहीं सी। जदों महाराज का जंग होया ना, तीजा जंग करतारपुर का लला मेघ वाला, उत्थे औरंगजेब शाहजहां की फौज के विच श्रीलंका का एक खुंखार हाथी सी, जिहड़ा रात को हमला करन पिया सिखां दे तंबूआं ते भी फौज नूं रात नूं खेलदिआं। भाई भन्नण ने सारी रात हाथी नूं लवे नहीं लगन दित्ता, इन्ना जोधा सी। वो किते फिर जा जंग की खेड आई, फिर गल करांगे। भाई भन्नण च इन्नी पावर सी ना, पूरी रात दिन चढ़दे तक हाथी नूं सिंघां दे तंबूआं ते लवे नहीं लगन दित्ता। फिर दिन चढ़ने को सेवें सतगुरां ने अपनी तलवार के नाल हाथी का शिकार किया, खत्म किया। एडे एडे जोधे चूले नाल ते वो कहते महाराज इहदा काम असीं कर देना, शेर दी किहड़ी करदा। वो कहते भी नहीं, सानूं जहांगीर का घर पूरा कर देण दो, आपां तां चंदू नूं पकड़न वास्ते आए हां। फिर ला के ना कमर कसा जब बागे जमना दे अगले पासे बई हुण दुनिया दर्शन करदी है, कमर कसे लगे हुए ने। दिल्ली की संगतां दे विच भय भी है भी किते भाणा ना वरत जावे। हुण जहांगीर दे अंदरों खुश वो कहना भी मैं तां कंडा ला लिया, दकड़ी ला ली, क्योंकि बादशाह का दिमाग हुंदा बहुत। कहना भी जे तां शेर ने इन्हां नूं खत्म करता तां भी पता लग जू, जे शेर नूं इन्हां ने खत्म करता तां वाकई इन्हां दा नूर है। हुण तां कहना स्पष्ट गल है, कोई करामात नहीं, कोई होर जादू नहीं। हुण तां सामने खेड़ा शेर नाल लड़ाई दी। बई सतगुरू ने जाके मारती शेर नूं आवाज़, कहते ओ शेर दे बच्चे आ इधर आके साडे नाल युद्ध कर, जीव जंतुओं नूं मार के खाना है। हुण शेर दा आपां नूं पता भी शेर की आदत है, जिੱਥੋਂ आवाज़ आवे ना बंदे दी वो हमला उत्थे नूं करदा है। हुण सारी दुनिया डर रही है भी शेर नाल युद्ध, वो भी तलवार नाल, क्यों कदे गल होई है नहीं, किसी ने सुनिया ही नहीं भी एक इंसान तलवार नाल शेर दा मुकाबला करे, शेर नाल युद्ध करे। लै इत्थे हुण एक वीरा तो कली सुणो लास्ट करता प्रसंग दी, इतों कहा भी प्रसंग लंबा हो आपां तोड़ लिया तो सिरे नहीं लगना भी लास्ट करता कली गाउणगे प्रसंग दी भी जिवें हुण शेर नाल मुकाबला हुंदा ना छेवें पातशाह दा, शेर ने कीता वार, ओहदा पंजा बोट के ढाल ते शेर दे दो टुकड़े छेवें पातशाह सतगुरू देखा भला बई हे इहो करदे ने। राजा हठ दा पूरा ताकत देखे सतगुर दी पीरी ताई जहांगीर
ਮਨ ਦੇ ਵਿੱਚ ਆ ਗਿਆ ਡਰ। ਕਹਿੰਦਾ ਵੀ ਮੈਂ ਤਾਂ ਗੱਲ ਹੋਰ ਸੋਚੀ ਸੀ, ਇਹ ਤਾਂ ਜਹਾਂਗੀਰ ਤਾਂ ਨੱਕ ਦਾ ਵਾਣ ਬਣ ਗਿਆ, ਇਹ ਤਾਂ ਨੇੜੇ ਚਲੇ ਗਿਆ ਜਮਾਂ ਹੀ। ਫਿਰ ਉਹਨੇ ਇੱਕ ਸਕੀਮ ਹੋਰ ਸੋਚੀ, ਇੱਕ ਨਜੂਮੀਆਂ ਬੁਲਾਇਆ ਉਹਨੇ, ਨਜੂਮੀਆਂ। ਉਦੋਂ ਲੋਕ ਜਿਹੜੇ ਹੈਗੇ ਨਾ ਜੋਤਸ਼ੀਆਂ ਦੀ ਗੱਲ ਵਧੀਆ ਮੰਨਦੇ ਹੁੰਦੇ ਸੀ, ਰਾਜੇ ਦਾ ਖਾਸ ਕਰਕੇ ਜੋਤਸ਼ੀਆਂ ਨੂੰ ਪੁੱਛਦੇ ਸੀ। ਆਪਾਂ ਦੇਖਦੇ ਨਾ ਆਪਣੇ ਦੁਗਰੀ ਵਾਲਿਆਂ ਦੇ ਟੈਸਟਾਂ ਦੇਖੋ ਵੀ ਕਿਵੇਂ ਮੰਤਰੀ ਇਹਦੇ ਮੂਹਰੇ ਹੱਥ ਬੰਨ੍ਹਦੇ ਨੇ ਵੀ ਮੈਂ ਮੰਤਰੀ ਬਣੂੰਗਾ ਜੀ, ਮੈਂ ਚੋਣ ਜਿੱਤ ਲੂੰਗਾ ਜੀ, ਕਿਉਂਕਿ ਰਾਜੇ ਜਿਹੜੇ ਲੀਡਰ ਨੇ ਉਹ ਤਾਂ ਜ਼ਿਆਦਾ ਜੋਤਸ਼ੀ ਕੋਲ ਜਾਂਦੇ ਹੁੰਦੇ ਨੇ। ਤਾਂ ਉਹ ਨਜੂਮੀਆਂ ਨੂੰ ਪਕਾ ਕੇ ਭੇਜਤਾ, ਕਹਿੰਦੇ ਵੀ ਤੂੰ ਇਉਂ ਕਰ ਵੀ ਜਹਾਂਗੀਰ ਨੂੰ ਕਹਿ ਤੈਨੂੰ 60 ਆ ਗਈ, ਕਹਿੰਦਾ ਮਰਨਾ ਸੀ ਵੀ ਤੂੰ ਇਹਨਾਂ ਨੂੰ 6ਵੇਂ ਪਾਤਸ਼ਾਹ ਨੂੰ ਕਿਵੇਂ ਨਾ ਕਿਵੇਂ ਗਵਾਲੀਅਰ ਭੇਜ, ਕਿਉਂਕਿ ਉੱਥੋਂ ਦਾ ਬੰਦਾ ਹਰੀਦਾਸ ਦਰੋਗਾ ਚੰਦੂ ਦਾ ਬੰਦਾ ਸੀ ਵੀ ਉੱਥੋਂ ਫਿਰ ਮੈਂ ਮੂਲ ਨਹੀਂ ਕਰਦਾ, ਖਤਮ ਕਰਕੇ ਮੂਲ। ਤਾਂ ਨਜੂਮੀਆਂ ਜਿਹੜਾ ਉਹ ਆ ਗਿਆ ਦਰਬਾਰ ਦੇ ਵਿੱਚ। ਪਹਿਲਾਂ ਤਾਂ ਉਹਨੇ 6ਵੇਂ ਪਾਤਸ਼ਾਹ ਦੀ ਸਿਫਤ ਕੀਤੀ, ਕਹਿੰਦਾ ਆ ਜਿਹੜੇ ਬੈਠੇ ਨੇ, ਕਹਿੰਦਾ ਇਹ ਅੱਲਾ ਦਾ ਨੂਰ ਨੇ, ਰੱਬ ਦਾ ਨੂਰ। ਜਹਾਂਗੀਰ ਕਹਿੰਦਾ ਤਾਂ ਮੈਨੂੰ ਵੀ ਪਤਾ ਵੀ ਇਹ ਰੱਬ ਦਾ ਰੂਪ ਨੇ। ਉਹਨੇ ਜਦ ਜਹਾਂਗੀਰ ਦਾ ਹੱਥ ਫੜਿਆ ਨਾ, ਸਿਰ ਮਾਰੀ ਜਾਵੇ ਬੈਠਾ। ਉਹ ਕਹਿੰਦਾ ਕੀ ਗੱਲ, ਕੁਛ ਬੋਲ ਵੀ। ਉਹ ਕਹਿੰਦਾ ਤੈਨੂੰ ਤਾਂ ਮਰਨਾ ਦੀ, ਤੂੰ ਬਚਿਆ ਕਿਵੇਂ? ਉਹ ਕਹਿੰਦਾ ਕੀ ਗੱਲ ਤੇਰੇ ਤਰ੍ਹਾਂ, ਕਹਿੰਦਾ 60 ਦੀ ਚੱਲਦੀ ਆ। ਕਹਿੰਦਾ ਕਿੰਨਾ ਚੱਲਦੀ ਆ? ਕਹਿੰਦਾ 7.5 ਸਾਲ ਦੀ। ਤੂੰ ਅੱਜ ਨਹੀਂ ਕੱਲ ਤੂੰ ਤਾਂ ਮਰੇਗਾ। ਉਹ ਕਹਿੰਦਾ ਕੋਈ ਪਾ, ਕਹਿੰਦਾ ਆ ਦੇਖ ਤੇਰੇ ਕੋਲ ਰੱਬੀ ਰੂਹ ਬੈਠੀ, ਕੋਈ ਇਹੋ ਜਿਹੀ ਰੱਬੀ ਰੂਹ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਕਲੀਸਾ ਕੱਢੇ, 40 ਦਿਨ ਕਰੇ ਬੰਦਗੀ, ਉਹਦਾ ਫਲ ਦੇਵੇ ਤੈਨੂੰ। ਹੁਣ ਰਾਜੇ ਨੂੰ ਮੌਤ ਦਾ ਡਰ, ਉਹਨੇ ਸਤਿਗੁਰਾਂ ਦੇ ਚਰਨ ਫੜ ਲਏ। ਕਹਿੰਦਾ ਮਹਾਰਾਜ ਹੋ ਸਕਦਾ ਤੁਸੀਂ ਮੇਰੇ ਕਰਮਾਂ ਨੂੰ ਆਏ ਹੋ, ਆ ਜਿਵੇਂ ਜੋਤਸ਼ੀ ਕਹਿੰਦਾ ਅੱਜ ਨਹੀਂ ਕੱਲ ਮੇਰੀ ਮੌਤ ਤਾਂ ਆਈਏ ਪਈ ਆ ਬਈ। ਹੁਣ ਇੱਥੋਂ ਫਿਰ ਜਿਹੜੀ ਗਲਤ ਸਾਹਿਬ ਚੱਲਣੀ ਆ, ਜਿਵੇਂ ਚੰਦੂ ਨੂੰ ਫੜਨਾ ਜਾ ਕੇ, ਹੁਣ ਸਤਿਗੁਰੂ ਸਮਝ ਗਏ ਕਿ ਤਾਂ ਚੰਦੂ ਦੀ ਮੌਤ ਦਾ ਟੈਲੀਫੋਨ ਆਪਾਂ ਨੇੜੇ ਲਾ ਕੇ ਇੱਥੋਂ ਮੈਂ ਹੁਣ ਜਿਵੇਂ ਉਹ ਰਾਜਿਆਂ ਦੀਆਂ ਚਾਹੇ ਬੇਨਤੀਆਂ ਮੰਨ ਲਓ, ਜਿਹੜੇ ਗਵਾਲੀਅਰ ਦੇ ਰਾਜੇ ਪਹਾੜੀ ਰਾਜੇ ਕਰੇ ਹੋਏ ਸੀ ਨਾ ਗਵਾਲੀਅਰ ਦੇ ਕੈਦ ਦੇ ਵਿੱਚ ਅਕਬਰ ਦੇ, ਕਿਉਂਕਿ ਜਿਹੜਾ ਤਾਂ ਰਾਜਾ ਇਹਨਾਂ ਨੂੰ ਆਪਣੀ ਲੜਕੀ ਦਾ ਰਿਸ਼ਤਾ ਦੇ ਦਿੰਦਾ ਸੀ ਉਹ ਤਾਂ ਠੀਕ ਹੈ, ਜਿਹੜਾ ਨਹੀਂ ਦਿੰਦਾ ਸੀ ਚੱਕ ਕੇ ਫੜ ਕੇ ਗਵਾਲੀਅਰ ਦੇ ਜੇਲ੍ਹ ਕਰ ਦਿੰਦੇ ਸੀ। ਆਹ ਕੰਮ ਸੀਗਾ ਮੁਗਲ ਰਾਜਿਆਂ ਦਾ। ਹੁਣ ਉਹ ਚਾਹੇ ਤਾਂ ਰਾਜਿਆਂ ਦੀਆਂ ਬੇਨਤੀਆਂ ਮੰਨ ਲਓ, ਇੱਧਰ ਚੰਦੂ ਨੇ ਫੈਰ ਫੜ ਲਏ। ਹੁਣ ਇੱਥੋਂ ਜਿਹੜਾ ਇਤਿਹਾਸ ਆ ਉਹ ਗੱਲ ਹੋਰ ਤੁਰਦੀ ਹੈ, ਲੰਬਾ ਇਤਿਹਾਸ ਆ। ਉਹ ਫਿਰ ਚੰਦੂ ਨੂੰ ਫੜ ਕੇ ਜਿਵੇਂ ਅੰਮ੍ਰਿਤਸਰ ਲੈ ਕੇ ਆਉਣਾ। ਆਪਾਂ ਵਾਅਦਾ ਕਰੇ ਸੰਗਤ ਨਾਲ ਵੀ ਅਵਤਾਰ ਤੋਂ ਲੈ ਕੇ 6ਵੇਂ ਪਾਤਸ਼ਾਹ ਦੇ ਆਪਾਂ ਸ਼ੁਰੂ ਕਰ ਲਾਂਗੇ, ਜਿੱਥੇ ਤੱਕ ਆਪਣਾ ਇਤਿਹਾਸ ਜਾਊਗਾ ਆਪਾਂ ਉੱਥੇ ਤੱਕ ਸੁਣਾਵਾਂਗੇ। ਕਿਉਂ ਜੇ ਕੋਈ ਹੋਰ ਇਤਿਹਾਸ ਕੋਲ ਪਛਾਣੇ ਰਹਿ ਗਿਆ ਉਹ ਆਨੰਦ ਨਹੀਂ ਆਉਣਾ। ਹੁਣ ਇੱਥੇ ਤੱਕ ਇਤਿਹਾਸ ਪੂਰਾ ਹੋ ਗਿਆ, ਇਸ ਤੋਂ ਬਾਅਦ ਹੁਣ ਗਵਾਲੀਅਰ ਦੇ ਕਿਲੇ 'ਚ ਜਾਵਾਂਗੇ। ਮੂਹਰੇ ਦਿਵਾਲੀ ਬੰਦੀ ਛੋੜਾਉਣੀ ਆਪਾਂ ਕਿਤੇ ਫੇਰ ਪਹੁੰਚਦੇ ਸਮਾਂ ਦਿੱਤਾ, ਆਪਾਂ ਉਹ ਫਿਰ ਗਵਾਲੀਅਰ ਦਾ ਇਤਿਹਾਸ ਬੰਦੀ ਛੋੜ ਕੇ ਸੁਣਾ ਦਾਂਗੇ। ਉਹ ਤੋਂ ਬਾਅਦ ਫਿਰ ਜੰਗ ਯੁੱਧ ਹੋਏ ਨੇ, ਇੰਨੇ ਬੇਨਤੀ ਮਨਜ਼ੂਰ ਕਰਨੀ। ਮਨਪ੍ਰੀਤ ਸਿੰਘ ਮਨੀ, ਪ੍ਰੀਤਪਾਲ ਸਿੰਘ ਪੁਰਖਾ, ਇਹ ਪੁਰਾਣੀ ਦਾਸ ਕੁਲਜੀਤ ਸਿੰਘ ਨੇ ਮੰਡੇਰ ਕੋਟਲਾ ਮਨੇਰ ਦਾ ਮਿਸਤਰੀ ਉੱਠਾ। ਸੰਗਤਾਂ ਤੋਂ ਮੰਗਦਾ ਮਾਫੀ, ਬੁਲਾਓ ਬੰਦੇ 8 ਵਜੇ ਗੱਜ ਕੇ